ਅਰਜ਼ ਹੈ ਸਾਰੇ ਸੰਸਾਰਿਕ ਸੰਜੀਦਾ ਸਰੋਤਿਆਂ ਨੂੰ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਇਸ ਵਕਤ ਪਰਮਿੰਦਰ ਸਿੰਘ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਰਾਹੀਂ ਆਪ ਦਾ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਜਿਸ ਦੀ ਰੂਪਰੇਖਾ ਇਹ ਹੈ ਕਿ ਭਾਰਤੀ ਸਮੇਂ ਮੁਤਾਬਕ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਇੰਡੀਅਨ ਟਾਈਮ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਇੰਡੀਅਨ ਟਾਈਮ ਸ਼ਾਮੀ 7 ਵਜੇ ਤੋਂ ਲੈ ਕੇ 9 ਵਜੇ ਤੱਕ, ਜਾਣੀ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 8 ਤੋਂ 10 ਅਤੇ ਸ਼ਾਮ ਨੂੰ 7 ਤੋਂ 9 4 ਘੰਟੇ ਆਪਾਂ ਇਹ ਜੋਤਾ ਇਸ ਜਰਨਲਿਜ਼ਮ ਦੇ ਰਾਹੀਂ ਤੁਹਾਡੇ ਨਾਲ ਲਾਇਆ ਕਰਨਾ। ਦਿਹਾੜੀ ਜੋਤਾ ਪੁਰਾਣੇ ਲਫ਼ਜ਼ ਨੇ। ਸੋ ਇਸ ਪ੍ਰੋਗਰਾਮ ਦੇ ਵਿੱਚ ਮਾਹਰ ਮਹਿਮਾਨਾਂ ਦੇ ਨਾਲ ਤੁਹਾਡੀ ਸ਼ਮੂਲੀਅਤ ਦੀ ਵੀ ਸਖਤ ਜ਼ਰੂਰਤ ਹੈ। ਸੋ ਤੁਸੀਂ ਇੰਡੀਆ ਦਾ ਜਿਹੜਾ ਨੰਬਰ ਹੈ 9876309655 'ਤੇ ਕਾਲ ਕਰਨੀ ਹੈ। ਇਸ ਨੰਬਰ 'ਤੇ ਵਟਸਐਪ ਵੀ ਹੈ। ਨੰਬਰ ਇੱਕ ਵਾਰੀ ਫੇਰ ਸੁਣ ਲਓ 9876309655 9876309655। ਇਸ ਨੰਬਰ 'ਤੇ ਤੁਸੀਂ ਵਟਸਐਪ ਕਾਲ ਵੀ ਕਰ ਸਕਦੇ ਹੋ ਅਤੇ ਜਿਨ੍ਹਾਂ ਸੱਜਣਾਂ ਕੋਲ ਮੇਰਾ ਪਰਸਨਲ ਨੰਬਰ ਹੈ ਉਸ 'ਤੇ ਵੀ ਕਾਲ ਕੀਤੀ ਜਾ ਸਕਦੀ ਹੈ, ਪਰ ਉਸ ਦੇ ਰਾਹੀਂ ਮਾਹਰ ਮਹਿਮਾਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਕਈ ਵਾਰੀ ਬਿਜ਼ੀ ਹੁੰਦਾ। ਇਸ ਦੇ ਨਾਲ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਵਾਸਤੇ ਜਿਹੜੀਆਂ ਸਾਡੀਆਂ ਟਿਵਾਣਾ ਰੇਡੀਓ ਦੀਆਂ ਐਪਸ ਨੇ ਉਹ ਤੁਹਾਨੂੰ ਆਈਫੋਨ 'ਤੇ ਐਂਡਰਾਇਡ 'ਤੇ ਜ਼ਰੂਰ ਮਿਲਣਗੀਆਂ, ਜਾਂ ਫਿਰ tivanaradio.com ਵੈਬਸਾਈਟ ਦੇ ਜ਼ਰੀਏ ਵੀ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਤੇ ਆਉਣ ਵਾਲੇ ਸਮੇਂ 'ਚ ਆਪਣੀ ਕੋਸ਼ਿਸ਼ ਰਹੇਗੀ ਕਿ ਫੇਸਬੁੱਕ ਜਾਂ YouTube ਦੇ ਜ਼ਰੀਏ ਵੀ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ। ਅਤੇ ਟਿਵਾਣਾ ਰੇਡੀਓ ਦਾ ਜਿਹੜਾ YouTube ਪੇਜ ਹੈ ਉਹ ਵੀ ਤੁਸੀਂ ਜ਼ਰੂਰ ਲਾਈਕ ਕਰੋ, ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਕਰੋ ਦੋਸਤਾਂ ਮਿੱਤਰਾਂ ਨੂੰ। ਇਹ ਜਿਹੜੀਆਂ ਐਪਸ ਨੇ ਇਹ ਵੀ ਅੱਗੇ ਸ਼ੇਅਰ ਕਰੋ, ਇੰਸਟਾਲ ਕਰੋ। ਅਤੇ ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਅਮਰੀਕਾ ਦੇ ਵਿੱਚ ਜਿਹੜਾ ਨੰਬਰ ਹੈ ਜਿਸ ਨੂੰ ਕਾਲ ਟੂ ਲਿਸਨ ਨੰਬਰ ਕਿਹਾ ਜਾਂਦਾ, ਜਿਸ ਦੇ ਜ਼ਰੀਏ ਕਾਲ ਕਰਕੇ ਉਸ ਨੰਬਰ 'ਤੇ ਤੁਸੀਂ ਇਸ ਟਿਵਾਣਾ ਰੇਡੀਓ ਦੇ ਪ੍ਰੋਗਰਾਮ ਦਾ ਲੁਤਫ ਲੈ ਸਕਦੇ ਹੋ। ਉਹ ਨੰਬਰ ਹੈ 66793099260, ਯਾਨੀ ਕਾਲ ਟੂ ਲਿਸਨ ਨੰਬਰ ਹੈ 667 9309 260। ਇਸ ਦੇ ਜ਼ਰੀਏ ਵੀ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਤੇ ਸਾਡੇ ਟਿਵਾਣਾ ਰੇਡੀਓ ਦੇ YouTube ਚੈਨਲ, ਟਿਵਾਣਾ ਰੇਡੀਓ ਦੇ ਫੇਸਬੁੱਕ ਪੇਜ ਨੂੰ ਅੱਗੇ ਜ਼ਰੂਰ ਸਾਂਝਾ ਅਤੇ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਸਾਡੀਆਂ ਐਪਸ ਵੀ ਜ਼ਰੂਰ ਇੰਸਟਾਲ ਕਰੋ। ਇਹ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਆਪ ਜੀ ਨੂੰ ਨਿੱਜੀ ਤੌਰ 'ਤੇ ਗੁਜ਼ਾਰਿਸ਼ ਹੈ। ਅਤੇ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਜਿਹੜਾ ਰੇਡੀਓ ਸੁਣਨ ਦਾ ਜ਼ਰੀਆ ਇਸ ਨੂੰ ਤੁਸੀਂ ਅੱਗੇ ਜ਼ਰੂਰ ਸਾਂਝਾ ਕਰੋ। ਲਓ ਦੋਸਤੋ, ਇਸ ਵਕਤ ਇੱਕ ਸਰੋਤੇ ਆਪਣੇ ਨਾਲ ਜੁੜ ਚੁੱਕੇ ਨੇ, ਪਰਮਜੀਤ ਸਿੰਘ ਬਨਵੈਤ ਆਸਟ੍ਰੇਲੀਆ ਤੋਂ। ਬਨਵਾਸ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਆਪਣੀ ਗੱਲ ਸ਼ੁਰੂ ਕਰੋ ਸਰ। ਇਹੋ ਕੰਮ ਹੁੰਦਾ ਹੈ ਜਿਵੇਂ ਪਹਿਲੇ ਵੀ ਹੁੰਦੇ ਰਹੇ ਨੇ ਬਹੁਤ ਸਾਰੇ ਕੇਸਿਸ ਦੇ ਅੰਦਰ। ਅਨਫੋਰਚੂਨੇਟਲੀ ਕਹਿਣਾ ਪੈਂਦਾ ਹੈ ਕਿ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਹੱਕ ਦੇ ਅੰਦਰ ਫੈਸਲੇ ਕਰਵਾਏ ਜਾਂਦੇ ਰਹੇ ਨੇ। ਬਹੁਤ ਸਾਰੇ ਕੇਸ ਇਹੋ ਜਿਹੇ ਨੇ। ਸੋ ਤੁਸੀਂ ਜਾਣਦੇ ਹੀ ਹੋ, ਦੁਨੀਆ ਦੇ ਅੰਦਰ ਬੈਠੇ ਹੋਏ ਹਰ ਬੰਦਾ ਜਾਣਦਾ ਹੀ ਹੈਗਾ ਵੀ ਇਸ ਸਮੇਂ ਹਰ ਮਹਿਕਮੇ ਦੇ ਅੰਦਰ ਹਰ ਜਗ੍ਹਾ ਆਪਣੇ ਬੰਦੇ ਫਿੱਟ ਕਰ ਦਿੱਤੇ ਗਏ ਨੇ, ਜਿਨ੍ਹਾਂ ਤੋਂ ਆਪਣੇ ਮੁਤਾਬਿਕ ਦੇ ਫੈਸਲੇ ਕੀਤੇ ਜਾ ਰਹੇ ਨੇ। ਅਤੇ ਤਾਂਹੀਓ ਕਰਕੇ ਡੈਮੋਕ੍ਰੇਸੀ ਜਿਹੜੀ ਹੈਗੀ ਆ ਉੱਥੇ ਬਹੁਤ ਵੱਡੇ ਇੱਕ ਰਿਸਕ ਦੇ ਅੰਦਰ ਪੈ ਚੁੱਕੀ ਹੈ। ਇਸ ਤਾਨਾਸ਼ਾਹੀ ਨੂੰ ਨਿਪਟਾਉਣ ਵਾਸਤੇ ਇੱਕ ਮੁਹਿੰਮ ਦੀ ਬਹੁਤ ਵੱਡੀ ਪੱਧਰ 'ਤੇ ਲੋੜ ਹੈ। ਅਦਰਵਾਈਜ਼ ਨਹੀਂ ਤੇ ਆਉਣ ਵਾਲੇ ਸਮੇਂ ਦੇ ਅੰਦਰ ਜੋ ਰਸ਼ੀਆ ਦੇ ਅੰਦਰ ਪੁਤਿਨ ਨੇ ਕੀਤਾ 2035 ਤੱਕ ਆਪਣਾ ਰਸਤਾ ਕਲੀਅਰ ਕਰ ਲਿੱਤਾ, ਜਾਂ ਚਾਈਨਾ ਦੇ ਅੰਦਰ ਜੋ ਹੈਗਾ ਉਹੀ ਕੰਮ ਕਿਸੇ ਭਾਰਤ 'ਚ ਨਾ ਹੋ ਜਾਏ। ਕਹਿਣ ਦੇ ਨਾਮ ਦੇ ਲਈ ਤੇ ਡੈਮੋਕ੍ਰੇਸੀ ਰਹਿ ਜਾਏ, ਮਗਰ ਅਸਲ 'ਚ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਾ ਰਹੇ, ਕਿਉਂਕਿ ਉੱਥੇ ਫਿਰ ਹਰ ਚੀਜ਼ ਨੂੰ ਇਸ ਢੰਗ ਨਾਲ ਬਣਾ ਲਿੱਤਾ ਜਾਏ ਔਰ ਠੋਸ ਢੰਗ ਨਾਲ ਬਣਾ ਲਿੱਤਾ ਜਾਏ ਕਿ ਉੱਥੇ ਫਿਰ ਕੋਈ ਸੁਤੰਤਰ ਚੀਜ਼ ਜਿਹੜੀ ਹੈ, ਇੰਡੀਪੈਂਡੈਂਟ ਚੀਜ਼ ਜਿਹੜੀ ਹੈ ਰਵੇ ਹੀ ਨਾ। ਸੋ ਇਸ ਕਰਕੇ ਬੜਾ ਖਤਰਾ ਜੇ। ਬਾਕੀ ਟਿਵਾਣਾ ਜੀ ਆਵਾਜ਼ ਆ ਰਹੀ ਹੈ? ਬਿਲਕੁਲ ਆ ਰਹੀ ਹੈ ਬਨਵਾਸ ਸਾਹਿਬ। ਜਿਹੜੇ ਕੱਲ ਆਪਣਾ ਹਰਿਆਣਾ ਦੇ ਅੰਦਰ ਉਹ ਕਿਹੜਾ ਸਾਂਪਲਾ ਜਾਂ ਕਿਹੜਾ ਪਿੰਡ ਸੀਗਾ ਜਿੱਥੇ ਕੈਂਪਲਾ, ਹਾਂ, ਜਿੱਥੇ ਕਿ ਉਹ ਖੱਟੜ ਸਾਹਿਬ ਦੀ ਰੈਲੀ ਸੀਗੀ। ਮੈਂ 2-3 ਪ੍ਰੋਗਰਾਮ TV ਦੇ ਦੂਸਰੇ ਪ੍ਰੋਗਰਾਮ ਚੈਨਲਾਂ ਦੇ ਉੱਤੇ ਵੇਖ ਰਿਹਾ ਸੀਗਾ। ਉਹ ਆਪੇ ਹੀ ਔਰਗੇਨਾਈਜ਼ ਕੀਤੇ ਹੋਏ ਸੀ, ਬੱਸਾਂ ਦੇ ਅੰਦਰ ਭਰ ਕੇ BJP ਦੇ ਬੰਦੇ ਲੈ ਕੇ ਜਾਣ ਦੀ ਕੋਸ਼ਿਸ਼ ਸੀਗੀ ਉੱਥੇ, ਜਿਹੜੇ ਕਿ ਦਿਖਾਏ ਜਾ ਸਕਣ ਕਿ ਕਿਸਾਨ ਬੈਠੇ ਹੋਏ ਨੇ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਸਮਝਾ ਰਹੇ ਨੇ ਵੀ ਕਿੰਨਾ ਫਾਇਦਾ ਹੈ ਇਹਨਾਂ ਬਿੱਲਾਂ ਦਾ। ਔਰਗੇਨਾਈਜ਼ ਕੀਤਾ ਹੋਇਆ ਇਵੈਂਟ ਸੀਗਾ। ਜਿਹੜੇ ਕਿਸਾਨ ਠੰਡ 'ਚ ਠੁਰ ਕਰ ਰਹੇ ਨੇ, ਜਿਹੜੇ ਇੰਨੀਆਂ ਸ਼ਹੀਦੀਆਂ ਪਾ ਗਏ ਨੇ, ਉਹਨਾਂ ਨੂੰ ਤੇ ਕਹਿੰਦੇ ਨੇ ਇਵੈਂਟ ਮੈਨੇਜਮੈਂਟ ਤੇ ਪਿਕਨਿਕ ਮਨਾਉਣ ਗਏ ਹੋਏ ਨੇ। ਅਸਲ ਦੇ ਅੰਦਰ ਤੇ ਇਵੈਂਟ ਮੈਨੇਜਮੈਂਟ ਤੇ ਪਿਕਨਿਕ ਮਨਾਉਣ ਵਾਲੀ ਗੱਲ ਕੱਲ ਉਦਾਹਰਨ ਸੀਗਾ, ਜਿਹਦੇ ਅੰਦਰ ਬੱਸਾਂ ਭਰ ਕੇ ਲੈ ਕੇ ਜਾਣ ਦੀ ਪਲਾਨ ਸੀਗੀ। ਅਸਲੀ ਕਿਸਾਨ ਉਸ ਪਿੰਡ ਦੇ ਨੇ ਐਸੀ ਲਈ ਕਰਕੇ ਇਹਦਾ ਵਿਰੋਧ ਕੀਤਾ, ਜਿਹੜੇ ਅਸਲੀ ਕਿਸਾਨ ਸੀਗੇ ਔਰ ਉੱਥੇ ਦੇ ਲੋਕਲ ਕਿਸਾਨ ਸੀ ਉਸ ਪਿੰਡ ਦੇ, ਉਹਨਾਂ ਨੇ ਵੱਡੇ ਪੱਧਰ ਤੇ ਵਿਰੋਧ ਕੀਤਾ। ਇਹ ਬਾਹਰੋਂ ਲੈ ਕੇ ਆਉਣ ਵਾਲੇ ਬੱਸਾਂ ਦੇ ਅੰਦਰ ਝੂਠੇ ਕਿਸਾਨਾਂ ਦਾ
ਜਿਹੜੇ ਕਿ ਬੀਜੇਪੀ ਦੇ ਬਣਾਏ ਹੋਏ ਆਪਣੇ ਹੀ ਬੰਦੇ ਸਨ। ਔਰ ਪਿਕਨਿਕ ਵੀ ਉਹੀ ਆ ਰਹੇ ਸੀਗੇ ਝੂਠੇ ਬੀਜੇਪੀ ਦੇ ਵਰਕਰ ਮਨਾਉਣ ਵਾਸਤੇ, ਨਾ ਕਿ ਅਸਲੀ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਹੋਏ ਨੇ ਉਹ ਕੋਈ ਪਿਕਨਿਕ ਮਨਾ ਰਹੇ ਨੇ। ਸੋ ਇਸ ਕਰਕੇ ਇਹ ਝੂਠ ਫਰੇਬ ਦੀ ਗੱਲਾਂ ਛੱਡ ਕੇ ਅਗਰ ਆਪਣੇ ਆਪ ਨੂੰ ਸੱਤਾ 'ਚ ਰੱਖਣਾ ਚਾਹੁੰਦੇ ਹੀ ਨੇ, ਇੰਨਾ ਠਾਣ ਹੀ ਲਿਆ ਵੀ ਅਸੀਂ ਪਾਵਰ 'ਚ ਰਹਿਣਾ ਹੈ, ਤੇ ਕੋਈ ਚੱਜ ਦੇ ਕੰਮ ਕਰਕੇ ਪਾਵਰ 'ਚ ਰਹਿ ਲੈਣ ਤੇ ਜਨਤਾ ਉਹਨਾਂ ਨੂੰ ਪਾਵਰ 'ਚ ਰੱਖੇਗੀ ਵੀ। ਲੇਕਿਨ ਇਹ ਝੂਠ ਫਰੇਬ ਛੱਡ ਕੇ ਇਹੋ ਜਿਹਾ ਹਿੰਦੁਸਤਾਨ ਦਾ, ਭਾਰਤ ਦਾ, ਬਲਕਿ ਹਿੰਦੁਸਤਾਨ ਕਿਉਂ ਕਹਿਣਾ ਹੈ, ਭਾਰਤ ਮੁਲਕ ਹੈਗਾ ਔਰ ਇਹ ਕਿਸੇ ਇੱਕ ਧਰਮ ਦਾ ਤੇ ਇੱਕ ਕਿਸੇ ਲੋਕਾਂ ਦਾ ਨਹੀਂ ਹੈਗਾ। ਇਹਦੇ ਅੰਦਰ ਕੁਰਬਾਨੀਆਂ ਹਰੇਕ ਧਰਮ, ਹਰੇਕ ਜਾਤ, ਹਰੇਕ ਉਸਨੇ ਦਿੱਤੀਆਂ ਨੇ ਤੇ ਇਹ ਸਾਰਿਆਂ ਦਾ ਸਾਂਝਾ ਭਾਰਤ ਜੇ, ਇਹਨੂੰ ਭਾਰਤ ਕਹਿਣਾ ਚਾਹੀਦਾ ਹੈਗਾ। ਔਰ ਤਿਰੰਗਾ ਸਾਰਿਆਂ ਦਾ ਸਾਂਝਾ ਜੇ। ਇਹਦੇ ਲਈ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ। ਸਭ ਤੋਂ ਜ਼ਿਆਦਾ ਉਸ ਬੰਦੇ ਦਾ ਹੱਕ ਹੁੰਦਾ ਜਿਹੜਾ ਕੁਰਬਾਨੀਆਂ ਦਿੰਦਾ ਹੈ, ਤੇ ਪੰਜਾਬੀਆਂ ਦਾ ਹੱਕ ਸਗੋਂ ਜ਼ਿਆਦਾ ਜੇ। ਇਸ ਕਰਕੇ ਕੋਈ ਡਰ ਕਰਨ ਦੀ ਲੋੜ ਨਹੀਂ ਹੈ, ਆਪਣਾ ਜਿੱਤ ਹਾਸਲ ਹੋਵੇਗੀ। ਸ਼ੁਕਰੀਆ, ਮਿਹਰਬਾਨੀ ਬਨਵਾਸ ਸਾਹਿਬ, ਬਹੁਤ ਬਹੁਤ ਧੰਨਵਾਦ। ਦੇਖੋ ਇਹ ਜੋ ਕੁਛ ਹਰਿਆਣਾ ਦੇ ਵਿੱਚ ਹੋਇਆ ਮੰਦਭਾਗਾ, ਪਰ ਇਹ ਕਿਉਂ ਵਾਪਰਿਆ ਇਸ ਦੇ ਕਾਰਨ ਪੜਚੋਲਣੇ ਪੈਣਗੇ, ਕਿਉਂਕਿ ਮਨੋਹਰ ਲਾਲ ਖੱਟੜ ਸਰਕਾਰ ਬਾਜ਼ ਨਹੀਂ ਆ ਰਹੀ। ਇਹਨਾਂ ਨੇ ਕੁਝ ਕਿਸਾਨਾਂ ਨੂੰ, ਆਪਣੇ ਜੋ ਇਹਨਾਂ ਦੇ ਵਰਕਰ ਸੀ ਉਹਨਾਂ ਨੂੰ ਨਾਲ ਲੈ ਕੇ ਜੋ ਕੁਛ ਕੀਤਾ। ਗੁਰਨਾਮ ਸਿੰਘ ਚੜੂਨੀ 'ਤੇ ਵੀ ਦੋਸ਼ ਲਾਏ ਨੇ ਕਿ ਇਹ ਫਲਾਂ ਆ, ਟਮਕਾ ਆ। ਹੁਣ ਵੀ ਕਿਹਾ ਮਨੋਹਰ ਲਾਲ ਖੱਟੜ ਹੋਰਾਂ ਨੇ ਕਿ ਇਹ ਜਿਹੜਾ ਕੁਛ ਵਾਪਰਿਆ ਇਸ ਦੇ ਵਾਸਤੇ ਮਾਓਵਾਦੀ ਕਿਸਾਨ ਜ਼ਿੰਮੇਵਾਰ ਨੇ, ਬਾਹਰੀ ਤਾਕਤਾਂ ਜ਼ਿੰਮੇਵਾਰ ਨੇ। ਅਤੇ ਕਾਰਨ ਇਸ ਦਾ ਅੰਦਰੂਨੀ ਪਰਚੋਲਣਾ ਪਵੇਗਾ, ਕਿਉਂਕਿ ਇਹਦੇ ਵਿਰੋਧ ਦੇ ਵਿੱਚੋਂ ਇਹ ਸਾਰਾ ਕੁਛ ਹੋਇਆ। ਹਾਲਾਂਕਿ ਤੁਸੀਂ ਵੇਖੋ ਕਿ ਉੱਥੋਂ ਦਾ ਜਿਹੜਾ ਸਾਰਾ ਸੀਨ ਸਿਨੈਰੀਓ ਨਜ਼ਰ ਆਉਂਦਾ, ਉਹ 'ਚ ਠੀਕ ਹੈ ਕਿ ਕੁਝ ਇੱਕ ਪੰਜਾਬੀ ਨੇ, ਉਹ ਕਿਉਂਕਿ ਕਿਸਾਨ ਨੇ, ਪਰ ਇਹ ਪਹਿਲੀ ਵਾਰ ਨਹੀਂ ਹੋਇਆ। ਇੱਕ ਤਾਂ ਮਨੋਹਰ ਲਾਲ ਖੱਟੜ ਸਰਕਾਰ ਖਿਲਾਫ ਰੋਸ ਵੀ ਆ ਕਿਸਾਨਾਂ ਦਾ, ਜਾਟਾਂ ਦਾ, ਕਿਉਂਕਿ ਜਿਹੜਾ ਜਾਟ ਅੰਦੋਲਨ ਹੋਇਆ ਸੀ ਉਦੋਂ ਵੀ ਬਹੁਤ ਸਾਰੇ ਲੋਕਾਂ ਦੇ ਪਰਚੇ ਸੀ ਜਿਹੜੇ ਵਾਪਸ ਲੈ ਲਏ ਗਏ ਨੇ। ਇਹ ਜਿਹੜਾ ਵਰਤਾਰਾ ਵਾਪਰ ਰਿਹਾ ਨਾ, ਇਹ ਪਹਿਲੀ ਵਾਰ ਨਹੀਂ। ਇਹ 28 ਸਾਲ ਪਹਿਲਾਂ ਭਜਨ ਲਾਲ ਨੂੰ ਵੀ ਝੱਲਣਾ ਪਿਆ। ਭਜਨ ਲਾਲ ਦੀ ਨਿਸ਼ੰਗ 'ਚ ਰੈਲੀ ਹੋਣੀ, ਤੁਸੀਂ ਸੁਣਿਆ ਹੋਵੇਗਾ। ਉਦੋਂ ਵੀ 2 ਕਿਸਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਪੁਲਿਸ ਨੇ। 2 ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। 28 ਸਾਲ ਪਹਿਲਾਂ ਵੀ ਹਰਿਆਣਾ ਦੇ ਚੀਫ ਮਿਨਿਸਟਰ ਭਜਨ ਲਾਲ ਦੀ ਜਿਹੜੀ ਸਟੇਟ ਰੈਲੀ ਸੀਗੀ ਉਸ ਦੇ ਵਿੱਚ ਇਹ ਕੁਛ ਹੋਇਆ ਸੀ। ਉਦੋਂ ਇਹ ਅੰਦੋਲਨ ਬਿਜਲੀ ਨੂੰ ਲੈ ਕੇ ਹੋਇਆ ਸੀਗਾ। ਹੁਣ ਇਹ 3 ਕਾਨੂੰਨ ਜਿਹੜੇ ਬਣੇ ਨੇ ਉਹਨਾਂ ਦੇ ਖਿਲਾਫ ਹੋਇਆ। ਆਪ ਦਾ ਸਵਾਗਤ ਸਰ, ਵੈਲਕਮ ਜੀ, ਤੁਸੀਂ ਆਉਣੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਗੁਰਵਿੰਦਰ ਗਾਗੋਵਾਲ ਬੋਲ ਰਿਹਾ ਜੀ। ਗਾਗੋਵਾਲ ਸਾਹਿਬ, ਗੈਰ ਹਾਜ਼ਰੀ ਲੱਗੀ, ਬੜੇ ਦਿਨ ਕਿੱਥੇ ਰਹੇ ਜਨਾਬ? ਹਾਂਜੀ, ਥੋੜਾ ਬਿਜ਼ੀ ਸੀਗਾ ਜੀ, ਕੰਮ ਰੁਝੇਵੇਂ ਥੋੜੇ ਜੀ। ਤੇ ਸਭ ਤੋਂ ਪਹਿਲਾਂ ਤਾਂ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਹੀ। ਵਧਾਈਆਂ ਤਾਂ ਠੀਕ ਹੈ, ਮੈਂ ਯਾਦ ਕਰਦਾ ਸੀ, ਮੈਂ ਕਿਹਾ ਲੱਗਦਾ ਗਾਗੋਵਾਲ ਦੀ ਨਾ ਕਾਰ ਹੁਣ ਤਾਂ ਵੈਸੇ ਪੁਰਾਣੀ ਹੋ ਗਈ, ਕਈ ਸਾਲ ਖੋਹ ਕੇ ਲਿਆਉਣੀ ਪੈਣੀ ਆ। ਉਹ ਸ਼ਰਤ ਮੈਂ ਜਿੱਤਿਆ ਸੀ ਤੁਹਾਡੀ ਕਾਰ ਵਾਲੀ, ਮੇਰੀ ਗੈਰ ਹਾਜ਼ਰੀ, ਮੇਰੀ ਪੱਤਰਕਾਰੀ ਦੀ ਸ਼ਰਤ ਲੱਗੀ ਸੀ ਤੁਹਾਡੇ ਆਪਸ 'ਚ, ਕਿਸੇ ਦੋਸਤਾਂ ਨੇ ਦੱਸਿਆ ਬਾਅਦ 'ਚ। ਹਾਂਜੀ 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 ਹਾਂਜੀ, ਬਿਲਕੁਲ ਹੀ ਬਿਲਕੁਲ। ਆ ਤਾਂ 3-4 ਸਾਲ ਪਹਿਲਾਂ ਲੱਗੀ ਸੀ ਉਹ ਜੀ। ਕਾਰ ਹੈਗੀ ਕੌਣ ਵੇਚਤੀ ਫਿਰ? ਉਹ ਤੋਂ ਬਾਅਦ ਤਾਂ ਚੇਂਜ ਕਰ ਲਈ ਸੀ। ਚੇਂਜ ਕਰ ਲਈ, ਚਲੋ ਹੁਣ ਵਾਲੀ ਲੈ ਲਾਂਗੇ ਭਾਈ, ਕਾਰ ਸਾਡੀ ਹੋਇਆ ਉਹ। ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਹੀ, ਜ਼ਰੂਰ ਹੀ ਜੀ। ਤੇ ਮੈਂ ਤਾਂ ਇਹ ਬੇਨਤੀ ਕਰਨੀ ਸੀਗੀ, ਮੈਨੂੰ ਤਾਂ ਕੱਲ ਦੱਸਿਆ ਅਸਲ 'ਚ ਤੁਹਾਡੀ ਕਾਰ ਵਾਲੀ ਕਹਾਣੀ ਨਾ, ਪਰਸੋਂ ਸੁਖਵੀਰ ਦਾ ਫੋਨ ਆਇਆ ਸੀਗਾ, ਕਹਿੰਦਾ ਵੀ ਤੁਹਾਡੇ ਨਾਲ ਪਹਿਲਾਂ ਰਾਬਤਾ ਬਣਿਆ ਸੀ ਵੀ ਕਿਸੇ ਗੱਲ ਨੂੰ ਲੈ ਕੇ ਸਾਡੀ ਸ਼ਰਤ ਲੱਗੀ ਵੀ ਯਾਰ ਇਹ ਬੰਦਾ ਇੱਕ ਤਰਫਾ। ਉਹ ਕਹਿੰਦੇ ਨਹੀਂ, ਦੋਏ ਤਰਫ ਹੈ। ਕਹਿੰਦੇ ਜੀ ਕਾਰ ਦੀ ਸ਼ਰਤ ਲਾ ਲਈ, ਨਵੀਂ ਕਾਰ ਦੀ। ਹਾਂਜੀ ਹਾਂਜੀ, ਜਦੋਂ ਤੁਸੀਂ ਸਤਿਕਾਰ ਕਮੇਟੀ ਦੇ ਪ੍ਰੋਗਰਾਮ ਕੀਤਾ ਸੀਗਾ ਜੀ, ਉਦੋਂ ਮੈਨੂੰ ਵੀ ਥੋੜਾ ਬੁਰਾ ਲੱਗਿਆ ਸੀਗਾ। ਮੈਂ ਕਿਹਾ ਵੀ ਜਿਹੜੇ ਸਾਧਾਂ ਸੂਧਾਂ ਦੇ ਵੀ ਡੰਡਾ ਫੇਰਦੇ ਆ, ਵੀ ਐਵੇਂ ਕੀ ਲੋੜ ਸੀ ਪ੍ਰੋਗਰਾਮ ਕਰਨ ਦੀ। ਉਹ ਤੋਂ ਉਦੋਂ ਮਤਲਬ ਕਿ ਸ਼ਰਤ ਲਾਈ ਅਸੀਂ, ਤੇ ਪਰ ਬਾਅਦ ਚੋਂ ਕਹਿੰਦੇ ਚਲੋ ਕੋਈ ਨੀ, ਆਪਾਂ ਡਿਨਰ ਨਾਲ ਹੀ ਸਾਰ ਲੈਂਦੇ ਆ। ਉਹ ਤਾਂ ਪਿਆਰ ਹੁੰਦਾ। ਹਾਂਜੀ 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 ਹਾਂਜੀ। ਤੇ ਕਿਉਂਕਿ ਉਦੋਂ ਬਾਅਦ ਤੁਸੀਂ ਉਹਨਾਂ ਨੂੰ ਲੈ ਆਏ ਸੀਗੇ ਜਿਹੜੇ ਆਪਣਾ ਦੂਜਾ ਪੱਖ ਵੀ ਬਣਾਇਆ ਸੀ ਨਾ ਨੇ, ਪੇਸ਼ ਕੀਤਾ। ਹਾਂਜੀ ਹਾਂਜੀ, ਗਊ ਸੰਸਥਾਵਾਂ ਵਾਲਾ ਸੀਗਾ ਜੀ, ਜਿਹੜਾ ਪਟਿਆਲੇ ਦਾ ਤੁਹਾਡਾ ਸੀਗਾ, ਉਹ ਬੰਦਾ ਜਿਹੜਾ ਵਿੱਚ ਹੀ ਭੱਜ ਗਿਆ ਸੀਗਾ ਤੁਹਾਡੇ ਪ੍ਰੋਗਰਾਮ ਚੋਂ, ਤੇ ਉਹਨੂੰ ਲੈ ਆਏ ਤਾਂ ਕਰਕੇ। ਹਾਂਜੀ, ਬਸ ਏਦਾਂ ਹੀ। ਤੇ ਮੈਂ ਤਾਂ ਬੇਨਤੀ ਕਰਨੀ ਸੀ ਕਿ ਨਾ ਇੱਕ ਆਪਣੀ ਵੈਬਸਾਈਟ ਤੇ ਤੁਸੀਂ ਉਹ ਡੋਨੇਸ਼ਨ ਵਾਲੀ ਆਪਸ਼ਨ ਜ਼ਰੂਰ ਲਾਓ, ਤਾਂ ਜੋ ਜੇ ਕੋਈ ਵੀ ਸਪੋਰਟ ਕਰਨੀ ਚਾਹੁੰਦਾ ਐਟਲੀਸਟ ਕਰ ਸਕਦਾ ਹੋਵੇ। ਓਕੇ, ਮੈਂ ਦੇਖਿਆ ਨਹੀਂ, ਉਹ ਟੀਮ ਵਾਲਿਆਂ ਨੂੰ ਕਿਹਾ ਤਾਂ ਸੀਗਾ, ਕਹਿੰਦੇ ਬਣਾਈ ਹੈ ਸ਼ਾਇਦ, ਨਹੀਂ ਮੈਂ ਚੈੱਕ ਨਹੀਂ ਕੀਤਾ ਵੈਸੇ ਅਜੇ। ਹਾਂਜੀ, ਤਾਂ ਜੋ ਤੇ ਡੋਨੇਸ਼ਨ ਵਾਲੀ ਆਪਸ਼ਨ ਤੇ ਕਲਿੱਕ ਹੋ ਕੇ ਐਟਲੀਸਟ ਜੋ ਵੀ ਆਪਾਂ ਸਪੋਰਟ ਕਰ ਸਕਦੇ ਹਾਂ ਉਨੀ ਕੁ ਕਰ ਸਕਦੇ ਹੋ ਜੀ।
ਠੀਕ ਹੈ। ਤੇ ਬਾਕੀ ਪ੍ਰੋਗਰਾਮ ਤਾਂ ਤੁਹਾਡਾ ਹੁਣ ਕਿੰਨੇ ਹੀ ਸਾਲ ਹੋ ਗਏ ਸੁਣਦੇ ਨੂੰ, ਇਹਦੇ ਬਾਰੇ ਤਾਂ ਹੁਣ ਕਹਿ ਵੀ ਕੀ ਸਕਦੇ ਆ ਜੀ, ਬਹੁਤ ਮਿਹਰਬਾਨੀ ਗੁੱਡੀ ਗਾਗੋਵਾਲ ਹੁੰਦਾ ਸਾਹਿਬ। ਜੀ। ਤੁਹਾਡੇ ਤੇ ਪਿੰਡਾਂ ਹਾਂਜੀ ਵੱਲ ਤੇ ਕਿੱਦਾਂ ਗਾਗੋਵਾਲ ਸਾਹਿਬ, ਕਿਵੇਂ ਸਥਿਤੀ ਬਣ ਰਹੀ ਹੈ? ਕਿਉਂਕਿ ਦੇਖੋ ਪਿੰਡਾਂ 'ਚ ਨਾ ਕਿਸਾਨ ਬਹੁਤ ਲਾਮਬੰਦ ਹੋ ਰਹੇ ਨੇ 26 ਤਰੀਕ ਦੇ ਕਿਸਾਨ ਮਾਰਚ ਨੂੰ ਲੈ ਕੇ, ਤੇ ਮੋਦੀ ਵੀ ਆਪਣੀ ਹਾਂਜੀ ਜਿੱਦ ਤੇ ਅੜੇ ਹੋਏ ਨੇ। ਸੁਪਰੀਮ ਕੋਰਟ ਵੀ ਜਿਹੜਾ ਦਿਨ ਪਰ ਦਿਨ ਸਖਤ ਹੋ ਰਹੀ ਹੈ ਅੰਦੋਲਨ ਤੇ। ਕੀ ਸਥਿਤੀ ਕੋਈ ਮਤਲਬ ਐਕਸ਼ਨ ਕਰ ਸਕਦਾ? ਜਿਵੇਂ ਕਿਸਾਨ ਇਹ ਹਿੰਸਕ ਹੋ ਰਹੇ ਨੇ ਨਾ, ਜਿਵੇਂ ਇੱਥੇ ਹੋ ਗਏ, ਜੇ ਕਿਤੇ ਬਾਰਡਰ ਤੇ ਹਿੰਸਕ ਹੋ ਗਏ ਨਾ, ਪੁਲਿਸ ਨੂੰ ਫੋਰਸ ਵਰਤਣ ਦਾ ਜਿਹੜਾ ਬਹਾਨਾ ਮਿਲ ਜਾਣਾ, ਉਸ ਦੌਰਾਨ ਸਰਕਾਰਾਂ ਪ੍ਰਵਾਹ ਨਹੀਂ ਕਰ ਦਿੰਦੀਆਂ ਹੁੰਦੀਆਂ। ਪਰ ਇਸ ਵਕਤ ਜੇ ਸਰਕਾਰ ਨੇ ਗਲਤੀ ਕੀਤੀ, ਦੂਜਾ ਜਲਿਆਂਵਾਲਾ ਬਾਗ ਬਣ ਜਾਣਾ। ਫਿਰ ਵੀ ਪਿੰਡਾਂ 'ਚ ਕੀ ਚੱਲ ਰਿਹਾ ਤੁਹਾਡੇ ਮਾਨਸਾ ਸਾਈਡ? ਜੀ ਜਿਵੇਂ ਸਾਡੇ ਜਿਵੇਂ ਨਾ ਪੂਰੀ ਐ ਤਾਂ ਚੜ੍ਹਦੀ ਕਲਾ 'ਚ ਹੀ ਆ ਸਾਰੇ ਲੋਕ, ਜਿਵੇਂ ਕਹੀਏ ਜਿਵੇਂ ਸਾਡੇ ਪਿੰਡੋਂ ਪਹਿਲਾਂ ਕਦੇ ਨਹੀਂ ਕੋਈ ਕਿਸਾਨ ਯੂਨੀਅਨ ਨਾਲ ਜਾਂਦਾ ਸੀਗਾ, ਕਿਉਂਕਿ ਸਾਰੇ ਸੋਚਦੇ ਸੀਗੇ ਵੀ ਇਹ ਆਪ ਦੀ ਖਾਤਰ ਤੁਰੇ ਫਿਰਦੇ ਆ, ਤੇ ਕਿਉਂਕਿ ਇਹਨਾਂ ਦੀ ਬਦਨਾਮੀ ਕਾਫੀ ਹੋ ਚੁੱਕੀ ਸੀ ਕਿਸਾਨ ਯੂਨੀਅਨ ਦੇ ਲੀਡਰਾਂ ਦੀ। ਤੇ ਪਰ ਜਿੰਨੀ ਕੁ ਮੇਰੀ ਸੁਰਤ ਆਈ, ਤੇ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਸਾਡੇ ਪਿੰਡੋਂ ਵੀ ਹੁਣ 2 ਟਰਾਲੀਆਂ ਜਿੱਦਾਂ ਜਾਂਦੀਆਂ ਨੇ, 2 ਆਉਂਦੀਆਂ ਨੇ, 2 ਜਾਂਦੀਆਂ 2 ਆਉਂਦੀਆਂ ਤਾਂ। ਤੇ ਨਹੀਂ ਤਾਂ ਸਾਡੇ ਪਿੰਡੋਂ ਇੱਕ ਬੰਦਾ ਵੀ ਕਦੇ ਕਿਸਾਨ ਯੂਨੀਅਨ ਨਾਲ ਨਹੀਂ ਗਿਆ ਸੀਗਾ। ਮੈਨੂੰ 15-20 ਸਾਲ ਮਤਲਬ ਮੇਰੀ ਸੁਰਤ ਸਾਂਭੀ ਨੂੰ, ਜਿਵੇਂ ਮੈਂ ਕਹਿ ਸਕਦਾ, ਦੇਖਿਆ ਹੀ ਕਦੇ ਕੋਈ ਜਾਂਦਾ ਹੀ ਨਹੀਂ ਸੀਗਾ। ਸੋ ਲੋਕ ਜਾ ਰਹੇ ਆ ਜੀ, ਪੂਰਾ ਜਜ਼ਬਾ ਹੈਗਾ। ਮੇਰੇ ਫਾਦਰ ਸਾਹਿਬ ਵੀ ਹੁਣ ਉੱਥੇ ਹਫ਼ਤਾ ਲਾ ਕੇ ਆਇਆ, ਉੱਥੋਂ ਹੀ ਗਏ ਸੀਗੇ। ਉਹ ਤੋਂ ਬਾਅਦ ਹਫ਼ਤਾ ਕੁ ਘਰੇ ਲਾ ਕੇ, ਉਹ ਤੋਂ ਬਾਅਦ ਹਫ਼ਤਾ ਉੱਥੇ ਲਾ ਕੇ ਆਇਆ ਹੁਣ ਦਿੱਲੀ। ਤੇ ਉਹ ਵੀ ਕਹਿੰਦੇ ਵੀ ਉੱਥੇ ਵੀ ਪੂਰੇ, ਜਿਵੇਂ ਦਿੱਲੀ 'ਚ ਵੀ ਉਹਨਾਂ ਨੇ ਦੱਸਿਆ ਪੂਰੇ ਪ੍ਰਬੰਧ ਨੇ, ਕੋਈ ਜੀ ਕਿਸੇ ਗਾਗੋਵਾਲ ਤਰ੍ਹਾਂ ਦੀ ਕੋਈ ਸਾਹਿਬ। ਹੁੱਲੜਬਾਜ਼ੀ ਨਹੀਂ ਅੱਜ ਦੇ ਟਾਈਮ 'ਚ। ਹਾਂਜੀ ਹਾਂਜੀ ਗਾਗੋਵਾਲ ਸਾਹਿਬ, ਸੋ ਫਿਲਹਾਲ ਤਾਂ ਲੱਗਦਾ ਪੂਰਾ ਜਜ਼ਬਾ। ਆਵਾਜ਼ ਤੁਹਾਡੀ ਡਿਸਕਨੈਕਟ ਹੋ ਗਈ ਹਾਂਜੀ ਹੈ। ਹੁਣ ਆ ਰਹੀ ਹੈ ਜੀ ਆਵਾਜ਼? ਹੈਲੋ ਜੀ ਹੈਲੋ, ਗਾਗੋਵਾਲ ਸਾਹਿਬ, ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ ਜੀ। ਹੈਲੋ, ਹੁਣ ਆ ਰਹੀ ਹੈ ਜੀ? ਹਾਂਜੀ ਗਾਗੋਵਾਲ ਸਾਹਿਬ, ਆਵਾਜ਼ ਆ ਰਹੀ ਹੈ? ਲੱਗਦਾ ਚਲਦੇ ਚਲਦੇ ਗੱਲ ਘਟ ਗਈ ਹੈ। ਜਿਸ ਤਰ੍ਹਾਂ ਬਾਈ ਜੀ ਹੋਰਾਂ ਨੇ ਦੱਸਿਆ ਕਿ ਕਾਫੀ ਦਿੱਕਤ ਜਿਹੜੀ ਹੈ ਹੋਣ ਦੇ ਬਾਵਜੂਦ ਵੀ ਕਿਸਾਨ ਪੂਰੀ ਚੜ੍ਹਦੀ ਕਲਾ 'ਚ ਨੇ। ਮੈਂ ਜ਼ਿਕਰ ਕਰ ਰਿਹਾ ਸੀ ਕਿ 1993 ਦੇ ਵਿੱਚ, ਜਾਣੀ ਕਿ 28 ਸਾਲ ਪਹਿਲਾਂ, ਇਸੇ ਤਰ੍ਹਾਂ ਬਿਜਲੀ ਦੇ ਮਾਮਲੇ ਦੇ ਵਿੱਚ ਜਦੋਂ ਬਖੇੜਾ ਪਿਆ ਸੀ, ਤਾਂ ਕਿਸਾਨਾਂ ਨੇ ਚੌਧਰੀ ਭਜਨ ਲਾਲ ਦੀ ਸਟੇਟ ਰੈਲੀ ਦੇ ਵਿੱਚ ਇਹੀ ਕੁਛ ਕੀਤਾ ਸੀ। ਤੇ ਇਹ ਦੋਨੇ ਅੰਦੋਲਨ ਜਿਹੜੇ ਨੇ ਲੋਹੜੀ ਤੋਂ ਪਹਿਲਾਂ ਹੋਏ ਸੀਗੇ। 7 ਜਨਵਰੀ 1993 ਨੂੰ ਕਿਸਾਨਾਂ ਨੇ ਚੌਧਰੀ ਭਜਨ ਲਾਲ ਦੀ ਰੈਲੀ ਦੇ ਵਿੱਚ ਅੰਦੋਲਨ ਕਰਨ ਤੋਂ ਪਹਿਲਾਂ ਚੇਤਾਵਨੀ ਵੀ ਦਿੱਤੀ ਸੀ, ਐਲਾਨ ਵੀ ਕੀਤਾ ਸੀ ਕਿ ਪਹਿਲਾਂ ਸਾਡੀਆਂ ਮੰਗਾਂ ਦੇ ਬਾਰੇ ਸੋਚੋ, ਨਹੀਂ ਤੇ ਤੁਹਾਨੂੰ ਰੈਲੀ ਨਹੀਂ ਕਰਨ ਦੇਵਾਂਗੇ। ਹੁਣ ਵੀ ਲਗਾਤਾਰ ਜਿਹੜਾ ਹੈਗਾ ਇਸ ਮਾਮਲੇ 'ਚ ਕਿਸਾਨਾਂ ਨੇ ਬਾਰ-ਬਾਰ ਬੇਨਤੀਆਂ ਕੀਤੀਆਂ ਨੇ, ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਜਿਸ ਦੌਰਾਨ ਇਹ ਜਿਹੜਾ ਉਦੋਂ ਕਾਂਗਰਸ ਦੀ ਸਰਕਾਰ ਸੀ, ਤੇ 28 ਸਾਲ ਬਾਅਦ ਜਿਹੜਾ ਕਰਨਾਲ ਦੇ ਕੈਮਲਾ ਦੇ ਵਿੱਚ ਜਿਹੜਾ ਭਜਨ ਲਾਲ ਮਨੋਹਰ ਲਾਲ ਖੱਟੜ ਦੀ ਰੈਲੀ ਦੇ ਵਿੱਚ ਜੋ ਕੁਛ ਹੋਇਆ, ਸੋ ਖਾਤਰੇ ਨੂੰ ਵੇਖਦਿਆਂ ਖੱਟੜ ਦਾ ਹੈਲੀਕਾਪਟਰ ਉਡਣ ਖਟੋਲਾ ਵੀ ਆਵਾਜਾਈ ਜਿਹੜਾ ਅਟਕਿਆ ਰਿਹਾ, ਖਟਕਿਆ ਰਿਹਾ, ਨੇੜੇ ਨਹੀਂ ਫਟਕਿਆ। ਹਾਲਾਂਕਿ 15 ਕੰਪਨੀਆਂ ਲਗਾਈਆਂ ਗਈਆਂ ਸੀ। ਕਰਨਾਲ ਰੇਂਜ ਦੇ ਆਈਜੀ ਭਾਰਤੀ ਅਰੋੜਾ ਨੇ ਦੱਸਿਆ ਕਿ ਕਰਨਾਲ ਦਾ ਜਿਹੜਾ ਅਨੁਭਵ ਹੈ ਬਹੁਤ ਪੁਰਾਣਾ, ਉਹ ਇੱਥੇ ਪਹਿਲਾਂ ਵੀ ਐਸਪੀ ਰਹਿ ਚੁੱਕੀ ਹੈ। ਇਸ ਕਾਰਨ ਉਸਨੇ ਪੂਰੇ ਸੰਜਮ ਤੋਂ ਕੰਮ ਲਿਆ। ਜੇ ਕਿਤੇ ਸਖਤੀ ਕਰ ਦਿੰਦੇ ਤਾਂ ਫਿਰ ਇਹ ਖੂਨ ਖਰਾਬਾ ਵੱਧ ਸਕਦਾ ਸੀ, ਕਿਉਂਕਿ ਪਹਿਲਾਂ 2 ਕਿਸਾਨਾਂ ਦੀ ਜਾਨ ਗਈ ਸੀ। ਬੜਾ ਵੱਡਾ ਅੰਦੋਲਨ ਜਿਹੜਾ ਹੈਗਾ ਭਜਨ ਲਾਲ ਨੂੰ ਝੱਲਣਾ ਪਿਆ ਸੀ। ਤੇ ਉਦੋਂ ਇਹ ਨਰਸਿੰਘ ਕੈਂਥਲ ਜ਼ਿਲ੍ਹੇ ਦੇ ਵਿੱਚ ਹੋਇਆ ਸੀ, ਤੇ ਹੁਣ ਇਹ ਕੈਮਲਾ ਦੇ ਵਿੱਚ ਹੋਇਆ ਕਰਨਾਲ। ਕਿਉਂਕਿ ਕਰਨਾਲ ਦੀ ਜੇ ਫਿਤਰਤ ਹੈ ਨਾ, ਕਰਨਾਲ ਦਾ ਜੇ ਹਾਲ ਵੇਖਿਆ ਜਾਵੇ, ਇੱਥੇ ਸਤਨਾਮੀ ਸਾਧੂਆਂ ਨੇ ਨਾ, ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ ਹੈ, ਉਸ ਤੋਂ ਕੁਝ ਸਮਾਂ ਪਹਿਲਾਂ ਇੱਥੋਂ ਦੇ ਜਿਹੜੇ ਸਤਨਾਮੀ ਸਾਧੂ ਨੇ, ਉਹ ਕਬੀਰ ਪੰਥੀ ਨੇ। ਉੱਦਾਂ ਭਾਵੇਂ ਹਿੰਦੂ ਭਾਈਚਾਰਾ ਸੀ, ਪਰ ਉਹ ਬਹੁਤ ਤਰਕ ਵਾਲੇ ਲੋਕ ਸੀਗੇ। ਉਹਨਾਂ ਨੇ ਮੁਗਲ ਬਾਦਸ਼ਾਹ ਦੇ ਨਾਲ ਬਹੁਤ ਟੱਕਰ ਲਈ ਸੀ। ਸਤਨਾਮੀ ਅਖਾੜੇ ਵੀ ਨੇ, ਸਤਨਾਮੀ ਸਾਧੂ ਨੇ, ਉਹਨਾਂ ਦੇ ਬਾਰੇ ਵੀ ਦੱਸਾਂਗੇ। ਸੋ ਇਹ ਖਿੱਤਾ ਵੀ ਇਹ ਨਹੀਂ ਕਿ ਜੁਝਾਰੂ ਸਿਰਫ ਪੰਜਾਬ 'ਚ ਨੇ, ਜੁਝਾਰੂ ਹਰਿਆਣਾ 'ਚ ਵੀ ਨੇ। ਇੱਥੋਂ ਦੇ ਜਾਟਾਂ ਨੇ ਬੜੀਆਂ ਲੜਾਈਆਂ ਲੜੀਆਂ ਪਹਿਲਾਂ ਵੀ, ਤੇ ਬਾਹਰੀ ਹਮਲਾਵਰਾਂ ਨੂੰ ਖਦੇੜਿਆ। ਪਰ ਸਤਨਾਮੀ ਸਾਧੂਆਂ ਨੇ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ, ਉਸ ਤੋਂ ਪਹਿਲਾਂ ਇਹਨਾਂ ਦੇ ਗੁਰੂ ਦੀ ਵੀ ਸ਼ਹਾਦਤ ਹੋਈ ਸੀ, ਉਸੇ ਜਗ੍ਹਾ ਜਿਸ ਜਗ੍ਹਾ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨਰ ਆ ਚੁੱਕੇ ਹੋ 95 0। ਸਤਿ ਸ਼੍ਰੀ ਅਕਾਲ ਜੀ, ਉਹ ਕੌਣ ਬੋਲ ਰਹੇ ਹੋ?
ਮੈਂ ਵੀਰ ਜੀ ਪਹਿਲੀ ਵਾਰੀ ਫੋਨ ਕੀਤਾ, ਕੈਨੇਡਾ ਤੋਂ ਬੋਲਦੇ ਸੀ। ਹਾਂ ਭੈਣ ਰਾਣੀ, ਕੋਈ ਗੱਲ ਨਹੀਂ, ਤੁਸੀਂ ਪਹਿਲੀ ਵਾਰੀ ਕੀਤਾ, ਫੋਨ ਕਰਦੇ ਰਹੋਗੇ ਆਪਣੇ ਵੀਰੇ ਦੇ ਪ੍ਰੋਗਰਾਮ ਦੇ ਵਿੱਚ। ਜਿਹੜੇ ਆਪਣੇ ਵੀਰ ਬਾਰਡਰ ਤੇ ਨੇ, ਬੇਬਿਆਂ, ਤਾਈਆਂ, ਚਾਚੀਆਂ ਸਾਰੀਆਂ ਬਾਰਡਰ ਤੇ ਨੇ, ਕੀ ਲੱਗਦਾ ਇਦਾਂ ਦੇ ਅੰਦੋਲਨ ਬਾਰੇ ਤੁਸੀਂ ਕਦੇ ਸੋਚਿਆ ਸੀਗਾ ਵੀ ਮਤਲਬ ਬੀਬੀਆਂ ਵੀ ਜਾਣ? ਅੱਗੇ ਕਹਿੰਦੇ ਸੀ ਛੱਡੋ ਪਰਾਂ, ਪੱਕੇ ਲੋਕ ਹੀ ਜਾਂਦੇ ਸੀਗੇ, ਆਮ ਲੋਕ ਨਹੀਂ ਸੀ ਜਾਂਦੇ। ਪਰ ਹੁਣ ਹਰ ਬੰਦਾ, ਆਰਮੀ ਦੇ ਆਫੀਸਰ ਤੇ ਬੈਂਕਾਂ ਦੇ ਆਫੀਸਰ, ਬੀਬੀਆਂ, ਪ੍ਰੋਫੈਸਰ, ਟੀਚਰ, ਹਰ ਬੰਦਾ ਕਹਿੰਦਾ, ਡਾਕਟਰ ਕਹਿੰਦੇ ਅਸੀਂ ਵੀ ਜਾਣਾ। ਕੀ ਚੇਂਜ ਵੇਖਦੇ ਹੋ, ਕੀ ਤਬਦੀਲੀ ਵੇਖਦੇ ਹੋ ਭੈਣ ਜੀ ਇਹ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਟਵਾਣਾ ਸਾਹਿਬ ਬੋਲਦੇ? ਹਾਂਜੀ ਬੋਲ ਰਹੇ ਹਾਂ ਜੀ। ਕੌਣ ਸਾਹਿਬ ਬੋਲ ਰਹੇ ਤੁਸੀਂ? ਟਵਾਣੇ ਵੀਰੇ, ਮੈਂ ਕੈਨੇਡਾ ਤੋਂ ਬੋਲਦਾ ਵਾਂ। ਕੁਝ ਦਿਨ ਪਹਿਲਾਂ ਤੁਹਾਡੇ ਕੋਲੇ ਇੱਕ ਬੰਦੇ ਨੇ ਫੋਨ ਕੀਤਾ ਸੀਗਾ, ਜਿਹੜੇ ਬੰਦੇ ਦੀਆਂ ਅੱਖਾਂ ਤੇ ਲੱਗੀਆਂ ਸੀ ਸਪਰੇਅ ਕਰਨ। ਹਰਪ੍ਰੀਤ ਸਿੰਘ ਸੀ ਮੁੰਡਾ, ਹੋਬੇਵਾਲ ਤੋਂ। ਹਾਂਜੀ, ਪੰਜਾਬ ਤੇ ਗੱਲ ਹੋਈ ਸੀ ਜੀ। ਮੈਨੂੰ ਨੰਬਰ ਦੇ ਸਕਦੇ ਹੋ ਜੀ ਉਹਦਾ, ਮੁੰਡੇ ਦਾ? ਉਹਨਾਂ ਦਾ ਨੰਬਰ ਤੁਸੀਂ ਮੇਰੇ ਤੋਂ ਬਾਅਦ ਚ ਲੈ ਲਿਓ। ਤੇ ਕਦੋਂ ਕਿ ਮੈਂ ਹੁਣ ਕੈਨੇਡਾ, ਸਾਡੇ ਹੁਣ ਇਸ ਟਾਈਮ ਸ਼ਾਮ ਪਈ ਆ। ਇਹਦੇ ਤੇ WhatsApp ਹੈਗਾ ਤੁਹਾਡਾ ਇਸ ਨੰਬਰ ਤੇ? ਹਾਂਜੀ, ਇਸ ਨੰਬਰ ਤੇ WhatsApp ਚੱਲਦਾ ਜਿਹੜਾ 95013604? ਨਹੀਂ ਵੀਰ ਜੀ, ਤੁਸੀਂ ਮੇਰੇ ਹਾਲ ਲੈ ਲਓ ਤੁਸੀਂ। ਹਾਂ, ਮੈਨੂੰ ਨੰਬਰ ਬੋਲ ਦਿਓ ਪਲੀਜ਼। 604 417। ਹਾਂਜੀ, 417 604 417 9985 9985 604 417 9985, है ना? ठीक है जी जी। कोई नहीं, मैं ਤੁਹਾਨੂੰ ਆਪੇ ਮੈਸੇਜ ਛੱਡ ਦਾਂਗਾ। ਤਕਰੀਬਨ 1 ਘੰਟਾ 20 ਮਿੰਟ ਰਹਿੰਦਾ ਮੇਰਾ ਪ੍ਰੋਗਰਾਮ ਸਮਾਪਤ ਹੋਣ ਚ, ਉਦੋਂ ਬਾਅਦ ਮੈਂ ਤੁਹਾਨੂੰ ਮੈਸੇਜ ਕਰਦਾ। ਠੀਕ ਹੈ ਜੀ, ਮਿਹਰਬਾਨੀ ਤੁਹਾਡੀ ਬੜੀ ਵੀਰ ਜੀ, ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ। ਸੋ ਇਸ ਵਕਤ ਰੇਡੀਓ ਤੇ ਗੱਲਬਾਤ ਚੱਲ ਰਹੀ ਹੈ ਕਿ ਜਿਹੜੇ ਸਤਨਾਮੀ ਸਾਧੂ ਸੀਗੇ ਉਹ ਵੀ ਬਹੁਤ ਸਿਰੜੀ ਲੋਕ ਸੀ, ਉਹ ਥੋੜ੍ਹਾ ਕਬੀਰ ਪੱਖੀ ਨਜ਼ਰੀਏ ਦੇ ਲੋਕ ਸੀਗੇ। ਸੋ ਉਹਨਾਂ ਨੇ ਵੀ ਵੱਡੀਆਂ ਸ਼ਹਾਦਤਾਂ, ਕੁਰਬਾਨੀਆਂ ਨੇ ਜਿਹੜੀਆਂ ਦਿੱਤੀਆਂ ਸੀ, ਮੁਗਲ ਬਾਦਸ਼ਾਹ ਦੇ ਨਾਲ ਟੱਕਰ ਲਈ ਸੀ 6ਵੀਂ ਪਾਤਸ਼ਾਹੀ ਦੇ ਵਕਤ, 9ਵੀਂ ਪਾਤਸ਼ਾਹੀ ਦੇ ਵਕਤ। ਅਤੇ ਇਸ ਅੰਦੋਲਨ ਦੇ ਵਿੱਚ ਬੜੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ। ਅੱਜ ਜਿਸ ਤਰ੍ਹਾਂ ਅੱਜ ਦਾ ਦਿਨ ਕਾਫੀ ਜਿਹੜਾ ਹੈਗਾ ਕਿਸਾਨਾਂ ਦੇ ਵਾਸਤੇ ਸਖਤ ਵੀ ਹੋ ਸਕਦਾ ਹੈ ਅਤੇ ਸਹਾਈ ਵੀ ਹੋ ਸਕਦਾ ਹੈ। ਕਿ ਜਿਸ ਤਰ੍ਹਾਂ ਭਾਰਤ ਦੀ ਸੁਪਰੀਮ ਕੋਰਟ ਦੇ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਿਨ੍ਹਾਂ ਦਾ ਤਾਲੁਕ ਨਾਗਪੁਰ ਦੇ ਨਾਲ ਹੈ ਅਤੇ ਇਹਨਾਂ ਦੇ ਫਾਦਰ ਸਾਹਿਬ ਵੀ RSS ਦੇ ਵਕੀਲ ਰਹੇ ਨੇ, ਇਹਨਾਂ ਚੀਫ ਜਸਟਿਸ ਆਫ ਇੰਡੀਆ ਦੀਆਂ ਜੇ ਪਿਛਲੇ ਸਮੇਂ ਦੀਆਂ ਜਿਹੜੀਆਂ ਸਟੇਟਮੈਂਟ ਵੇਖੀਆਂ ਜਾਵੇ ਤਾਂ 16 ਦਸੰਬਰ ਨੂੰ ਸੁਣਵਾਈ ਦੇ ਦੌਰਾਨ ਇਹਨਾਂ ਦੀ ਸਟੇਟਮੈਂਟ ਸੀ ਕਿ ਕਿਸਾਨਾਂ ਦੇ ਮੁੱਦੇ ਦਾ ਹੱਲ ਨਾ ਹੋਇਆ ਤਾਂ ਇਹ ਰਾਸ਼ਟਰੀ ਮੁੱਦਾ ਬਣੇਗਾ। ਇਸ ਤੋਂ ਬਾਅਦ 6 ਜਨਵਰੀ ਨੂੰ ਸੁਣਵਾਈ ਹੋਈ ਸੀ ਅਤੇ ਉਦੋਂ ਉਹਨਾਂ ਨੇ ਆਖਿਆ ਸੀਗਾ ਕਿ ਕੇਂਦਰ ਸਿਰਫ ਇਸ ਨੂੰ ਗੱਲਬਾਤ ਦੇ ਰਾਹੀਂ ਇਸ ਦਾ ਜਲਦੀ ਹੱਲ ਕੱਢੇ। ਕੇਂਦਰ ਨੇ ਕਿਹਾ ਸੀਗਾ ਕਿ ਗੱਲਬਾਤ ਰਾਹੀਂ ਉਹ ਜਲਦੀ ਹੱਲ ਕੱਢਣਗੇ। ਅਤੇ 7 ਜਨਵਰੀ ਨੂੰ ਫਿਰ ਚੀਫ ਜਸਟਿਸ ਆਫ ਇੰਡੀਆ ਨੇ ਚਿੰਤਾ ਪ੍ਰਗਟ ਕੀਤੀ ਸੀ ਕਿ ਕਿਤੇ ਮਰਕਜ਼ ਵਾਲੇ ਹਾਲਾਤ ਨਾ ਬਣ ਜਾਣ। ਤੁਹਾਨੂੰ ਚੇਤੇ ਹੋਣਾ ਜਦੋਂ ਜਿਹੜਾ ਕੋਵਿਡ ਫੈਲਿਆ ਸੀਗਾ ਉਦੋਂ ਵੀ ਮਰਕਜ਼ ਦੇ ਵਿੱਚ ਭਾਵੇਂ ਕੁਝ ਅਜਿਹਾ ਨਹੀਂ ਸੀਗਾ, ਪਰ ਉਹਨੂੰ ਬਹੁਤ ਉਭਾਰ ਕੇ ਪੇਸ਼ ਕੀਤਾ ਗਿਆ ਸੀ। ਸੋ ਸੁਪਰੀਮ ਕੋਰਟ ਦੀਆਂ ਇਹ ਚਿੰਤਾਵਾਂ ਕਿਸੇ ਸਖਤ ਸਟੇਟਮੈਂਟ 'ਚ ਬਦਲ ਸਕਦੀਆਂ ਨੇ। ਜਦ ਤੱਕ ਕਾਨੂੰਨ ਰੱਦ ਹੋ ਸਕਦੇ ਆਪਣੇ ਤੌਰ 'ਤੇ ਕਰ ਸਕਦੇ, ਜਾਂ ਸਟੇਟਸ ਕੋ ਕਿ ਐਜ਼ ਇਟ ਇਜ਼ ਰਹਿਣ ਦਿਓ, ਅਤੇ ਜਾਂ ਫਿਰ ਕਿਸਾਨਾਂ ਨੂੰ ਉੱਥੋਂ ਜਬਰੀ ਉਠਾਉਣ ਦਾ ਹੁਕਮ ਸੁਪਰੀਮ ਕੋਰਟ ਦੇ ਸਕਦਾ ਅਤੇ ਮੋਦੀ ਸਰਕਾਰ ਨੂੰ ਇਹ ਰਾਸ ਆਏਗਾ, ਪਰ ਇਹ ਮਹਿੰਗਾ ਬਹੁਤ ਪਏਗਾ। ਬਾਈ ਜੀ ਹਰਵਿੰਦਰ ਸਿੰਘ ਸਿੰਗਾਪੁਰ ਤੋਂ? ਨਹੀਂ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਹਰਵਿੰਦਰ ਜੌਲ ਬੋਲਦੀ ਹਾਂ ਜੀ। ਅੱਛਾ, ਭੈਣ ਰਾਣੀ ਹਰਵਿੰਦਰ ਜੌਲ, ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ, ਤੇ ਮੈਂ ਤਾਂ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰ। ਹਾਂਜੀ ਹਾਂਜੀ ਭੈਣ ਰਾਣੀ, ਕੀ ਲੱਗਦਾ ਹੈ ਕਿ ਇਸ ਅੰਦੋਲਨ 'ਚ, ਮੈਂ ਥੋੜ੍ਹਾ ਜਿਹਾ ਪੁੱਛਣਾ ਚਾਹਾਂਗਾ, ਤੁਹਾਡੀ ਪੰਜਾਬ ਗੱਲ ਹੁੰਦੀ ਹੋਣੀ ਹੈ ਕਿ ਜਿਵੇਂ ਬੀਬੀਆਂ ਜਿਹੜੀਆਂ ਨੇ ਇਸ ਅੰਦੋਲਨ 'ਚ ਸ਼ਾਮਲ ਹੋਈਆਂ ਨੇ, ਬੀਬੋ ਛੋਟੀ ਕੁੜੀ ਨੂੰ ਕਹਿ ਦਿੰਦੇ ਆ ਨਾ, ਬੀਬੀ ਸਤਿਕਾਰ ਦੇ ਤੌਰ 'ਤੇ ਮਾਂ ਨੂੰ ਵੀ ਕਹਿ ਦਿੰਦੇ ਆ। ਸੋ ਇਹ ਬੀਬੀਆਂ, ਬੇਬਿਆਂ ਬਾਣੀ ਪਾਈ ਫਿਰਦੀਆਂ ਸਰਕਾਰਾਂ ਨੂੰ, ਕੀ ਲੱਗਦਾ ਹੈ ਜੀ?
ਇਹ ਇੱਕ ਬਹੁਤ ਹੀ ਆਪਣੇ ਜਿਹੜੀ ਸੁਸਾਇਟੀ ਆ ਉਹਦਾ ਇੱਕ ਪੋਜ਼ਿਟਿਵ ਰੂਪ ਆਪਣੇ ਜਿਹੜੇ ਖਾਸ ਕਰ ਪੰਜਾਬ 'ਚ ਕਿੰਨੀ ਰਿਸਟ੍ਰਿਕਸ਼ਨ ਹੁੰਦੀਆਂ ਨੇ ਲੇਡੀਜ਼ ਨੂੰ, ਦਰਵਾਜ਼ਾ ਨਹੀਂ ਖੋਲਣ ਜਾ ਸਕਦੀਆਂ, ਮਤਲਬ ਕਿ ਘਰੋਂ ਬਾਹਰ ਨਿਕਲਣ ਨਹੀਂ ਦੇਣਾ ਉਹਨਾਂ ਨੂੰ, ਹਨਾ। ਤੇ ਛੋਟੀਆਂ ਬੱਚੀਆਂ ਨੇ ਜਿਹੜੀਆਂ ਆਪਣੀਆਂ, ਉਹਨਾਂ ਨੂੰ ਤੁਸੀਂ ਮਤਲਬ ਬਹੁਤ ਹੀ ਤਰ੍ਹਾਂ ਦੀਆਂ ਰਿਸਟ੍ਰਿਕਸ਼ਨ ਨੇ। ਆਪਾਂ ਨੂੰ ਹੁਣ ਆਪਣੇ ਘਰਾਂ ਦੇ ਵਿੱਚ, ਆਪਣੇ ਘਰਾਂ 'ਚ ਤਾਂ ਨਹੀਂ ਪਰ ਮਤਲਬ ਬਹੁਤ ਸੁਸਾਇਟੀ 'ਚ ਆਪਣੀ ਪਤਾ ਉਹਨਾਂ ਨੂੰ ਕਿਵੇਂ ਰੱਖਿਆ ਜਾਂਦਾ ਹੈ ਨਾ। ਬੀਬੀਆਂ ਨੂੰ ਵੀ ਤੁਸੀਂ ਬਸ ਘਰ ਦੇ ਕੰਮ ਤੱਕ ਰਹੋ, ਬਾਹਰ ਦਾ ਤੁਹਾਡਾ ਬੰਦੇ ਚੌਧਰ ਹੁੰਦੀ ਹੋਈ ਆ, ਤੁਹਾਨੂੰ ਪਤਾ ਹੀ ਆਪਣੇ ਸੁਸਾਇਟੀ 'ਚ। ਤੇ ਉਹ ਸਾਰਾ ਕੁਛ ਟੁੱਟ ਗਿਆ। ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਾਨੂੰ ਇਹਨਾਂ ਤੋਂ ਬੰਦਿਆਂ ਨੂੰ ਵੀ ਇਸ ਗੱਲ ਦਾ ਹੋ ਗਿਆ ਅਹਿਸਾਸ ਵੀ ਇਹਨਾਂ ਦੀ ਸਪੋਰਟ ਕਿੰਨੀ ਜ਼ਰੂਰੀ ਆ, ਕਿਉਂਕਿ ਸਾਰੀ ਸੁਸਾਇਟੀ ਹੀ ਜਾਊਗੀ ਤਾਂ ਹੀ ਇਹ ਕੁਛ ਹੋਊਗਾ ਨਾ। ਤੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਗਈਆਂ ਨੇ, ਛੋਟੇ ਛੋਟੇ ਬੱਚੇ ਗਏ ਨੇ ਨਾਲ, ਕਿੰਨੀ ਸਪੋਰਟ ਉਹਨਾਂ ਦੀ ਉੱਥੇ। ਇਹ ਇੱਕ ਬਹੁਤ ਹੀ ਲੇਡੀਜ਼ ਨੂੰ ਦੇ ਲਈ ਬਹੁਤ ਪੋਜ਼ਿਟਿਵ ਆਇਆ ਇਹ ਅੰਦੋਲਨ ਨੇ। ਆਪਣੇ ਨੇ ਇਹ ਇਕੱਲੇ ਕਿਸਾਨਾਂ ਨੂੰ ਨਹੀਂ ਦੇਣਾ, ਇਹਨੇ ਸਮਾਜ ਨੂੰ ਇੱਕ ਬਹੁਤ ਹੀ ਵੱਖਰਾ ਜਿਹਾ ਰੂਪ ਦੇ ਦੇਣਾ ਮੈਨੂੰ ਲੱਗਦਾ। ਕਿਉਂਕਿ ਹਾਂਜੀ, ਇਕੱਲਾ ਇਹ ਖੇਤੀ ਦੇ ਨਾਲ ਸੰਬੰਧਿਤ ਨਹੀਂ ਹੋਊਗਾ, ਇਹ ਲੋਕਾਂ ਦੀ ਇੱਕ, ਆਪਾਂ ਜਿਵੇਂ ਜਦ ਤੋਂ ਆਪਾਂ ਨੂੰ ਇੰਡੀਪੈਂਡੈਂਸ ਹੋਈ ਹੈ, ਜਦ ਤੋਂ ਦੇਖੋ ਆਪਾਂ ਨੇ ਕਿੰਨਾ ਕੁਛ ਗਵਾ ਲਿਆ। ਰਿਲੀਜੀਅਸ ਦੇ ਵਿੱਚ ਆਪਾਂ ਨੇ ਬਿਲਕੁਲ ਹੀ ਖਿਆਲ ਨਹੀਂ ਕੀਤਾ ਹੈਗਾ। ਇਹ ਹੁਣ ਜਿਵੇਂ ਸ਼੍ਰੋਮਣੀ ਕਮੇਟੀ ਸੀਗੀ, ਇਹ ਬਿਲਕੁਲ ਸਾਰੀਆਂ ਚੀਜ਼ਾਂ ਤੇ ਭਾਰੂ ਪੈ ਗਈ। ਅਸੀਂ ਤਾਂ ਕਿਰਤ ਕਰਦੇ ਸੀਗੇ, ਉਹ ਇਹਨਾਂ ਨੂੰ ਆਪਣੇ ਜਿਵੇਂ ਬਾਬੇ ਨਾਨਕ ਦਾ ਫਿਲਾਸਫੀ ਹੈਗੀ ਵੀ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਨਾਮ ਤਾਂ ਅਸੀਂ ਜਪਿਆ ਹੀ ਨਹੀਂ, ਇਹ ਨਾਮ ਤਾਂ ਸਾਨੂੰ ਆਹ ਜਿਹੜੇ ਢਿੱਡਲ ਬਾਬੇ ਨੇ ਇਹਨਾਂ ਨੇ ਜਪਣਾ ਅਸਲੀ ਨਾਮ ਦਿੱਤਾ ਹੀ ਨਹੀਂ ਹੈਗਾ। ਤੇ ਅੱਖਾਂ ਮੀਚ ਕੇ ਬੀਬੀਆਂ ਜਾ ਕੇ ਬਹਿ ਜਾਂਦੀਆਂ ਸੀਗੀਆਂ ਬਸ। ਤੇ ਉਹ ਵੀ ਬੈਠਦੀਆਂ ਕਿਉਂ ਸੀ? ਕਿਉਂਕਿ ਘਰਾਂ ਦੇ ਵਿੱਚ ਇੰਨੀ ਪ੍ਰੋਬਲਮ ਹੁੰਦੀਆਂ ਨੇ, ਇਹ ਇੰਨੀਆਂ ਵਿਚਾਰੀਆਂ ਜਿਹੜੀਆਂ ਪ੍ਰੋਬਲਮ ਤੋਂ ਇਹਨਾਂ ਨੂੰ ਐ ਹੁੰਦਾ ਵੀ ਖਨੀ ਸਾਨੂੰ ਕਿੱਥੇ ਜਾ ਕੇ ਇਹ ਬਾਬਿਆਂ ਕੋਲ ਹੀ ਜਾ ਕੇ ਹੱਲ ਲੱਭ ਜਾਣਾ ਘਰਾਂ ਦੀਆਂ ਪ੍ਰੋਬਲਮ ਜਿਹੜੀਆਂ ਇੰਨੀਆਂ ਹੁੰਦੀਆਂ ਨੇ। ਤੇ ਜਿਹੜੇ ਕੰਮ ਕਰਦੇ ਸੀਗੇ ਉਹ ਅਸੀਂ ਇਹਨਾਂ ਦੇ ਜਾ ਕੇ ਬੀਬੀਆਂ ਨੇ ਘਰ ਨਿਆਣਿਆਂ ਨੂੰ ਸੇਬ ਨਹੀਂ ਦੇਣੇ, ਪਰ ਉੱਥੇ ਦੀ ਕਿਲੋ ਸੇਬ ਲੈ ਜਾਣੇ ਨੇ ਉਹਨਾਂ ਨੂੰ ਬਾਬਿਆਂ ਨੂੰ ਦੇਣ ਲਈ, ਖਿਲਾਉਣ ਲਈ। ਤੇ ਉਹ ਹਾਂਜੀ, ਉਹ ਅਸੀਂ ਕੀਤਾ ਜਿਹੜਾ ਕਿਰਤ ਕਰਦੇ ਸੀ ਉਹ ਇਹ ਖਾਈ ਜਾਂਦੇ ਸੀਗੇ। ਬਾਕੀ ਕੁਛ ਅਸੀਂ ਆਪਦੇ ਹੱਥੀਂ ਕੰਮ ਕਰਦੇ ਸੀ ਜਿਹੜੇ, ਉਹ ਸਾਰੇ ਆਹ ਅੰਬਾਨੀਆਂ ਅਡਾਨੀਆਂ ਵੱਲ ਚਲੇ ਗਏ, ਸਾਰੇ ਮੌਲਾਂ ਵੱਲ ਚਲੇ ਗਏ, ਉੱਧਰ ਹੋ ਗਿਆ ਸਾਰਾ ਰੁਝਾਨ। ਇਹਨਾਂ ਨੇ ਦੇਖ ਲਓ ਤੁਸੀਂ ਜਿਹੜੇ ਆਹ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਇਹਨਾਂ ਨੇ ਟੌੜੇ ਉਹਨਾਂ ਨੇ ਆਪਣਾ ਸਾਰਾ ਵਿਰਾਸਤ ਦਾ ਦੇਖ ਲਓ, ਪੁਰਾਣੀ ਚੀਜ਼ ਕੋਈ ਛੱਡੀ ਨਹੀਂ, ਸਭ ਢਾਹਤੀਆਂ। ਕਿਸੇ ਨੂੰ ਪ੍ਰੀਜ਼ਰਵ ਥੋੜ੍ਹੀ ਕੀਤਾ ਕਿਸੇ ਪੁਰਾਣੇ ਗੁਰਦੁਆਰੇ ਨੂੰ। ਸਾਡੇ ਉੱਥੇ 9ਵੀਂ ਪਾਤਸ਼ਾਹੀ ਦਾ ਜਿਵੇਂ ਤੁਸੀਂ ਹੁਣੇ ਗੱਲ ਕਰਦੇ ਸੀ ਗੁਰਦੁਆਰਾ ਸੀਗਾ, ਅਸੀਂ ਆਪ ਦੇਖਿਆ ਬੜੇ ਬੜੇ ਦੇਗਚੇ, ਖੂਹ ਬਣਿਆ ਹੋਇਆ, ਦੂਜੀ ਆਹ ਥੱਲੇ ਭੋਰਾ ਸਾਹਿਬ ਬਣੇ ਹੋਏ ਨੇ, ਛੋਟੀਆਂ ਇੱਟਾਂ ਦੇ, ਉਹ ਸਭ ਢਾਹਤੇ ਇਹਨਾਂ ਨੇ। ਪੱਥਰ ਲਾ ਕੇ, ਸੰਗਮਰਮਰ ਲਾ ਕੇ ਬੀਬੀਆਂ ਦੇ ਤਿਲਕਣ ਨੂੰ। ਉਹ ਪਹਿਲਾਂ ਹੀ ਇੱਕ ਤਾਂ ਦੁੱਧ ਘੱਟ ਮਿਲਦਾ ਕੁੜੀਆਂ ਨੂੰ ਪੀਣ ਨੂੰ, ਉਹੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹੁੰਦੀਆਂ ਨੇ, ਕੁਛ ਇਹ ਤਿਲਕਣ ਨੂੰ ਵੀ ਸੰਗਮਰਮਰ ਲਾਤਾ ਵੀ। ਤੇ ਫਿਰ ਇੱਕ ਮੈਂ ਹੁਣ ਤੁਹਾਨੂੰ ਹਾਂਜੀ, ਜਿਹੜਾ ਇਹ ਮੈਂ ਇੱਕ ਤੁਹਾਨੂੰ ਕੁਐਸਚਨ ਪੁੱਛਣਾ ਸੀ, ਜਿਹੜਾ ਇਹ ਭਾਜੀ ਜਿਵੇਂ ਕਹਿੰਦੇ ਨੇ ਵੀ ਜਥੇਦਾਰ ਹਰਜੀਤ ਸਿੰਘ ਨੇ, ਹਰਜੀਤ ਸਿੰਘ ਹੈ ਨਾ, ਹਰਪ੍ਰੀਤ ਸਿੰਘ, ਹਾਂਜੀ, ਉਹਨਾਂ ਨੂੰ ਵੀ, ਹਾਂਜੀ, ਉਹਨਾਂ ਨੇ ਕਹਿਤਾ ਵੀ ਮੈਂ ਕਿਸੇ ਵੀ ਧਾਰਮਿਕ ਆਗੂ ਦਾ ਇਹਦੇ ਵਿੱਚ ਅੰਦੋਲਨ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਹੋਊਗੀ। ਚਲੋ ਬਹੁਤ ਪੋਜ਼ਿਟਿਵ ਹੈ ਨਾ ਕੁਐਸਚਨ ਹੈ। ਤੇ ਇਹ ਮਤਲਬ ਇਹ ਇੰਨੀ ਪੋਜ਼ਿਟਿਵ ਬੋਲ ਕਿਵੇਂ ਰਹੇ ਨੇ ਜਿਹੜੇ ਇਹ ਜਥੇਦਾਰ ਨੇ? ਕਿਉਂਕਿ ਇਹ ਤਾਂ ਬਾਦਲਾਂ ਦੇ ਤਾਂ ਇਹ ਉਹਨਾਂ ਦੀ ਤਾਂ ਹੈਗੀ SGPC, ਇਹ ਉਹਨਾਂ ਦੇ ਖਿਲਾਫ ਜਾਂ ਕਹਿ ਲਓ ਵੀ ਇਹ ਪੁਆਇੰਟ ਨਹੀਂ ਲੈਣਾ ਚਾਹੁਣਗੇ ਵੀ ਉਹ ਇੰਟਰਫੇਅਰ ਕਰਨ। ਰਾਈਟ, ਕੋਈ ਨਹੀਂ ਭੈਣ, ਮੈਂ ਜਵਾਬ ਦਿੰਦਾ। ਹਾਂਜੀ, ਇੱਕ ਮੈਂ ਹੋਰ ਵੀ, ਹਾਂਜੀ, ਮੈਂ ਰਿਪੋਰਟ ਤੁਸੀਂ ਵੀ ਸੁਣੀ ਹੋਣੀ ਸ਼ਾਇਦ, ਉਹ ਡਾਕਟਰ ਦਵਿੰਦਰ ਸ਼ਰਮਾ ਦੀ ਅੱਜ ਹੀ ਸੁਣੀ ਸੀ ਮੈਂ, ਉਹ ਜਿਹੜੀ ਕੱਲ ਉੱਥੇ ਚੰਡੀਗੜ੍ਹ ਹੋਈ ਆ ਸੈਮੀਨਾਰ ਹੋਇਆ, ਬਹੁਤ ਵਧੀਆ ਫੰਕਸ਼ਨ ਹੋਇਆ, ਆਪਾਂ ਜੁੜਨਾ ਉਹਨਾਂ ਨਾਲ ਵੀ ਜੀ। ਹਾਂਜੀ, ਤੇ ਉਹ ਮੈਂ ਰਿਪੋਰਟ ਸੁਣੀ ਸੀ, ਬਹੁਤ ਹੀ ਵਧੀਆ ਉਹਨਾਂ ਨੇ ਡਾਕਟਰ, ਮੈਂ ਦੂਜੀ ਪੀ ਸਾਈਨਾਥ ਜੀ ਨਹੀਂ ਸੁਣੀ ਹੈਗੀ ਪਰ ਇਹਨਾਂ ਦੀ ਸੁਣੀ ਮੈਂ ਉਹ। ਤੇ ਬਹੁਤ ਹੀ ਵਧੀਆ ਉਹਨਾਂ ਦੀ ਜਿਹੜੀ ਰਿਪੋਰਟ ਸੀਗੀ ਕੱਲ ਵਾਲੀ, ਬਹੁਤ ਹੀ ਜ਼ਿਆਦਾ ਵਧੀਆ ਸੀਗੀ। ਉਹਨਾਂ ਨੇ ਇੱਕ ਗੱਲ ਕਹੀ ਕਿ ਅਸੀਂ ਜਿਹੜੇ ਕਿਸਾਨ ਨੇ ਉਹਨਾਂ ਦੇ ਪਾਟੀਆਂ ਹੋਈਆਂ ਪੱਗਾਂ, ਖਿਲਰੀ ਹੋਈ ਦਾੜੀ ਤੇ ਜੁੱਤੀਆਂ ਟੁੱਟੀਆਂ ਹੋਣ, ਵੀ ਇਸ ਆਪਾਂ ਸੋਚ ਤੋਂ ਕਦੋਂ ਬਾਹਰ ਆਉਣਾ
ਬਈ ਜੇ ਸਾਫ਼ ਸੁਥਰਾ ਕੱਪੜਾ ਪਾਇਆ ਤਾਂ ਉਹ ਕਿਸਾਨ ਨਹੀਂ ਹੋ ਸਕਦਾ। ਜਿਵੇਂ ਦੀਪ ਸਿੱਧੂ ਨੇ ਕਿਹਾ ਸੀ ਕਿ ਪੌਣੇ 'ਚ ਰੋਟੀ ਨਹੀਂ ਬੰਨ੍ਹ ਕੇ ਲੈ ਕੇ ਗਏ, ਹਨਾ ਜੀ ਵੀ ਕਿਸਾਨ ਹੁਣ ਕਿਤੇ ਪੌਣੇ ਦੀ ਰੋਟੀ ਤੋਂ ਬਾਅਦ ਡੱਬੇ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਟਿਫਨ ਦੇ ਵਿੱਚ ਰੋਟੀ ਨਹੀਂ ਖਾ ਸਕਦਾ ਹੈਗਾ। ਬਿਲਕੁਲ ਹਨਾ ਬਿਲਕੁਲ। ਤੇ ਉਹ ਵੀ ਉਹਨਾਂ ਨੇ ਇਹੀ ਗੱਲ ਕਹੀ ਕਿ ਕੱਪੜੇ ਪਾਟੇ ਹੋਣ, ਦਾੜੀ ਖਿਲਰੀ ਹੋਵੇ, ਉਹਨੂੰ ਹੀ ਤੁਸੀਂ ਕਿਸਾਨ ਕਹੋਗੇ। ਤੇ ਉਹ ਉਹਨਾਂ ਦੀ ਰਿਪੋਰਟ ਬਹੁਤ ਵਧੀਆ ਸੀਗੀ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਸਬਸਿਡੀ ਜਿਹੜੀ MSP ਹੋਣੀ ਚਾਹੀਦੀ ਆ, ਜਿਵੇਂ ਜਿਹੜੀ ਰਿਪੋਰਟ ਦੇ ਮੁਤਾਬਕ ਜਿਵੇਂ ਸਾਰੇ ਟੀਚਰ ਦੀ ਕਹਿ ਲਓ ਜਾਂ ਗੌਰਮੈਂਟ ਦੇ EMPLOYE ਦੀ ਕਹਿ ਲਓ ਜਾਂ ਪ੍ਰੋਫੈਸਰ ਦੀ ਕਹਿ ਲਓ, ਜਿਹੜੀ ਇਨਕਰੀਜ਼ ਹੋਈ ਆ ਪੇ, ਉਸ ਦੇ ਮੁਤਾਬਕ ਇਹਨਾਂ ਨੂੰ 7600 ਰੁਪਈਆ ਇਹਨਾਂ ਦੀ ਉਹ ਚਾਹੀਦੀ ਆ, ਕਣਕ ਦੀ ਜਿਹੜੀ ਮਿਨੀਮਮ ਵੈਲਿਊ ਹੁੰਦੀ ਆ, MSP ਜਿਹਨੂੰ ਕਹਿੰਦੇ ਆ। ਹਾਂਜੀ, ਤੇ ਉਹ ਬਹੁਤ ਵਧੀਆ ਰਿਪੋਰਟ ਸੀ। ਮੈਂ ਮਤਲਬ ਇੰਨੀ ਖੁੱਲ ਕੇ ਕਹਿਣ ਵਾਲੀ ਰਿਪੋਰਟ ਮੈਂ ਪਹਿਲੀ ਵਾਰੀ ਸ਼ਾਇਦ ਸੁਣੀ ਹੋਵੇ। ਨਹੀਂ, ਬਹੁਤ ਕਮਾਲ ਦੇ। ਉਹ ਐਕਚੁਅਲੀ ਪਹਿਲਾਂ ਜਰਨਲਿਸਟ ਵੀ ਨੇ ਤੇ ਹੁਣ ਉਹ ਆਰਥਿਕ ਮਾਹਰ ਨੇ, ਪ੍ਰੋਫੈਸਰ ਦਵਿੰਦਰ ਸ਼ਰਮਾ ਸਾਹਿਬ। ਬਹੁਤ ਕਮਾਲ ਦੀਆਂ ਉਹਨਾਂ ਦੀਆਂ ਹਿੰਦੀ ਜਿਹੜੇ ਚੈਨਲ ਨੇ ਉਹਨਾਂ ਤੇ ਵੀ ਉਹਨਾਂ ਦੀਆਂ ਰਿਪੋਰਟਸ ਪਈਆਂ ਨੇ। ਸੋ ਇੱਥੇ ਸੋਚਣਾ ਪਏਗਾ ਭੈਣ ਕਿ ਇਹ ਸਿਰਫ ਇਹ ਨਹੀਂ, ਕਈ ਕਹਿੰਦੇ ਕਾਮਰੇਡ ਮਾਓਵਾਦੀ। ਹੁਣ ਜੇ ਇੱਦਾਂ ਹੀ ਤੁਸੀਂ ਕਹੋਗੇ, ਪ੍ਰੋਫੈਸਰ ਦਵਿੰਦਰ ਸ਼ਰਮਾ ਬਾਈਕਾਸਟ ਤੇ ਹਿਮਾਚਲੀ ਨੇ, ਸ਼ਰਮਾ ਨੇ ਪੰਡਤ ਪਰਿਵਾਰ ਚੋਂ ਨੇ, ਪਰ ਲੁੱਟ ਬਹੁਤ ਹੋ ਰਹੀ ਹੈ। ਉਹਨਾਂ ਨੇ ਲੁੱਟ ਦੇ ਉਹ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਨਹੀਂ ਹੈ, ਹੈ ਨਾ। ਇਸ ਕਰਕੇ ਇਹ ਦੋਸ਼ ਲਾ ਦੇਣਾ ਕਿ ਇਹ ਤਾਂ ਜੀ ਕਾਮਰੇਡ ਹੈ, ਇਹ ਤਾਂ ਜੀ ਖਾਲਿਸਤਾਨੀ ਹੈ, ਇਹ ਇਹਨਾਂ ਦੀਆਂ ਰਿਪੋਰਟਾਂ ਨੂੰ ਝੁਠਲਾਉਣ ਦਾ ਸਰਕਾਰਾਂ ਕੋਲ ਇੱਕ ਜ਼ਰੀਆ ਭੈਣ, ਇਸ ਤੋਂ ਬਾਅਦ ਕੁਛ ਨਹੀਂ ਹੈ। ਬਿਲਕੁਲ ਉਸ ਸਮਾਗਮ ਦੀ ਅਪਡੇਟ ਲਵਾਂਗੇ ਆਪਾਂ। ਉਹਦੇ ਗੱਲ ਕੀਤੀ ਵੀ ਸੀ, ਇਹ ਜਿਹੜਾ ਸਮਾਗਮ ਹੋਣਾ ਸੀ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੇ ਕਰਵਾ ਰਹੇ ਨੇ, ਉਹਦੇ ਉੱਤੇ ਇੱਕ ਹੋਰ ਗੱਲ ਮੈਂ ਕਹਿਣੀ ਸੀ। ਹਾਂਜੀ, ਇਹ ਜਿਵੇਂ ਕੱਲ ਖੱਚਰ ਦਾ ਹੈਲੀਕਾਪਟਰ ਹਰਿਆਣੇ 'ਚ ਉਤਰਨ ਨਹੀਂ ਦਿੱਤਾ, ਤੇ ਉਹ ਤੁਹਾਨੂੰ ਪਤਾ ਹੀ ਹੈ, ਇਹ ਬਾਦਲ ਤੇ ਚੌਟਾਲੇ ਹੋਣੀ, ਤਾਂ ਬਾਦਲ ਤੇ ਚੌਟਾਲਾ ਇਹ ਪੱਗ ਵੱਟ ਭਰਾ ਬਣੇ ਹੋਏ ਨੇ ਜੀ ਇਹ। ਤੇ ਇਹ ਚੌਟਾਲੇ ਹੁਣਾਂ ਦਾ ਹਰਿਆਣੇ 'ਚ ਜਿਵੇਂ ਦਬਦਬਾ ਹੈਗਾ। ਤੇ ਹੁਣ ਮੈਂ ਪਰਸੋਂ ਦੇਖਦੀ ਸੀ, ਜਿਹੜਾ ਦੂਜਾ ਉਹ ਦੁਸ਼ਟ ਚੌਟਾਲਾ, ਉਹ ਤਾਂ ਹੁਣ ਨਹੀਂ ਹਜੇ ਰਿਜ਼ਾਈਨ ਕਰ ਰਿਹਾ, ਜਿਹੜਾ ਇਹਨਾਂ ਦਾ ਪੋਤਾ। ਤੇ ਜਿਹੜਾ ਇਹਨਾਂ ਦਾ ਮੁੰਡਾ, ਉਹ ਜਿਹੜਾ ਮੁੰਡਾ ਨਾ, ਉਹ ਗਿਆ ਸੀਗਾ ਅੰਦੋਲਨ 'ਚ ਜਿੱਦਣ ਆਹ ਟਰੈਕਟਰ ਰੈਲੀ ਹੋਣੀ ਸੀ, ਚੱਲਿਆ ਸੀਗਾ ਉਦਣ। ਤੇ ਇਹਨਾਂ ਬਾਰੇ ਇੱਕ ਨਾ ਇੰਟਰਸਟਿੰਗ ਗੱਲ ਆ, ਸ਼ਾਇਦ ਮੈਨੂੰ ਤੁਸੀਂ ਔਨ ਏਅਰ ਹੈਗੇ, ਮੈਨੂੰ ਪਤਾ ਨਹੀਂ ਕਹਿਣੀ ਵੀ ਨਹੀਂ ਚਾਹੀਦੀ ਇਹ ਗੱਲ। ਹਾਂਜੀ, ਇਹ ਨਾ ਸਰਸੇ ਵੱਲ, ਜਿੱਥੇ ਆਪਣਾ ਇਹਨਾਂ ਦਾ ਪਿੰਡ ਸੀਗਾ, ਉੱਥੇ ਇਹ ਉਸ ਟਾਈਮ ਇੱਕ ਬਹੁਤ ਵੱਡੀ ਇਹ ਗੱਲ ਸੀਗੀ। ਇਹ ਸੱਚੀ ਆ ਗੱਲ, ਇਹ ਜਿਹੜੀ ਮੈਂ ਕਹਿ ਰਹੀ ਹਾਂ ਤੁਹਾਨੂੰ। ਹਾਂਜੀ, ਇਹ ਕੀ ਕਰਦੇ, ਜਿਹੜਾ MLA ਇਹਨਾਂ ਨੂੰ ਲੱਗਦਾ ਸੀ ਨਾ ਕਿ ਬਾਗੀ ਹੋ ਰਿਹਾ, ਉਹਨੂੰ ਇਹ ਹੈਲੀਕਾਪਟਰ 'ਚ ਬਿਠਾ ਕੇ ਉੱਪਰ ਗੇੜਾ ਦਵਾਉਂਦੇ ਸੀਗੇ, ਤੇ ਉੱਪਰ ਧਮਕਾਉਂਦੇ ਸੀਗੇ ਕਿ ਬਈ ਹਨਾ ਤੂੰ ਬਾਗੀ ਨਹੀਂ, ਮਤਲਬ ਉਹਨੂੰ ਗੱਲ ਮਨਾਉਣ ਦੇ ਲਈ ਇਹ। ਤੇ ਹੁਣ ਕੀ ਪਤਾ ਵੀ ਜਿਵੇਂ ਹੁਣ ਸੁਖਬੀਰ ਬਾਦਲ ਨੇ ਕਹਿਤਾ ਵੀ ਸਾਡੇ 7 ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਚੋਂ 40 ਤਾਂ ਸਾਡੇ ਹੀ ਸੀਗੇ। ਤੇ ਫਿਰ ਜੇ ਚਲੋ ਉਹਨਾਂ ਦੇ ਵੀ ਸੀਗੇ, ਤੇ ਫਿਰ ਕੀ ਪਤਾ ਚੌਟਾਲੇ ਤੋਂ ਕੋਈ ਗੁਰਮੰਤਰ ਲੈ ਲੈਣ ਵੀ, ਦੇਖ ਲਈਏ ਮੋਦੀ ਨੂੰ ਬਿਠਾ ਕੇ ਉੱਪਰ ਲੈ ਚੱਲੀਏ, ਤਾਂ ਉੱਤੇ ਹੀ ਲਿਜਾ ਕੇ ਮਾੜਾ ਮੋਟਾ ਡਰਾ ਡਰੂ ਕੇ ਕਿਸੇ ਤਰ੍ਹਾਂ ਮਨਾ ਲਈਏ ਇਹਨੂੰ। ਹਾਂ, ਨਹੀਂ, ਬਹੁਤ ਕੁਛ ਕਰਦੇ ਆ ਭੈਣ, ਸਿਆਸਤਦਾਨ ਬਹੁਤ ਕੁਛ ਕਰਦੇ ਆ। ਥੈਂਕ ਯੂ ਭੈਣ, ਥੈਂਕ ਯੂ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਦੇਖੋ, ਅੰਦੋਲਨ ਦੇ ਵਿੱਚ ਮੈਂ ਜਿਸ ਤਰ੍ਹਾਂ ਦਵਿੰਦਰ ਸ਼ਰਮਾ ਹੋਰਾਂ ਦੀ ਰਿਪੋਰਟਸ ਨੇ, ਖੇਤੀ ਲਾਗਤਾਂ ਦੇ ਵਿੱਚ ਸਵਾਮੀਨਾਥਨ ਰਿਪੋਰਟ, ਸਾਈਨਾਥ, ਸਾਰਿਆਂ ਦੀਆਂ ਰਿਪੋਰਟਸ ਨੇ ਕਿ ਉਨੀਆਂ ਕੀਮਤਾਂ ਨਹੀਂ। ਜੇ ਉਨੀਆਂ ਕੀਮਤਾਂ ਜਿੰਨੇ ਖਰਚੇ ਨੇ ਮਿਲਣ, ਤਾਂ ਰੇਟ ਫਸਲਾਂ ਦਾ ਬਹੁਤ ਜ਼ਿਆਦਾ ਹੋ ਸਕਦਾ। ਉਹਦੇ ਨਾਲ ਜੇ ਕਣਕ ਇੰਨੀ ਮਹਿੰਗੀ ਹੋਏਗੀ ਤਾਂ ਫਿਰ ਆਟੇ ਦਾ ਕੀ ਰੇਟ ਹੋਏਗਾ। ਪਰ ਦੂਜੇ ਬੰਨੇ ਇਸ ਅੰਦੋਲਨ ਦੇ ਵਿੱਚ ਤੁਸੀਂ ਵੇਖੋ ਕਿ ਠੀਕ ਹੈ, ਕਿਤੇ ਵਾਇਲੈਂਸ ਹੁੰਦੀ ਹੈ, ਨਹੀਂ ਹੋਣੀ ਚਾਹੀਦੀ, ਇਹ ਨਿੰਦਣਯੋਗ ਹੈ, ਅਸੀਂ ਆਲੋਚਨਾ ਵੀ ਇਸ ਦੀ ਕਰਦੇ ਹਾਂ। ਦੂਜੇ ਬੰਨੇ ਕੁੰਡਲੀ ਬਾਰਡਰ 'ਤੇ ਜਿਹੜੇ ਧਰਨੇ 'ਚ ਗਏ ਲੋਕ ਨੇ, ਉਹਨਾਂ ਨੇ ਉੱਥੇ ਕਲਾਸਾਂ ਸ਼ੁਰੂ ਕਰ ਲਈਆਂ। ਕਲਾਸਾਂ ਇਹ ਨਹੀਂ ਕਿ ਜਿਹੜੇ ਬੱਚੇ ਉਰੋਂ ਗਏ ਨੇ ਉਹ ਤਾਂ ਔਨਲਾਈਨ ਪੜ੍ਹਦੇ ਨੇ, ਆਪਣੇ ਨਾਲ ਕਾਲਜ ਜੁੜੇ ਨੇ। ਉੱਥੇ ਜਿਹੜੇ ਸਥਾਨਕ ਝੁੱਗੀ ਝੌਪੜੀ ਵਾਲਿਆਂ ਦੇ ਬੱਚੇ ਨੇ, 200 ਦੇ ਕਰੀਬ ਬੱਚਿਆਂ ਨੂੰ ਟੈਂਟ ਲਾ ਕੇ ਪੜ੍ਹਾਇਆ ਜਾ ਰਿਹਾ। ਜਿਹੜੇ ਇਸ ਅੰਦੋਲਨ 'ਚ ਗਏ ਲੋਕ ਨੇ, ਪੰਜਾਬ ਤੋਂ 7 ਨੌਜਵਾਨ, ਸੁਖਵਿੰਦਰ ਸਿੰਘ ਵਧਾਵਾ, ਗੈਰੀ ਵੜਿੰਗ, ਦਿਨੇਸ਼ ਚੱਢਾ, ਪਰਮਿੰਦਰ ਗੋਲਡੀ, ਸਤਨਾਮ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਇਹਨਾਂ ਨੇ ਆਈਡੀ ਆਇਆ ਕਿ ਉਹ MA ਪਾਸ ਨੇ, PhDਆਂ ਕੀਤੀਆਂ ਹੋਈਆਂ ਨੇ, ਜਾਂ ਕੁਛ ਬੇਰੁਜ਼ਗਾਰ ਨੇ। ਉਹਨਾਂ ਨੇ ਉੱਥੇ ਰੋਜ਼ ਬੱਚੇ ਇਕੱਠੇ ਕਰਦੇ ਨੇ, ਉਹਨਾਂ ਨੂੰ ਅੰਗਰੇਜ਼ੀ, ਹਿੰਦੀ, ਪੰਜਾਬੀ, ਮੈਥ ਉੱਥੇ ਪੜ੍ਹਾਉਂਦੇ ਨੇ।
ਤੇ ਇਸੇ ਤਰ੍ਹਾਂ ਜਿਹੜਾ ਹੈਗਾ ਸਾਂਝੀ ਸੱਥ ਦਾ ਨਾਂ ਦਿੱਤਾ ਗਿਆ। ਚੌਪਾਲ ਸ਼ੁਰੂ ਕੀਤੀ ਗਈ ਹੈ। 7 ਨੌਜਵਾਨਾਂ ਨੇ 450 ਤੋਂ ਜ਼ਿਆਦਾ ਇਹਨਾਂ ਦੇ ਮੈਂਬਰ ਹੋ ਗਏ ਨੇ। ਸਾਰਿਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ। ਇਹ ਚੌਪਾਲ ਵੀ ਲਾਉਂਦੇ ਨੇ, ਬੱਚਿਆਂ ਨੂੰ ਪੜ੍ਹਾਉਂਦੇ ਨੇ। ਇਹ ਬੱਚੇ ਪਹਿਲਾਂ ਪੂਰਾ ਦਿਨ ਘੁੰਮਦੇ ਰਹਿੰਦੇ ਸੀ, ਪਰ ਹੁਣ ਇਹਨਾਂ ਬੱਚਿਆਂ ਨੂੰ ਗੁਰਪ੍ਰੀਤ ਸਿੰਘ ਬਠਿੰਡਾ ਨੇ ਦੱਸਿਆ ਕਿ ਅੰਦੋਲਨ ਦੇ ਵਿੱਚ ਉਹ ਰੁੱਝੇ ਰਹਿਣ ਕਰਕੇ ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਅੰਦੋਲਨ ਦੇ ਬਾਰੇ, ਦੇਸ਼ ਦੇ ਬਾਰੇ ਜਾਂ ਉੱਥੇ ਬਿਠਾ ਕੇ ਨਾਲੇ ਲੰਗਰ ਖਵਾਉਂਦੇ ਨੇ, ਕੁਛ ਟੌਫੀਆਂ ਚੋਕਲੇਟ ਦਿੰਦੇ ਨੇ ਕਿ ਇਸ ਬਹਾਨੇ ਬੱਚੇ ਉੱਥੇ ਆ ਕੇ ਟੈਂਟਾਂ ਦੇ ਵਿੱਚ 250 ਬੱਚਾ ਇਹਨਾਂ ਕੋਲ ਪੜ੍ਹਦਾ ਹੈ। ਪਰ ਇਹਨਾਂ ਦੇ ਟੀਮ ਦੇ ਮੈਂਬਰ ਲਗਾਤਾਰ ਵੱਧਦੇ ਜਾ ਰਹੇ ਨੇ। ਬਾਈ ਜੀ ਸਵਾਗਤ ਹੈ ਟੋਰਾਂਟੋ ਤੋਂ। ਧਰਮਵੀਰ ਦਮਨਵੀਰ ਸਤਿ ਸ਼੍ਰੀ ਅਕਾਲ ਜੀ। ਦਮਨਵੀਰ, ਹਾਂ ਦਮਨਵੀਰ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਦੇਖੋ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਆਪਣਾ ਵੀ ਇਹਦਾ ਹੁਣ ਰਿਜ਼ਲਟ ਕੀ ਨਿਕਲੂਗਾ, ਕਿੰਨਾ ਚਿਰ ਹੋ ਗਿਆ ਬੈਠਿਆਂ ਨੂੰ। ਦੂਜੇ ਪਾਸੇ ਤੁਸੀਂ ਗੱਲ ਕੀਤੀ ਵੀ 26 ਜਨਵਰੀ ਨੂੰ ਜੇ ਇਹ ਕੋਈ ਇਹੋ ਜਿਹੇ ਸਟੈਪ ਚੱਕਣਗੇ ਤਾਂ ਵਾਕਈ ਆਰਮੀ ਜਾਂ ਉੱਥੋਂ ਦੀ ਪੁਲਿਸ ਕੋਈ ਨਾ ਕੋਈ ਇਹਨਾਂ ਤੇ ਬਹੁਤ ਭੈੜਾ ਤਸ਼ੱਦਦ ਤੇ ਹਮਲਾ, ਅਟੈਕ, ਜੋ ਮਰਜ਼ੀ ਕਹਿ ਲਓ, ਕਰ ਸਕਦੀ ਹੈ, ਕੋਈ ਸ਼ੱਕ ਨਹੀਂ। ਗੱਲ ਹੈਗੀ ਆ ਏਕੇ ਦੀ। ਗੱਲ ਏਕੇ ਦੀ ਹੈਗੀ ਆ। ਇਹ ਜਿਹੜੀ ਤੁਸੀਂ ਦੇਖੋ, ਮੈਂ ਘੱਟੋ ਘੱਟ ਨਹੀਂ ਤਾਂ ਬਾਈ ਜੀ 50 ਪ੍ਰੋਗਰਾਮ ਗੱਲ ਕਹਿਤੀ ਵੀ ਪੰਜਾਬ ਦੇ ਵਿੱਚ ਹਜੇ ਵੀ ਏਕਾ ਹੈ ਨਹੀਂ। ਪੰਜਾਬ ਦੇ ਵਿੱਚ ਅੱਜ ਵੀ ਕੁਝ ਇਹੋ ਜਿਹੇ ਪਿੰਡ ਪਏ ਆ ਜਿੱਥੋਂ ਇੱਕ ਵੀ ਬੰਦਾ ਨਹੀਂ ਗਿਆ। ਕਿਉਂਕਿ ਉਹ ਪਿੰਡ ਪੋਲੀਟੀਕਲ ਪਾਰਟੀ ਜਿਨ੍ਹਾਂ ਦਾ ਤੁਸੀਂ ਆਪਣਾ ਭੈਣ ਜੀ ਜ਼ਿਕਰ ਕਰਕੇ ਗਏ ਨੇ, ਨੀਲੀਆਂ ਪੱਗਾਂ ਵਾਲਿਆਂ ਦਾ, ਉਸ ਪੋਲੀਟੀਕਲ ਪਾਰਟੀ ਉਹ ਵੀ ਆਪਦਾ ਗੁਰੂ ਮੰਨਦੇ ਨੇ, ਜਿਵੇਂ ਮੋਦੀ ਦੇ ਭਗਤ ਨੇ ਜੀ। ਤੇ ਉਹ ਜਿਹੜੀ ਪਾਰਟੀ ਹੈ ਉਹਨਾਂ ਦਾ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਜਿਵੇਂ ਪਿੱਛੇ ਚਰਨਜੀਤ ਭੁੱਲਰ ਜੀ ਨੇ ਜਿਵੇਂ ਦੇਖੋ ਐਗਜ਼ਾਮਪਲ ਕਿੱਡੀ ਤਕੜੀ ਦਿੱਤੀ ਵੀ ਤਾਜ ਵਾਲਿਆਂ ਦੀ, ਵੀ ਜਿਹੜੇ 8-8 ਕਰੋੜ ਰੁਪਈਆ ਸਾਲ ਦਾ ਕੁਝ ਕੁ ਸਕੁਅਰ ਫੀਟ ਦਾ ਲੈ ਰਹੇ ਨੇ ਭੁੱਚੋ ਰੋਡ ਤੋਂ। ਹਾਂ, ਜਿਹੜੇ ਉੱਥੇ ਤੁਹਾਡੇ ਬਠਿੰਡੇ ਖੁੱਲੇ ਹੋਏ ਨੇ 2.25 ਲੱਖ ਰੁਪਏ ਰੋਜ਼ ਜਿਹੜੇ ਉਹ ਵਾਲਮਾਰਟ। ਬਿਲਕੁਲ। ਤੇ ਤੁਸੀਂ ਦੇਖੋ ਉਹ ਲੋਕ ਕਿਵੇਂ ਚਾਹਣਗੇ ਅੰਦਰੋਂ ਦਿਲੀ ਆਪਦੇ ਵੀ ਇਹ ਜਿਹੜੀ ਮੂਵਮੈਂਟ ਚੱਲ ਰਹੀ ਆ ਵੀ ਇਹ ਸਫਲ ਹੋਵੇ। ਇਸ ਕਰਕੇ ਪਹਿਲੀ ਗੱਲ ਤਾਂ ਹਾਂ, ਮੈਂ ਥੋੜਾ ਜਿਹਾ ਡਿਫਰ ਕਰਾਂਗਾ ਕਿਉਂਕਿ ਦੇਖੋ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਹਰ ਪਾਰਟੀ ਆਪਣਾ ਬਣਦਾ ਰੋਲ ਨਿਭਾ ਰਹੀ ਹੈ। ਇਹ ਜਿਹੜਾ ਭਾਰਤੀ ਜਨਤਾ ਪਾਰਟੀ ਜਦੋਂ ਇਹ ਜਿੱਤੀ ਹੈ ਨਾ, ਇਹ ਓਵਰ ਕੌਨਫੀਡੈਂਸ ਹੋ ਗਏ। ਇੱਥੇ ਠੀਕ ਹੈ ਕਿ ਬਾਦਲ ਅਕਾਲੀ ਦਲ ਦੀ ਆਪਣੀ ਕੁਛ ਮਜਬੂਰੀ ਹੈ। ਚਲੋ ਆਹ ਬੇਅਦਬੀ ਵਾਲਾ ਕੇਸ ਤਾਂ CBI ਕੋਲੋਂ ਖੁੱਸ ਗਿਆ, ਕੁਝ ਇੱਕ ਹੋਰ ਕੇਸ ਮਜੀਠੇ ਵਾਲਾ ਰਹਿੰਦੇ ਨੇ, ਉਹ ਉਹਨਾਂ ਦੀ ਪ੍ਰੋਬਲਮ ਹੋ ਸਕਦੀ ਹੈ। ਮਜੀਠਾ ਪਰਿਵਾਰ ਦੀ, ਬਾਦਲ ਪਰਿਵਾਰ ਦੀ ਘੱਟ ਹੈ। ਇਸ ਦਮਨ ਵੀਰ ਇਸ ਸਿਲਸਿਲੇ 'ਚ ਨਾ ਜਿਹੜਾ ਇਹਨਾਂ ਦਾ ਅਲਾਇੰਸ ਟੁੱਟਿਆ, ਇਹ ਇੱਕ ਅਲਾਇੰਸ ਟੁੱਟਣਾ ਮੈਂ ਸਮਝਦਾ ਕਿ ਦੇਖੋ ਮੰਗਾਂ ਪੂਰੀਆਂ ਹੋਣ ਨਾ ਹੋਣ, ਪਰ ਜੇ ਅਲਾਇੰਸ ਪੱਕੇ ਤੌਰ 'ਤੇ ਟੁੱਟ ਜਾਂਦਾ ਤੇ ਜਿਹੜਾ ਦੋਸ਼ ਲੱਗਦਾ ਸੀ SGPC ਅਕਾਲੀ ਦਲ 'ਤੇ ਕਿ ਇਹ RSS ਏਜੰਡਾ ਲਾਗੂ ਕਰ ਰਹੇ ਨੇ, ਕਿਤੇ ਨਾ ਕਿਤੇ RSS ਦਖਲ ਵੀ ਦਿੰਦੀ ਸੀ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹਨਾਂ ਦੀ ਬਜਾਏ ਉਹਨਾਂ ਨੇ ਢੀਂਡਸਾ ਗਰੁੱਪ ਨੂੰ ਵੀ ਸਪੋਰਟ ਕਰਤਾ ਸੀ, ਪਦਮ ਸ਼੍ਰੀ ਦੇ ਦਿੱਤਾ ਸੀ, ਕਿਉਂਕਿ ਬਦਲ ਤਾਂ ਉਹ ਲੱਭਦੇ ਨੇ। ਉਹਨਾਂ ਤੋਂ ਬਿਨਾਂ ਹੁਣ ਉਹਨਾਂ ਨੇ ਭਾਜਪਾ ਨੇ ਕਮਲਜੀਤ ਸੋਏ ਹੋਰਾਂ ਦੇ ਰਾਹੀਂ, ਬਾਬਾ ਲੱਖਾ ਸਿੰਘ ਦੇ ਰਾਹੀਂ ਵੀ ਸਮਝੌਤਾ ਕਰਾਉਣ ਲੱਗ ਗਏ। ਹਾਲਾਂਕਿ ਨਰਿੰਦਰ ਤੋਮਰ ਨਕਾਰ ਚੁੱਕਾ, ਪਰ ਬਾਬਾ ਲੱਖਾ ਸਿੰਘ ਅਜੇ ਵੀ ਕਹਿੰਦਾ ਕਿ ਹੁਣ ਮੈਂ ਅਮਿਤ ਸ਼ਾਹ ਨਾਲ ਵੀ ਗੱਲਬਾਤ ਹੋ ਸਕਦੀ ਹੈ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਨਾਨਕਸਰ ਕਲੇਰਾਂ ਦੇ ਇਹ ਪ੍ਰਚਾਰਕ ਪਿੱਛੇ ਨਹੀਂ ਹਟ ਰਹੇ ਸਮਝੌਤਾ ਕਰਾਉਣ ਤੋਂ। ਤੇ ਗਿਆਨੀ ਹਰਪ੍ਰੀਤ ਸਿੰਘ ਜਵਾਬ ਦੇ ਚੁੱਕੇ ਨੇ। ਗਿਆਨੀ ਹਰਪ੍ਰੀਤ ਸਿੰਘ ਹਰਗਿਜ਼ ਨਹੀਂ ਆਉਣਗੇ ਜਿੰਨੀ ਦੇਰ ਅਕਾਲੀ ਦਲ ਤੇ ਭਾਜਪਾ ਦਾ ਤੋੜ ਵਿਛੋੜਾ ਰਹੇਗਾ। ਤੁਸੀਂ ਵੇਖੋ ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਚ ਉਹਨਾਂ ਦਾ ਬੜਾ ਸਖਤ ਬਿਆਨ ਆਇਆ, ਕਿਉਂਕਿ ਇਸ ਵਕਤ ਜਥੇਦਾਰ ਦੀ ਸਖਤੀ ਅਕਾਲੀ ਦਲ ਦੇ ਡੈਮੇਜ ਨੂੰ ਕੰਟਰੋਲ ਕਰਦੀ ਹੈ। ਉਹਨਾਂ ਦਾ ਸਿੱਖ ਪੱਖੀ ਨਜ਼ਰੀਆ ਅਕਾਲੀ ਦਲ ਦੇ ਲਈ ਲਾਹੇਵੰਦ ਹੈ। ਇਸ ਕਰਕੇ ਜਿਵੇਂ ਭੈਣ ਹਰਪ੍ਰੀਤ ਨੇ ਵੀ ਆਖਿਆ ਸੀਗਾ, ਹਰਵਿੰਦਰ ਨੇ, ਸੋ ਜਥੇਦਾਰ ਅਕਾਲ ਤਖਤ ਨਹੀਂ ਇਸ ਮਾਮਲੇ 'ਚ ਆਉਣਗੇ। ਜੇ ਆਉਣਗੇ ਉਹਨਾਂ ਦਾ ਮਿਆਰ ਬੁਰੀ ਤਰ੍ਹਾਂ ਡਿੱਗੇਗਾ, ਕਿਉਂਕਿ ਪਹਿਲਾਂ ਲੌਂਗੋਵਾਲ ਦੀ ਕੁਰਬਾਨੀ ਦਾ ਪਤਾ ਹੀ ਹੈ ਸਾਰਿਆਂ ਨੂੰ। ਦੂਜਾ, ਅਕਾਲੀ ਦਲ ਬਾਦਲ ਜਿਵੇਂ ਹਰਿਆਣਾ 'ਚ ਸਰਗਰਮ ਹੈ, ਚੁਟਾਲਿਆਂ 'ਚੋਂ ਇੱਕ ਗਰੁੱਪ ਠੀਕ ਹੈ, ਦੁਸ਼ਯੰਤ ਉਹਨਾਂ ਦੇ ਨਾਲ ਹੈ, ਪਰ ਜਿੰਨਾ BJP ਸਟਰੋਂਗ ਹੋਏਗੀ ਓਨਾ ਅਕਾਲੀ ਦਲ ਲਈ ਖਤਰਨਾਕ ਹੈ। ਇਹ ਗੱਲ ਬਾਦਲ ਪਰਿਵਾਰ ਨੂੰ ਵੀ ਪਤਾ, ਅਕਾਲੀ ਦਲ ਨੂੰ ਵੀ ਪਤਾ, ਖੇਤਰੀ ਪਾਰਟੀਆਂ ਨੂੰ ਵੀ ਪਤਾ। ਇਸ ਕਰਕੇ ਇਹ ਜਿਹੜਾ ਕੇਡਰ ਚੰਦੂਮਾਰੇ ਦੇ ਰਾਹੀਂ ਹੋ ਰਿਹਾ ਨਾ NDA ਦੀ ਤਰਜ਼ 'ਤੇ ਕਿ ਹੋਰ ਅਲਾਇੰਸ ਹੋਵੇ, ਇਹ ਅੰਦਰੋਂ ਅੰਦਰੀ ਉਸ ਕੋਸ਼ਿਸ਼ ਦੇ ਵਿੱਚ ਨੇ, ਪਰ ਜ਼ਾਹਰ ਨਹੀਂ ਹੋ ਰਿਹਾ ਕਿਉਂਕਿ ਮੋਦੀ ਸਰਕਾਰ ਦੀ ਸਖਤੀ ਤੋਂ ਵੀ ਡਰਦੇ ਨੇ। ਤੇ ਦੂਜੇ ਬੰਨੇ ਕਿਤੇ ਨਾ ਕਿਤੇ ਇਹ ਵੀ ਕਹਿ ਰਹੇ ਨੇ ਕਿ ਅਸੀਂ ਸਮਝੌਤਾ ਵੀ ਕਰਾ ਦਿੰਦੇ ਹਾਂ। ਜਿਵੇਂ ਬਾਬਾ ਲੱਖਾ ਸਿੰਘ ਗਿਆ, ਉਹ ਪਤਾ ਹੀ ਹੈ ਕਿਉਂ ਗਿਆ, ਕਿਹਦੇ ਰਾਹੀਂ ਗਿਆ। ਇਹ ਮਤਲਬ ਡਬਲ ਗੇਮ ਅਕਾਲੀ ਦਲ ਖੇਡ ਰਿਹਾ। ਪਰ ਹਰਿਆਣਾ ਦੇ ਵਿੱਚ ਹੁਣ ਜਿਵੇਂ ਅਲਾਇੰਸ ਟੁੱਟ ਰਿਹਾ
ਤੇ ਉਹ ਇੱਕ ਮੋਦੀ ਸਰਕਾਰ ਵਾਸਤੇ ਬਹੁਤ ਖਤਰੇ ਦੀ ਨਿਸ਼ਾਨੀ ਹੈ। ਸੋ ਇਸ ਕਰਕੇ ਅਕਾਲੀ ਦਲ ਬੜਾ ਬਚ ਬਚਾ ਕੇ ਤੇ ਭਾਜਪਾ ਦੇ ਉੱਤੇ ਦਬਾਅ ਵੀ ਬਣਾ ਰਿਹਾ ਤੇ ਯਾਰੀ ਵੀ ਰੱਖ ਰਿਹਾ ਥੋੜ੍ਹੀ ਬਹੁਤੀ। ਸੋ ਇਸ ਕਰਕੇ ਪੰਜਾਬ ਦੇ ਲਈ ਮੈਂ ਸਮਝਦਾ ਬਿਹਤਰ ਹੈ। ਜੀ ਹਰਵਿੰਦਰ, ਸੌਰੀ ਦਮਨਵੀਰ। ਬਿਲਕੁਲ ਬਿਲਕੁਲ ਬਿਹਤਰ ਤਾਂ ਹੈਗਾ ਜੀ, ਪਰ ਪੁਰਾਣੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹ ਡਬਲ ਗੇਮ ਖੇਡ ਰਹੇ ਆ, ਡਬਲ ਪਾਲਿਸੀ ਖੇਡ ਰਹੇ ਆ, ਕਿਉਂਕਿ ਪੁਰਾਣੇ ਮਿੱਤਰਾਂ ਨੂੰ ਛੱਡਿਆ ਨਹੀਂ ਨਾ ਜਾ ਸਕਦਾ। ਤੁਸੀਂ ਦੇਖੋ ਵੀ ਜਿਹੜੀਆਂ ਭਾਰਤ ਦੀਆਂ ਸੀਕ੍ਰੇਟ ਏਜੰਸੀਜ਼ ਨੇ, ਤੁਸੀਂ ਆਪ ਸੋਚ ਕੇ ਦੇਖੋ, ਮੈਨੂੰ ਕੋਈ ਵੀ ਬੰਦਾ ਆ ਕੇ ਆਨਸਰ ਦੇ ਦੇ ਵੀ ਕੀ ਉਹ ਬਾਦਲ ਪਰਿਵਾਰ ਨੂੰ ਛੱਡ ਸਕਦੇ ਆ ਕਦੇ? ਕੋਈ ਸੀਕ੍ਰੇਟ ਏਜੰਸੀ ਬਾਦਲ ਪਰਿਵਾਰ ਨੂੰ ਕਦੇ ਛੱਡ ਸਕਦੀ ਹੈ? ਜਿਹੜੇ ਬਾਦਲ ਪਰਿਵਾਰ, ਜਿਹੜੀ ਬਾਦਲ ਪਾਰਟੀ, ਜਿਹਨੇ ਪੰਜਾਬੀ 'ਚ ਇਹ ਪੁੱਠੇ ਪਾਸੇ ਨਾ ਲੈ ਕੇ ਜਾਇਓ, ਜਿਹਨੇ ਕਹਿੰਦੇ ਹੁੰਦੇ ਆ ਪੰਜਾਬੀ ਜਗ੍ਹਾ ਕਹਾਵਤ ਸੀ ਵੀ ਕੋਈ ਚਬਾਰਾ ਨਹੀਂ ਛੱਡਿਆ, ਉਹ ਗਲਤ ਪਾਸੇ ਨਹੀਂ ਲਿਜਾਣ ਵਾਲੀ ਗੱਲ। ਚਬਾਰਾ ਕਹਿਣ ਦਾ ਭਾਵ ਵੀ ਉਹੋ ਜੀ ਕੋਈ ਨੁੱਕੜ ਥਾਂ ਜਿੱਥੇ ਇਹ ਗਏ ਨਹੀਂ। ਇਹਨਾਂ ਨੂੰ ਸਭ ਪਤਾ ਹੈ ਚੋਰ ਮੋਰੀਆਂ ਦਾ, ਤਾਂ ਕਰਕੇ ਇਹਨਾਂ ਨੂੰ ਉਹ ਛੱਡ ਨਹੀਂ ਸਕਦੇ। ਪਰ ਅੰਦਰੋਂ ਅੰਦਰੀ, ਬਾਹਰੋਂ ਸੋਸ਼ਲ ਮੀਡੀਆ ਤੇ, ਬਾਹਰ ਆਮ ਜਨਤਾ ਦੇ ਵਿੱਚ ਇਹਨਾਂ ਦਾ ਬੋਲ ਬਾਣੀ, ਇਹਨਾਂ ਦੀ ਬੋਡੀ ਲੈਂਗੁਏਜ, ਇਹਨਾਂ ਦੇ ਬਿਆਨ ਜਿਹੇ ਜਿਹੇ ਮਰਜ਼ੀ ਹੋਣ, ਇਹ ਅੰਦਰੋਂ ਅੱਜ ਵੀ ਇੱਕ ਹੈ। ਇਹ ਮੰਨਣਾ ਪੈਣਾ, ਇਹ ਮੰਨਣਾ ਪੈਣਾ। ਜਿਵੇਂ ਤੁਸੀਂ ਬਾਬੇ ਲੱਖੇ ਦੀ ਐਗਜ਼ਾਮਪਲ ਦਿੱਤੀ, ਬਾਬੇ ਲੱਖੇ ਵਰਗੇ ਹਜ਼ਾਰਾਂ ਬਾਬੇ ਪੰਜਾਬ 'ਚ ਤੁਰੇ ਫਿਰਦੇ ਆ, ਤੇ ਇੱਕ ਬੰਦੇ ਨੂੰ ਸੈਂਟਰ ਦੇ ਮਿਨਿਸਟਰ ਦੇ ਨਾਲ ਅਪੁਆਇੰਟਮੈਂਟ ਮਿਲਣੀ, ਉਹ ਵੀ ਉਸ ਸਮੇਂ ਦੇ ਵਿੱਚ ਜਦੋਂ ਮੁੱਦਾ ਇੰਨਾ ਭਖਿਆ ਪਿਆ, ਜਿੱਥੇ ਕਿਸਾਨ ਯੂਨੀਅਨਾਂ ਦੇ ਨਾਲ ਮੀਟਿੰਗਸ ਹੋ ਰਹੀਆਂ। ਤੇ ਇਹ ਇੱਕ ਬਹੁਤ ਵੱਡਾ ਮੁੱਦਾ, ਇਹ ਸਾਹਮਣੇ ਆਪ ਹੀ ਪਤਾ ਲੱਗ ਰਿਹਾ ਵੀ ਇਹ ਪਾਰਟੀ ਕਿਵੇਂ ਗੇਮ ਪਲੇ ਕਰ ਰਹੀ ਹੈ। ਮੈਨੂੰ ਇਸ ਚੀਜ਼ ਦਾ ਡਰ ਚੱਲ ਰਿਹਾ ਜੋ ਵੀ ਇਹ ਤੁਸੀਂ ਦੇਖਿਓ, ਇਹ ਜਿਹੜੀ ਮੂਵਮੈਂਟ ਹੈਗੀ ਆ, ਇਹ ਨਾਰਿਆਂ ਤੋਂ, ਉੱਥੋਂ ਪੀਸਫੁਲ ਬੈਠਣ ਤੋਂ, ਵਿਦੇਸ਼ਾਂ ਦੇ ਵਿੱਚੋਂ ਪੀਸਫੁਲ ਤਰੀਕੇ ਦੇ ਨਾਲ ਬੈਠਣ ਤੋਂ ਤਬਦੀਲ ਹੋਣੀ ਹੈ। ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਵੀ ਇਹ ਮੀਟਿੰਗਾਂ ਬਹੁਤ ਕੀਤੀਆਂ ਸੀ। ਅੱਜ ਤੋਂ 40 ਸਾਲ ਪਹਿਲਾਂ ਵੀ ਬੜੇ ਇੰਗਲਿਸ਼, ਹਿੰਦੀ, ਪੰਜਾਬੀ ਦੇ ਵਿੱਚ ਇੰਟਰਵਿਊਜ਼ ਹੋਈਆਂ ਸੀ। ਅੱਜ ਤੋਂ 40 ਸਾਲ ਪਹਿਲਾਂ ਵੀ ਉੱਥੇ ਪੜ੍ਹੇ ਲਿਖੇ ਜੋ ਨੌਜਵਾਨ ਸੀਗੇ ਮੂਵਮੈਂਟਸ ਦੇ ਵਿੱਚ, ਉਹਨਾਂ ਨੇ ਸਰਕਾਰਾਂ ਦੇ ਨਾਲ, ਰਾਜ ਦੇ ਨੁਮਾਇੰਦਿਆਂ ਦੇ ਰਾਹੀਂ ਗੱਲਾਂ ਤੋਰੀਆਂ ਸੀ, ਪਰ ਕੋਈ ਸਾਰੀਆਂ ਉਹ ਚੀਜ਼ਾਂ ਬੇਸਿੱਟਾ ਰਹੀਆਂ। ਇਹ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਵੀ ਸਰਕਾਰ ਕੁਝ ਵੀ ਇਹਨਾਂ ਤੇ ਅਟੈਕ ਕਰ ਸਕਦੀ ਹੈ। ਦੇਖਿਓ ਇਹਦਾ ਅੰਤ ਕਿਵੇਂ ਹੋਣਾ ਹੈ। ਇਹਦਾ ਅੰਤ ਹੋਣਾ ਹੈਗਾ ਵੀ ਜਿਹੜੇ ਇਹ ਕਾਨੂੰਨ ਨੇ, ਮੈਂ ਨੈਗੇਟਿਵ ਨਹੀਂ ਲੈ ਕੇ ਜਾ ਰਿਹਾ, ਮੈਂ ਹਮੇਸ਼ਾ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਰਦਾਸ ਕਰਦੇ ਆ ਵੀ ਇਹ ਸਾਡੇ ਭੈਣ ਭਰਾ ਤੋਂ ਜਿੱਤ ਕੇ ਆਉਣ, ਪਰ ਇਹ ਕਾਨੂੰਨ ਜਿੱਤੇ ਨਹੀਂ ਜਾਣਗੇ। ਇਹ ਅੱਜ ਦੀ ਤੁਸੀਂ ਤਰੀਕ ਨੋਟ ਕਰ ਲਓ, ਇਹ ਜਿਹੜੇ ਕਾਨੂੰਨ ਹੈਗੇ ਆ, ਤੁਸੀਂ ਵੀ ਸਿਆਣੇ ਹੋ, ਇਹ ਕਾਨੂੰਨ ਜਿੱਤੇ ਨਹੀਂ ਜਾਣਗੇ ਇਹਨਾਂ ਤੋਂ। ਜਿਹੜੇ ਸਰਕਾਰ ਤੁਹਾਨੂੰ ਸ਼ਰੇਆਮ ਐਂ ਕਹਿ ਰਹੀ ਹੈ ਵੀ ਅਸੀਂ 2 ਸੂਬਿਆਂ ਕਰਕੇ ਕਾਨੂੰਨ ਨਹੀਂ ਬਦਲ ਸਕਦੇ, ਹੋਰ ਪਿੱਛੇ ਟਵਾਣਾ ਸਾਹਿਬ ਰਹਿ ਕੀ ਗਿਆ। ਆਹ ਦੇਖੋ, ਜਿਹੜੇ ਮੱਧ ਪ੍ਰਦੇਸ਼, ਯੂਪੀ ਦਾ ਜੋ ਕਾਨੂੰਨ ਸੀਗਾ ਵੀ ਜੋ ਵਿਦੇਸ਼ਾਂ ਦੇ ਵਿੱਚ ਡਾਇਰੈਕਟ ਚਾਵਲ ਨਹੀਂ ਵੇਚ ਸਕਦੇ ਸੀ, ਝੋਨਾ ਨਹੀਂ ਵੇਚ ਸਕਦੇ ਸੀ, ਉਹ ਇਹਨਾਂ ਨੇ ਮਨਜ਼ੂਰੀ ਦਿੱਤੀ ਹੈ। ਉਹ ਇਹਨਾਂ ਨੇ ਮਨਜ਼ੂਰੀ ਦਿੱਤੀ ਹੈ। ਜਿਹੜੇ ਪਾਸਿਓਂ ਜਿਹੜੀ ਸਸਤੀ ਫਸਲ, ਓਬਵੀਅਸਲੀ ਜਿਹੜੀ ਆਪਣਾ ਵਿਦੇਸ਼ੀ ਚਾਹੇ ਕੋਈ ਵੀ ਬਿਜ਼ਨਸਮੈਨ ਹੈ, ਉਹ ਸਸਤੇ ਪਾਸੇ ਜਾਊਗਾ। ਜਦੋਂ ਸਸਤੀ ਫਸਲ ਚੱਕੂਗਾ, ਇਹਨਾਂ ਕੋਲੇ ਆਉਣਾ ਕਿਹਨੇ ਹੈ? ਇਹਨੇ ਦੂਜੇ ਪਾਸੇ ਵੀ ਆਪਣਾ ਪੰਜਾਬ ਨੂੰ ਖਤਮ ਕਰਤਾ। ਤੀਜੇ ਪਾਸਿਓਂ ਜਾਣ ਲੱਗਾ, ਮੈਂ ਕਹਿ ਕੇ ਜਾਊਂਗਾ, ਜਿਹੜੀ ਸਭ ਤੋਂ ਖਤਰਨਾਕ ਚੀਜ਼ ਦੇਖੋ, ਹੁਣ ਜੋ ਰੇ ਸਪਰੇ ਦੇ ਵਿੱਚ ਵੀ ਇਹਨਾਂ ਨੇ ਕਾਨੂੰਨ ਨਵਾਂ ਕ੍ਰੀਏਟ ਕਰ ਰਹੇ ਆ। ਜਿਹੜੇ ਇੰਨੇ ਖਤਰਨਾਕ ਕਾਨੂੰਨ ਕ੍ਰੀਏਟ ਕਰ ਰਹੇ ਆ, ਉਹ ਤੋਂ ਪਤਾ ਲੱਗ ਰਿਹਾ ਵੀ ਇਹਨਾਂ ਨੇ ਪੰਜਾਬ ਤੇ ਸਾਰੇ ਕੁੱਲ ਭਾਰਤ ਦੇ ਵਿੱਚ ਜਿਹੜੀ ਕਿਸਾਨੀ ਹੈਗੀ ਆ, ਉਹ ਖਤਮ ਕਰਨੀ ਹੈ। ਜਿਹੜੇ ਕਾਨੂੰਨ ਹੈ, ਇਹ ਨਹੀਂ ਜਿੱਤੇ ਜਾ ਸਕਦੇ ਅੱਜ ਦੇ ਸਮੇਂ ਇਹਨਾਂ ਦੇ ਕੋਲ। ਹਾਂਜੀ, ਜਾਣ ਲੱਗਾ ਮੈਂ ਇੱਕ ਗੱਲ ਹੀ ਕਹਿ ਕੇ ਜਾਣੀ ਹੈ ਵੀ ਦੇਖਿਓ ਤੁਸੀਂ, ਇਹ ਜੋ ਪੀਸਫੁਲ ਤਰੀਕਾ ਹੈਗਾ, ਇਹ ਦੂਜੇ ਤਰੀਕੇ ਦੇ ਵਿੱਚ 101% ਬਦਲੂਗਾ। ਤੇ ਜਦੋਂ ਇਹ ਬਦਲੂਗਾ ਤੇ ਫੇਰ ਲੋਕਾਂ ਨੂੰ ਵੀ ਪਤਾ ਲੱਗੂਗਾ ਵੀ ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਪੰਜਾਬ ਦੀਆਂ ਮੰਗਾਂ ਲੈ ਕੇ ਲੋਕ ਉੱਠੇ ਸੀ, ਉਹ ਗਲਤ ਨਹੀਂ ਸੀ। ਜਿਨ੍ਹਾਂ ਨੂੰ ਇਹਨਾਂ ਦੀਆਂ ਏਜੰਸੀਆਂ ਨੇ, ਇਹਨਾਂ ਦੀਆਂ ਸਰਕਾਰਾਂ ਨੇ ਖਾਲਿਸਤਾਨੀ, ਖਾੜਕੂ ਤੇ ਅੱਤਵਾਦੀ ਦਾ ਟਾਈਟਲ ਦੇ ਕੇ ਪੰਜਾਬ ਤੇ ਕੁੱਲ ਭਾਰਤ ਦੇ ਵਿੱਚ ਇੱਕ ਕੱਟੜਪੁਣੇ ਦਾ ਕਹਿ ਕੇ ਉਹਨਾਂ ਨੂੰ ਮਰਵਾਇਆ ਗਿਆ। ਤੇ ਇਹਨਾਂ ਨੂੰ ਲੋਕਾਂ ਨੂੰ ਵੀ ਪਤਾ ਲੱਗੂਗਾ ਵੀ ਭਾਈ ਉਹ ਲੋਕ ਗਲਤ ਨਹੀਂ ਸੀ। ਮੈਂ ਇੰਨੀ ਗੱਲ ਹੀ ਕਹਿਣੀ ਜੀ। ਧੰਨਵਾਦ। ਥੈਂਕ ਯੂ ਦਮਨਵੀਰ, ਥੈਂਕ ਯੂ। ਬਿਲਕੁਲ ਤੌਖਲੇ ਬਹੁਤ ਨੇ, ਕਿਉਂਕਿ ਅੱਜ ਜਿਸ ਤਰ੍ਹਾਂ ਮੀਲ ਆਰਡਰ ਇਸ ਮਾਮਲੇ ਦੇ ਵਿੱਚ ਚੀਫ ਜਸਟਿਸ ਕੋਈ ਸੁਨੇਹਾ ਦੇ ਸਕਦੇ ਨੇ, ਪਰ ਕੱਲ ਹਾਲਾਤ ਕੀ ਰਹੀ ਹੈ। ਸੰਦੀਪ ਵਰਗਾ ਖਿਡਾਰੀ ਜਿਹਨੇ ਹਾਕੀ 'ਚ ਬੜਾ ਨਾਂ ਚਮਕਾਇਆ, ਉਹਨੂੰ ਵੀ ਆਪਣਾ ਹਿਫਾਜ਼ਤ ਦੇ ਵਾਸਤੇ ਮੰਦਰ ਦੀ ਸ਼ਰਨ ਲੈਣੀ ਪਈ। ਖੇਡ ਮੰਤਰੀ ਨੂੰ ਵੀ ਇਹ ਸਿਆਸੀ ਖੇਡ ਦੇਖਣਾ ਪਿਆ, ਕਿਉਂਕਿ ਕੱਲ੍ਹ ਜਿਸ ਤਰ੍ਹਾਂ ਹਾਲਾਤ ਬੇਕਾਬੂ ਹੋਏ, ਭਾਵੇਂ ਹੰਝੂ ਗੈਸ ਦੇ ਗੋਲੇ, ਲਾਠੀ ਚਾਰਜ, ਪੁਲਿਸ ਨੇ ਬਹੁਤ ਕੁਛ ਕੀਤਾ, ਪਰ ਫਿਰ ਵੀ ਮੰਚ 'ਤੇ ਮੌਜੂਦ ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਕਰਨਾਲ ਤੋਂ ਸੰਸਦ ਮੈਂਬਰ ਸੰਜੇ ਭਾਟੀਆ, ਖੇਡ ਮੰਤਰੀ ਸੰਦੀਪ ਸਿੰਘ, ਵਿਧਾਇਕ ਰਾਜਕੁਮਾਰ ਕਸ਼ਯਪ, ਹਰਵਿੰਦਰ ਕਲਿਆਣ ਸਮੇਤ ਅਨੇਕ ਜਿਹੜੇ ਨੇਤਾ ਨੇ, ਉਹਨਾਂ ਨੂੰ ਮੰਦਰ 'ਚ ਵੜ ਕੇ ਆਪਣੀ ਜਾਨ ਬਚਾਉਣੀ ਪਈ। ਘਰਾਓ ਇੰਨਾ ਸਖਤ ਸੀ।
ਤੇ ਇਸ ਦੌਰਾਨ ਇਹ ਜਿਹੜੀ ਸਥਿਤੀ ਬਣ ਰਹੀ ਹੈ ਇਹ ਬਹੁਤ ਮਾਯੂਸ ਕਰਨ ਵਾਲੀ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਜਲੰਧਰ ਦੇ ਵਿੱਚ ਬਹੁਤ ਸਖਤ ਘਿਰਾਓ ਹੋਇਆ। 3 ਘੰਟੇ ਧਰਨੇ ਦੇ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਪੁਲਿਸ ਨਾਲ ਜਿਹੜਾ ਇੱਟ ਖੜਕਾ ਕੀਤਾ, ਖਿੱਚੋਤਾਣ ਹੋਈ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਲੈਨਿੰਗ ਦੇ ਨਾਲ ਇਹ ਕੁਛ ਕਰ ਰਹੀ ਹੈ, ਜਿਹੜੇ ਵਿਰੋਧ ਕਰ ਰਹੇ ਨੇ ਇਹ ਕਾਂਗਰਸ ਦੇ ਗੁੰਡੇ ਨੇ ਤੇ ਮੇਰੀ ਕਾਰ 'ਤੇ ਹਮਲਾ ਕਰਨ ਵਾਲੇ ਕਿਸਾਨ ਨਹੀਂ ਹੈ। ਇਸ ਸੰਬੰਧੀ ਕਿਸਾਨਾਂ 'ਤੇ ਸਿੱਧਾ ਹਮਲਾ ਕਰਨ ਤੋਂ ਬਚਦਿਆਂ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਜੋ ਲੋਕ ਇਹ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਹੋ ਨਹੀਂ ਸਕਦੇ। ਜਿਨ੍ਹਾਂ ਨੇ ਮੇਰੀ ਕਾਰ 'ਤੇ ਹਮਲਾ ਕੀਤਾ ਸੀ ਉਹ ਵੀ ਕਿਸਾਨ ਨਹੀਂ ਸੀ। ਸੋ ਭਾਜਪਾ ਦੀਆਂ ਰੈਲੀਆਂ ਦਾ ਵਿਰੋਧ ਕਾਂਗਰਸੀ ਕਰ ਰਹੇ ਨੇ। ਕਾਂਗਰਸ ਸੰਸਦ ਰਵਨੀਤ ਬਿੱਟੂ ਨੂੰ ਉਚੇਚਾ ਨਿਸ਼ਾਨਾ ਬੀਜੇਪੀ ਬਣਾ ਰਹੀ ਹੈ ਕਿ ਇਸ ਨੇ ਕਿਹਾ ਸੀ ਕਿ ਲਾਸ਼ਾਂ ਦੇ ਢੇਰ ਵਿਛਾ ਦਿਆਂਗੇ। ਸੋ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਨਾ ਰਾਸ਼ਟਰਪਤੀ ਰਾਜ ਦਾ ਸੁਪਨਾ ਵੇਖਣ ਦਾ ਜ਼ਰੀਆ ਜਿਸ ਪਾਸੇ ਨੂੰ ਹੈ, ਅਤੇ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਵੀ ਚਾਹੀਦਾ ਕਿ ਹਿੰਸਕ ਨਹੀਂ ਹੋਣਾ ਚਾਹੀਦਾ। ਮੈਂ ਕੱਲ੍ਹ ਜਲੰਧਰ 'ਚ ਵੀ ਵੇਖਿਆ ਇੱਕ ਨਿਹੰਗ ਸਿੰਘ ਸੀਗਾ ਅੰਮ੍ਰਿਤਧਾਰੀ, ਜਿਸ ਦੇ ਕੋਲ ਵੱਡੀ ਤਲਵਾਰ ਸੀ, ਕਿਰਪਾਨ ਸੀ, ਪਰ ਉਸ ਨੇ ਵੀ ਕਿਰਪਾਨ ਫੜ ਕੇ ਉਹ ਜਾ ਰਿਹਾ ਸੀ, ਹਾਲਾਂਕਿ ਉਹ ਮਿਆਨ 'ਚੋਂ ਬਾਹਰ ਨਹੀਂ ਸੀ ਕੱਢੀ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਫੁਟੇਜ ਨੇ ਨਾ, ਦੇਖੋ ਇਹ ਹਥਿਆਰ ਖਾਲਸੇ ਦਾ ਚਿੰਨ੍ਹ ਨੇ, ਪਰ ਜਦੋਂ ਇਹ ਹਥਿਆਰ ਦਾ ਪ੍ਰਦਰਸ਼ਨ ਹਥਿਆਰਾਂ ਦੀ ਜਿਹੜੀ ਫੁਟੇਜ ਹੈ ਲੋਕਾਂ ਦੇ ਸਾਹਮਣੇ ਜਾਂਦੀ ਹੈ ਨਾ, ਅਤੇ ਫਿਰ ਉਹ ਗੋਦੀ ਮੀਡੀਆ ਦੇਖੋ ਜੀ ਕਿਵੇਂ ਜਾਨੋਂ ਮਾਰਨ। ਕਿਉਂਕਿ ਹੁਣ ਜਿਵੇਂ ਗੋਹੇ ਦੀ ਟਰਾਲੀ ਲੈ ਕੇ ਬੰਦਾ ਆਇਆ ਸੀ ਅਤੇ ਉਹ ਟਰੈਕਟਰ ਲੈ ਕੇ ਆਇਆ ਸੀ ਕਿ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ 'ਤੇ 307 ਲਗਾ ਦਿੱਤੀ ਸੀ। ਇਹ ਸਾਰੇ ਸਿਲਸਿਲੇ ਵਿੱਚੋਂ ਸਰਕਾਰਾਂ ਦੀ ਨੀਂਦ ਉੱਡ ਰਹੀ ਹੈ। ਅਤੇ ਇਹ ਜਿਹੜੀ ਸਥਿਤੀ ਇਹ ਨਹੀਂ ਕਿ ਪੰਜਾਬ 'ਚ ਹੀ ਹੈ, ਇਹ ਸਥਿਤੀ ਬੰਗਾਲ 'ਚ ਵੀ ਹੋਈ ਹੈ। ਬੰਗਾਲ ਦਾ ਸਾਬਕਾ ਟਰਾਂਸਪੋਰਟ ਮੰਤਰੀ ਸ਼ਿਵੇਂਦਰੂ ਅਧਿਕਾਰੀ, ਜਿਹੜਾ ਇਹਨਾਂ ਦਾ ਕਾਸਟ ਹੈ ਉਧਰ ਅਧਿਕਾਰੀ ਕਾਸਟ ਚੱਲਦੀ ਹੈ, ਸੋ ਸ਼ਿਵੇਂਦਰੂ ਅਧਿਕਾਰੀ ਨੰਦੀਗ੍ਰਾਮ ਦੇ ਦਫ਼ਤਰ 'ਤੇ ਉਹਦੇ ਕੱਲ੍ਹ ਹਮਲਾ ਹੋਇਆ, ਕਿਉਂਕਿ ਇਹ ਜਿਹੜਾ ਸਾਬਕਾ ਮੰਤਰੀ ਸੀਗਾ ਤ੍ਰਿਣਮੂਲ ਕਾਂਗਰਸ ਦਾ, ਮਮਤਾ ਬੈਨਰਜੀ ਖੇਮੇ ਦਾ ਸਾਬਕਾ ਟਰਾਂਸਪੋਰਟ ਮੰਤਰੀ ਸੀ, ਇਹ ਭਾਜਪਾ ਸ਼ਾਮਲ ਹੋ ਗਿਆ ਅਤੇ ਇਸ ਦੇ ਦਫ਼ਤਰ ਦੀ ਭੰਨ ਤੋੜ ਹੋਈ ਹੈ। ਦੋਨੇ ਧਿਰਾਂ ਦੇ ਵਿੱਚ ਕਾਫੀ ਜਿਹੜਾ ਹੈਗਾ ਖੂਨੀ ਲੜਾਈ ਹੋਈ ਹੈ। ਮਿਦਨਾਪੁਰ ਜ਼ਿਲ੍ਹੇ ਦੇ ਵਿੱਚ TMC ਅਤੇ ਭਾਜਪਾ ਦੇ ਜਿਹੜੇ ਵਰਕਰ ਨੇ ਆਪਸ ਵਿੱਚ ਭਿੜੇ ਨੇ, ਕਈ ਲੋਕ ਜ਼ਖਮੀ ਹੋਏ ਨੇ, ਇੱਟਾਂ ਪੱਥਰ ਲਾਠੀਆਂ ਚੱਲੀਆਂ ਨੇ। ਅਤੇ ਹੁਣ ਭਾਜਪਾ ਨੇ ਦੋਸ਼ ਲਾਇਆ ਕਿ TMC ਦੇ ਵਰਕਰਾਂ ਨੇ ਗੁੱਸੇ ਹੋ ਕੇ ਕਿ ਉਹਨਾਂ ਦਾ ਨੇਤਾ ਮੰਤਰੀ ਰਿਹਾ ਸ਼ਿਵੇਂਦਰੂ ਅਧਿਕਾਰੀ ਟਰਾਂਸਪੋਰਟ ਮੰਤਰੀ ਰਿਹਾ, ਇਹ ਭਾਜਪਾ 'ਚ ਕਿਉਂ ਸ਼ਾਮਲ ਹੋ ਰਿਹਾ, ਅਤੇ ਉੱਥੇ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਿੱਚ ਖੂਨ ਡੋਲਵੀਂ ਜੰਗ ਜਿਹੜੀ ਚੱਲ ਰਹੀ ਹੈ। ਵੈਸੇ ਤਾਂ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਨਾ, ਬੰਦਾ ਬਹੁਤ ਮੁਸ਼ਕਿਲਾਂ ਦੇ ਵਿੱਚ ਹੈ ਇਸ ਵਕਤ ਵੀ। ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਰਾਤ ਦਾ ਵਕਤ ਹੈ, ਇੰਡੀਆ 'ਚ ਸਵੇਰ ਦਾ ਵਕਤ ਹੈ। ਦੇਖੋ ਜਿਹੜੇ ਜੋਬਾਂ 'ਤੇ ਨੇ ਉਹਨਾਂ ਨੇ ਤਾਂ ਨੀਂਦਰੇ ਰਹਿਣਾ ਹੀ ਹੈ, ਪਰ ਆਮ ਲੋਕ ਵੀ ਜਿਹੜੇ ਨੇ ਨਾ ਉਹ ਨੀਂਦਰੇ ਦਾ ਸ਼ਿਕਾਰ ਹੋ ਰਹੇ ਨੇ, ਸਲੀਪ ਡਿਸਆਰਡਰ ਦਾ, ਕਿਉਂਕਿ ਇਸ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਬਹੁਤ ਵੱਧਦੀਆਂ ਨੇ। ਇਸ ਸੰਬੰਧੀ ਇੱਕ ਸਰਵੇ ਰਿਪੋਰਟ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ, ਕਿਉਂਕਿ ਜਿਹੜਾ ਸਾਡੇ ਕੋਲ ਬਦਲ ਸੀਗਾ ਲੋਰੀਆਂ ਦਾ, ਛੋਟੇ ਛੋਟੇ ਬੱਚਿਆਂ ਨੂੰ ਮਾਵਾਂ ਲੋਰੀਆਂ ਦੇ ਕੇ ਸੁਣਾਉਂਦੀਆਂ ਸੀ। ਕਈ ਲੋਕ ਪਾਠ ਸੁਣਦੇ ਸੌਂ ਜਾਂਦੇ ਨੇ। ਸੋ ਸਕੂਨ ਦੇ ਵਾਸਤੇ ਇੱਦਾਂ ਦੀ ਲੋਰੀਆਂ ਲਿਰਿਕਸ ਬਹੁਤ ਜ਼ਰੂਰੀ ਹੁੰਦੇ ਨੇ। ਪਰ ਅਫਸੋਸ ਕਿ ਮੈਂ ਵਿਰਸੇ ਨਾਲ ਸੰਬੰਧਿਤ ਗੱਲ ਕਰਾਂ ਕਿ 5-6 ਸਾਲ ਪਹਿਲਾਂ ਨਾ ਇੱਕ ਸਰਵੇ ਸਾਹਮਣੇ ਆਇਆ ਸੀਗਾ ਲੋਰੀਆਂ ਦਾ। 10,000 ਤੋਂ ਵੱਧ ਮਾਵਾਂ 'ਤੇ ਸਰਵੇ ਕੀਤਾ ਗਿਆ ਸੀ ਪੂਰੀ ਇੰਡੀਆ ਦੀਆਂ 'ਤੇ। ਸਿੰਪਲ ਸਰਵੇ ਸੀ ਇਹ ਇੱਕ, ਅਤੇ ਜਿਨ੍ਹਾਂ ਕੋਲ ਬੱਚੇ ਹੋਏ ਸੀ ਉਹਨਾਂ ਮਾਵਾਂ ਦਾ ਸਰਵੇ ਕੀਤਾ ਗਿਆ ਸੀ, ਜਿਸ ਦੇ ਵਿੱਚ ਪਤਾ ਲੱਗਿਆ ਕਿ ਲੋਰੀਆਂ ਸਾਨੂੰ ਭੁੱਲ ਗਈਆਂ ਨੇ। ਪੰਜਾਬ ਅਤੇ ਹਰਿਆਣਾ ਦੋਨੇ ਸੂਬੇ ਇਸ ਮਾਮਲੇ 'ਚ 11ਵੇਂ ਸਥਾਨ 'ਤੇ ਸੀ, ਜਿੱਥੇ ਮਾਵਾਂ ਨੂੰ ਲੋਰੀਆਂ ਨਹੀਂ ਸੀ ਆਉਂਦੀਆਂ, ਨਾਨੀਆਂ ਦਾਦੀਆਂ ਨੂੰ ਥੋੜ੍ਹੀਆਂ ਯਾਦ ਸੀ। ਅਤੇ ਲੋਰੀ ਇੱਕ ਥੈਰੇਪੀ ਹੈ। ਸਿੰਗਾਪੁਰ ਤੋਂ ਸੀਗਾ ਕਿ ਇੱਕ ਪਿੱਛੇ ਜਿਹੀ ਰਿਪੋਰਟ ਸੀਗੀ ਕਿ ਇੱਕ ਕੋਮਾ 'ਚ ਪਏ ਬੱਚੇ ਨੂੰ ਉਸਦੀ ਮਾਂ ਨੇ ਸਲਾ ਕੇ, ਕਿਉਂਕਿ ਜਿਹੜਾ ਬੋਡੀ ਹੀਲਿੰਗ ਹੈ ਜਾਂ ਜਿਹੜੀ ਵਾਈਬ੍ਰੇਸ਼ਨ ਆ ਉਹ ਇਸ ਨਾਲ ਆਉਂਦੀ ਹੈ ਜਦੋਂ ਤੁਸੀਂ ਟੱਚ ਕਰਦੇ ਹੋ। ਅਤੇ ਇਸੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਪਵਿੱਤਰ ਰੂਹਾਂ ਸੰਤਾਂ ਤੋਂ ਟੱਚ ਕਰਵਾਉਂਦੇ ਨੇ, ਆਸ਼ੀਰਵਾਦ ਆ ਕਿ ਬਾਬਿਆਂ ਨੇ ਆਸ਼ੀਰਵਾਦ ਦੇ ਦਿੱਤਾ, ਕਿਉਂਕਿ ਅੱਗੇ ਸਾਡੇ ਜਿਹੜਾ ਪਵਿੱਤਰ ਕਾਰਜ ਸੀਗਾ ਨਾ, ਸਿਰ ਪਲੋਸ ਦੇਣਾ ਬੱਚਿਆਂ ਦਾ, ਸਿਰ ਪਲੋਸਣਾ, ਮੱਥਾ ਟੇਕਣਾ, ਲੋਕ ਮੱਥਾ ਟੇਕਦੇ ਸੀ ਅਤੇ ਉਹਦੇ ਉਲਟ ਜਿਹੜੇ ਵੱਡੇ ਲੋਕ ਸੀ ਉਹ ਸਿਰ ਪਲੋਸ ਦਿੰਦੇ ਸੀ। ਸਿਰ ਪਲੋਸਣ ਦਾ ਮਤਲਬ ਹੈ ਸਿਰ 'ਤੇ ਹੱਥ ਰੱਖਣਾ, ਹਿਫਾਜ਼ਤ ਕਰਨੀ। ਕਿਉਂਕਿ ਮੈਨੂੰ ਯਾਦ ਹੈ ਮੱਥਾ ਟੇਕਣਾ ਸਾਡੇ ਵੇਖਦਿਆਂ ਅਲੋਪ ਹੋਇਆ। ਮੈਨੂੰ ਯਾਦ ਹੈ ਜਦੋਂ ਮਾਂ ਦੇ ਨਾਲ ਜਾਣਾ ਨਾਨਕੇ, ਅਤੇ ਵੱਡਿਆਂ ਛੋਟਿਆਂ ਨੇ ਸਾਰਿਆਂ ਨੇ ਮਤਲਬ ਕਹਿਣਾ ਕਿ ਕਿਸੇ ਨੇ ਕਹਿਣਾ ਹਾਂ ਬੀਬੂ ਮੱਥਾ ਟੇਕਦਾ, ਭੈਣ ਮੱਥਾ ਟੇਕਦਾ, ਮਤਲਬ ਸਤਿ ਸ਼੍ਰੀ ਅਕਾਲ ਨਹੀਂ ਸੀਗੀ, ਨਮਸਕਾਰ ਨਹੀਂ ਸੀਗਾ ਇੰਨਾ ਜਿੰਨਾ ਆਮ ਪੰਜਾਬ ਦੇ ਕਲਚਰ 'ਚ ਮੱਥਾ ਟੇਕਣਾ ਸੀ। ਹਾਲਾਂਕਿ ਕਈ ਲੋਕ ਇਸ ਨੂੰ ਸਾਧ ਵਿਰਤੀ ਕਹਿੰਦੇ ਨੇ। ਟਰੈਂਡ ਚੇਂਜ ਹੋਇਆ, ਹੁਣ ਗੋਡੀ ਹੱਥ ਲਾਉਣ ਦਾ ਕਲਚਰ ਬਹੁਤ ਵੱਧ ਗਿਆ ਸਿਆਸਤਦਾਨਾਂ ਤੋਂ, ਹੈ ਨਾ।
ਪਰ ਇਹ ਮੱਥਾ ਟੇਕਣਾ ਆਮ ਸੀ। ਮੱਥਾ ਟੇਕਣ ਦਾ ਮਤਲਬ ਹੈ ਤੁਸੀਂ ਸ਼ਰਧਾ ਅਕੀਦਤ ਭੇਟ ਕਰਨਾ। ਜ਼ਰੂਰੀ ਨਹੀਂ ਕਿ ਮੱਥਾ ਉਹਨਾਂ ਦੇ ਚਰਨਾਂ 'ਤੇ ਰੱਖੋ, ਮੂੰਹੋਂ ਕਹਿ ਦਿੰਦੇ ਸੀ ਮੱਥਾ ਟੇਕਦਾ, ਅਤੇ ਉਹ ਅੱਗੇ ਕਹਿੰਦੇ ਸੀ ਜਿਉਂਦਾ ਰਹੋ, ਜਾਂ ਸਿਰ 'ਤੇ ਹੱਥ ਰੱਖ ਦਿੰਦੇ ਸੀ। ਇਹ ਇੱਕ ਆਸ਼ੀਰਵਾਦ ਸੀ। ਪਰ ਹੁਣ ਸਿਰ 'ਤੇ ਹੱਥ ਰੱਖਣ ਦੀ ਵੀ ਜਿਹੜੀ ਕਵਾਇਦ ਹੈ, ਜਿਸ ਤਰ੍ਹਾਂ ਹੱਗ ਕਰਨਾ ਵੱਧ ਗਿਆ, ਇਹਦੇ ਵਿੱਚ ਵੀ ਪਵਿੱਤਰਤਾ ਖਤਮ ਹੋ ਗਈ ਹੈ। ਇਹਦੇ ਵਿੱਚ ਜਿਹੜਾ ਹੈਗਾ ਨਾ ਥੋੜ੍ਹੀ ਫਾਰਮੈਲਿਟੀ ਜ਼ਿਆਦਾ ਫਸ ਗਈ ਹੈ। ਇਹ ਜਿਹੜਾ ਸਾਰਾ ਸਿਲਸਿਲਾ ਸੀਗਾ ਕਿ ਲੋਰੀਆਂ ਨਾਲ ਟੱਚ ਕਰਕੇ ਸਹਿਲਾ ਕੇ ਇੱਕ ਬੱਚੇ ਨੂੰ, ਜਿਹੜਾ ਕਿ ਮਤਲਬ ਡਾਕਟਰ ਬਿਆਸ ਹੋ ਗਏ ਸੀ, ਸਿੰਗਾਪੁਰ ਦੀਆਂ ਰਿਪੋਰਟਾਂ ਨੇ, ਨਿਰਾਸ਼ ਹੋ ਗਏ ਸੀ। ਉਸ ਮਾਂ ਨੇ ਉਸ ਕੌਮਾ ਦੇ ਵਿੱਚ ਪਏ ਬੱਚੇ ਨੂੰ ਆਪਣੀ ਥੈਰੇਪੀ ਦੇ ਨਾਲ, ਲੋਰੀਆਂ ਦੇ ਨਾਲ, ਬੋਡੀ ਟੱਚ ਦੇ ਨਾਲ ਉਸ ਦੀ ਵਾਈਬ੍ਰੇਸ਼ਨ ਲੈ ਆਉਂਦੀ ਸੀ। ਇਹ ਚੀਜ਼ਾਂ ਦੇ ਲੌਜਿਕ ਹੈਗੇ ਨੇ। ਪਰ ਹੁਣ ਜਿਸ ਤਰ੍ਹਾਂ ਸੌਣ ਦੇ ਮਾਮਲੇ 'ਚ ਕਿ ਜਿਹੜਾ ਵਧੀਆ ਸੰਗੀਤ ਹੈ ਨਾ, ਇਹ ਤੁਹਾਨੂੰ ਸਕੂਨ ਦਿੰਦਾ, ਕਿਉਂਕਿ ਇਸ ਲੋਕਡਾਊਨ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਨੀਂਦ ਉੱਡੀ ਹੈ। ਕਿਸੇ ਦੀ ਜੌਬ ਗਈ, ਕਿਸੇ ਦੀ ਫਿਤਰਤ ਘੁੰਮਣ ਦੀ ਖਤਮ ਹੋਈ। ਇਸ ਸੰਬੰਧੀ ਵਾਸ਼ਿੰਗਟਨ ਦੀ ਰਹਿਣ ਵਾਲੀ ਮਾਇਆ ਮੌਂਟਿਆ ਦੀ ਜਿਹੜੀ ਸਟੱਡੀ ਕੀਤੀ ਹੈ ਕੁਛ ਵਿਗਿਆਨੀਆਂ ਨੇ, ਇਸ ਦੌਰਾਨ ਜਿਹੜਾ ਸੌਂਗ ਹੈ ਨਾ, ਸੌਂਗ ਆਫ ਦੀ ਈਅਰ, ਉਹ ਜਿਹੜਾ ਵਾਈਟ ਨਾਈਟਸ ਰਿਹਾ। ਖਾਸ ਕਰਕੇ ਇਹ ਡਿਜੀਟਲ ਮਿਊਜ਼ਿਕ ਪਲੇਟਫਾਰਮ ਹੈ ਜਿਹੜਾ ਸਪੋਟੀਫਾਈ, ਇਸ ਦੇ ਵਿੱਚ ਜਿਹੜਾ ਸੈਲੀਟੀਅਲ ਵਾਈਟ ਨਾਈਟਸ ਜਿਹੜਾ ਮਿਊਜ਼ਿਕ ਹੈ, ਇਹ ਸਭ ਤੋਂ ਜ਼ਿਆਦਾ ਸੁਣਿਆ ਗਿਆ। ਇਹ 3 ਘੰਟੇ ਦਾ ਇੱਕ ਸ਼ਾਂਤ ਮਿਊਜ਼ਿਕ ਹੈ। 17 ਸਾਲ ਦੀ ਇਹ ਮੌਂਟਿਆ ਦੱਸਦੀ ਹੈ ਕਿ ਜਦੋਂ ਉਹ ਸਪੋਟੀਫਾਈ ਨਾਲ ਆਪਣੇ ਜਿਹੜਾ ਇਸ ਨੂੰ ਯੂਜ਼ ਕਰਦੀ ਹੈ ਤਾਂ ਉਸ ਨੂੰ ਨੀਂਦ ਬਹੁਤ ਆਉਂਦੀ ਹੈ, ਮਤਲਬ ਜਲਦੀ ਉਹ ਨੀਂਦ ਦੇ ਵਿੱਚ ਚਲੀ ਜਾਂਦੀ ਹੈ। ਸੋ ਸੈਂਕੜੇ ਲੋਕਾਂ ਨੇ ਦੱਸਿਆ ਕਿ ਜਿਹੜਾ ਟੌਪ ਚਾਰਟ ਦੇ ਵਿੱਚ ਇਹ ਜਿਹੜਾ ਵਾਈਟ ਨਾਈਟ ਸੌਂਗ ਹੈ, ਇਸ ਨੂੰ ਤਵੱਜੋ ਪੂਰੀ ਦੁਨੀਆ ਦੇ ਵਿੱਚ ਮਿਲੀ ਹੈ। ਲੋਕੀ ਸੌਣ ਵਾਸਤੇ ਇਹ ਜਿਹੜਾ ਵਾਈਟ ਨਾਈਟ ਸੌਂਗ ਜਿਹੜਾ ਹੈਗਾ ਸੁਣਦੇ ਨੇ। ਇਸ ਦੇ ਨਾਲ ਨੀਂਦ ਬਿਹਤਰ ਆਉਂਦੀ ਹੈ ਅਤੇ ਤਣਾਅ ਘਟਦਾ ਹੈ। ਅਤੇ ਇਹ ਜਿਹੜਾ ਸਪੋਟੀਫਾਈ ਪਰ ਇਸ ਸਾਲ ਬੈਕਗਰਾਊਂਡ ਸਾਊਂਡ ਹੈ ਜਿਹੜਾ ਸ਼ਾਂਤ ਮਿਊਜ਼ਿਕ ਦੀ ਮੰਗ ਵਧੀ ਹੈ। ਪਿਛਲੇ ਸਾਲ ਦੀ ਸਰਚ ਦੇ ਮੁਤਾਬਕ ਜਦੋਂ ਕਰੋਨਾ ਦੇ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧੀਆਂ, YouTube 'ਤੇ ਨੀਂਦ ਨਾਲ ਜੁੜੇ ਸਾਊਂਡ ਲੱਭਣ ਦੇ ਵਾਸਤੇ ਇੱਕ ਹੋੜ ਜਿਹੀ ਲੱਗ ਪਈ ਕਿ ਨੇਚਰ ਨਾਲ ਜੁੜੀਆਂ ਜਿਹੜੀਆਂ ਧੁਨਾਂ ਨੇ ਉਹ ਲੋਕ ਲੱਭਦੇ ਸੀਗੇ। ਸੋ ਇਹ ਸੰਖਿਆ ਜਿਹੜੀ ਆਲ ਟਾਈਮ ਤਕਰੀਬਨ ਹਾਈ ਰਹੀ ਹੈ। ਇਸ ਦੌਰਾਨ ਦੂਜੀ ਤਰਫ ਚੀਨ ਦੇ ਵਿੱਚ 20 ਕਰੋੜ ਲੋਕ ਰਾਤ ਨੂੰ ਸੰਗੀਤ ਸੁਣਦੇ ਨੇ। ਸੋ ਅੰਡੇਲ ਐਪ ਹੈ ਜਿਹੜੀ, ਉਸ ਨੂੰ ਡਾਊਨਲੋਡ ਕਰਨ ਦਾ ਬੀਤੇ ਸਾਲ ਅਗਸਤ ਤੱਕ ਜਿਹੜਾ 80% ਵਾਧਾ ਹੋਇਆ ਇਸ ਐਪ ਨੂੰ, ਜੋ ਮਿਊਜ਼ਿਕ ਇਸ 'ਤੇ ਮਿਲਦਾ ਹੈ। ਸੋ ਇਹ ਐਪ ਜਿਹੜੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਸੰਗੀਤ ਵਜਾਉਂਦੀ ਹੈ। ਇਸ ਮਸ਼ਹੂਰ ਐਪ ਦਾ ਨਾਮ ਐਪਕੌਮ ਹੈ ਅਤੇ ਇਸ ਨੂੰ ਡਾਊਨਲੋਡ ਦੀ ਜਿਹੜੀ ਸੰਖਿਆ ਅਗਸਤ ਦੇ ਵਿੱਚ ਦੁੱਗਣੀ ਹੋ ਗਈ। ਇਹ ਅਸਲ ਦੇ ਵਿੱਚ ਕੀ ਹੈ, ਜਿਹੜਾ ਵਾਈਟ ਨਾਈਟਸ ਮਨ ਨੂੰ ਸਕੂਨ ਦੇਣ ਵਾਲੀ, ਇੱਕ ਸ਼ਾਂਤ ਕਰਨ ਵਾਲੀ ਇੱਕ ਧੁਨੀ ਹੈ। ਤੁਸੀਂ ਔਨ 에ਅਰ ਹੋ ਸਰ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ। 1 ਸੈਕਿੰਡ ਹੋਲਡ ਰੱਖਣਾ, 1 ਸੈਕਿੰਡ ਹੋਲਡ ਰੱਖਣਾ। ਬਨਵੈਤ ਸਾਹਿਬ, ਹਾਂ ਬਨਵੈਤ ਸਾਹਿਬ ਹੁਣ ਗੱਲ ਕਰੋ ਪਲੀਜ਼। ਹਾਂਜੀ, ਮੈਂ ਕਿਹਾ ਮੈਂ ਕਹਿਣਾ ਚਾਹਾਂਗਾ ਜਿਹੜੇ ਭਾਈ ਸਾਹਿਬ ਪਹਿਲੇ ਬੋਲ ਕੇ ਗਏ ਸੀਗੇ, ਦਮਨਦੀਪ ਜਾਂ ਕੀ ਨਾਂ ਸੀਗਾ ਉਹਨਾਂ ਦਾ, ਤੇ ਜਿਹੜੇ ਉਹਨਾਂ ਨੇ ਸ਼ੰਕਾ ਜ਼ਾਹਿਰ ਕੀਤੀ, ਸੌਰੀ ਦਮਨਵੀਰ ਸਿੰਘ, ਦਮਨਵੀਰ ਜੀ ਜਿਹੜੇ ਸੀਗੇ, ਤੇ ਉਹਨਾਂ ਨੇ ਜਿਹੜੀ ਸ਼ੰਕਾ ਜ਼ਾਹਿਰ ਕੀਤੀ ਸੀਗੀ, ਤੁਸੀਂ, ਮੈਂ ਤੁਹਾਡੇ ਤੋਂ 1-2 ਸਵਾਲ ਪੁੱਛਾਂਗਾ ਤੇ ਤੁਸੀਂ ਉਹਨਾਂ ਦਾ ਜਵਾਬ ਜ਼ਰੂਰ ਦੇਣਾ, ਉਸ ਤੋਂ ਬਾਅਦ ਅੱਗੇ ਗੱਲ ਕਰਦਾ ਜੀ। ਤੇ ਉਹਨਾਂ ਨੇ ਵੀ ਜਿਹੜੀ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਹੁਣ ਇਸ ਅੰਦੋਲਨ ਦੇ ਵਿੱਚ ਸ਼ਾਂਤੀ, ਪੀਸਫੁਲ ਦੇ ਉੱਤੇ ਬਹੁਤ ਵੱਡਾ ਖਤਰਾ ਜੀ, ਕਿਉਂਕਿ ਇਸ ਦੇ ਅੰਦਰ ਹੁਣ ਵਾਇਲੈਂਟ ਕਰਨ ਦੀ ਜ਼ੋਰ ਲੱਗਿਆ ਹੋਇਆ ਹੈਗਾ। ਕਿਸੇ ਤਰੀਕੇ ਨਾਲ ਇਸ ਨੂੰ ਅੰਦੋਲਨ ਨੂੰ ਫੇਲ ਕੀਤਾ ਜਾਏਗਾ, ਨਾ ਕਿ ਇਹਦਾ ਕੋਈ ਹੱਲ ਕੱਢਿਆ ਜਾਏ। ਮੇਨ ਜ਼ੋਰ ਜਿਹੜਾ ਲੱਗਿਆ ਦਾ ਹੈਗਾ ਉਹ ਇਹਦਾ ਹੱਲ ਕੱਢਣ ਦੇ ਉੱਤੇ ਨਹੀਂ ਹੈ, ਬਲਕਿ ਇਸ ਨੂੰ ਫੇਲ ਕਰਨ ਤੇ ਇਸ ਨੂੰ ਉਖਾੜਨ ਵਾਸਤੇ ਲੱਗਿਆ ਹੋਇਆ ਹੈਗਾ। ਜਿਸ ਤਰ੍ਹਾਂ ਦਮਨਦੀਪ ਖੁਰਾ ਨੇ ਵੀ ਸ਼ੰਕਾ ਜ਼ਾਹਿਰ ਕੀਤੀ ਕਿ ਵਾਇਲੈਂਸ ਹੋਣ ਦਾ ਚਾਂਸਿਸ ਜ਼ਿਆਦਾ ਨੇ। ਖੈਰ, ਤੁਸੀਂ ਮੈਨੂੰ ਇਹ ਦੱਸੋ, ਜਿਹੜਾ ਕੱਲ ਤੁਸੀਂ ਪ੍ਰੈਸ ਦੇ ਅੰਦਰ ਆ ਕੇ ਖੱਟਰ ਸਾਹਿਬ ਹੋਰਾਂ ਨੇ ਜਿਹੜਾ ਬਾਅਦ 'ਚ ਜਦੋਂ ਉੱਥੇ ਨਹੀਂ ਉਹਨਾਂ ਦੀ ਰੈਲੀ ਵਗੈਰਾ ਉਹ ਕਰਨ ਦਿੱਤੀ ਕਿਸਾਨਾਂ ਦੇ ਨਾਲ, ਤੇ ਫਿਰ ਬਾਅਦ 'ਚ TV ਪ੍ਰੋਗਰਾਮਸ ਦੇ ਉੱਤੇ ਉਹਨਾਂ ਨੇ ਆ ਕੇ ਸੰਬੋਧਨ ਕੀਤਾ। ਤੇ ਹੁਣ ਤੁਸੀਂ ਦੱਸੋ ਕਿ ਇਹ ਉਹਦੇ ਅੰਦਰ ਇੱਕ ਤੇ ਜਿਹੜੀ ਕਿਸਾਨ ਅੰਦੋਲਨ ਮੈਂ ਸੁਣ ਰਿਹਾ ਸੀਗਾ, ਤੇ ਕਿਸਾਨ ਅੰਦੋਲਨ ਜਿਹੜੇ ਨੇ ਉਹਨਾਂ ਨੂੰ ਇਹ ਕਹਿ ਕੇ ਕਿਹਾ ਕਿ ਇਹ ਅੰਧੇਰ ਨਗਰੀ ਹੋ ਗਈ, ਕਿ ਉਹ ਸਰਕਾਰ ਇਹਨਾਂ ਨੂੰ ਸੰਸ਼ੋਧਨ ਕਰਨਾ ਚਾਹੁੰਦੀ ਹੈ ਲੇਕਿਨ ਉਹ ਅੜੇ ਹੋਏ ਨੇ, ਇਹ ਇੱਕ ਅੰਧੇਰ ਨਗਰੀ ਹੈ ਤੇ ਹੁਣ ਪਬਲਿਕ ਫੈਸਲਾ ਕਰੇਗੀ ਇਹਦਾ। ਹੁਣ ਤੱਕ ਤੇ ਗੱਲ ਆ ਰਹੀ ਸੀ ਸਰਕਾਰ ਫੈਸਲਾ ਕਰੇਗੀ, ਕੋਰਟ, ਸੁਪਰੀਮ ਕੋਰਟ ਫੈਸਲਾ ਕਰੇਗੀ। 3-4 ਵਾਰੀ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਇਹ ਲਫ਼ਜ਼ ਵਰਤੇ ਨੇ ਕਿ ਪਬਲਿਕ ਫੈਸਲਾ ਕਰੇਗੀ, ਪਬਲਿਕ ਫੈਸਲਾ ਕਰੇਗੀ। ਇੱਥੋਂ ਇਹ ਸ਼ੰਕਾ ਜ਼ਾਹਰ ਹੁੰਦੀ ਹੈ ਕਿ ਇਹਨਾਂ ਨੇ ਕੋਈ ਭੀੜ ਤੇ ਨਹੀਂ ਕਿਸੇ ਜੁਗਾੜ ਕਰ ਲਿੱਤੀ ਹੈਗੀ ਹੈ ਕਿ ਜਿਹੜੀ ਹੁਣ ਇਹਦੇ ਅੰਦਰ ਆ ਕੇ ਵਾਇਲੈਂਸ ਕ੍ਰੀਏਟ ਕਰੇ।
ਔਰ ਜਿਹੜਾ ਕਿ ਅੱਗੇ ਮਤਲਬ ਹੋ ਸਕਦਾ ਨਾ ਵੀ ਹੋਵੇ, ਲੇਕਿਨ ਸ਼ੰਕਾ ਜ਼ਰੂਰ ਜ਼ਾਹਿਰ ਹੁੰਦੀ ਹੈ। ਤੇ ਇੱਕ ਸ਼ੰਕਾ ਜੇ ਕਿ ਜਿਹੜੀ ਤੁਹਾਨੂੰ ਯਾਦ ਹੋਏਗਾ ਸ਼ਹੀਨ ਬਾਗ ਤੋਂ ਬਾਅਦ ਕਿੰਨੇ ਦੰਗੇ ਫਸਾਦ ਹੋ ਗਏ ਸਨ। ਜਿਹੜੀ ਪੋਲੀਟੀਕਲ ਪਾਰਟੀਆਂ ਨੇ ਟਿਵਾਣਾ ਸਾਹਿਬ ਆਪਾਂ ਸਭ ਜਾਣਦੇ ਨੇ, ਇਹ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਨੇ। ਇਹਨਾਂ ਲੋਕਾਂ ਦੇ ਕਿਸੇ ਇੱਕ ਪਾਰਟੀ ਦੀ ਗੱਲ ਜਾਂ ਕਿਸੇ ਇੱਕ ਲੀਡਰ ਦੀ ਗੱਲ ਨਹੀਂ ਜੇ ਕਰ ਰਹੇ, ਆਪਾਂ ਗੱਲ ਕਰ ਰਹੇ ਕਾਮਨ। ਤੇ ਉਹਦੇ ਅੰਦਰ ਤੁਸੀਂ ਵੇਖੋ ਆਪੇ ਹੀ ਵਾਇਲੈਂਸ ਕਰਾ ਦਿੰਦੇ ਨੇ ਤੇ ਆਪੇ ਹੀ ਰੋਣ ਲੱਗ ਜਾਂਦੇ ਨੇ, ਹੰਝੂ ਬਹਾਉਣ ਲੱਗ ਜਾਂਦੇ ਨੇ, ਆਪਣੇ ਬੰਦਿਆਂ ਨੂੰ ਭੇਜ ਕੇ ਆਪੇ ਵਾਇਲੈਂਸ ਕਰਾ ਛੱਡਦੇ ਨੇ ਦੂਸਰੇ ਕਿਸੇ ਵੀ ਮੁਹਿੰਮ ਨੂੰ ਜਾਂ ਕਿਸੇ ਬੰਦੇ ਨੂੰ ਬਦਨਾਮ ਕਰਨ ਵਾਸਤੇ, ਜਿਹਦੇ ਨਾਲ ਇਹ ਲੱਗੇ ਕਿ ਦੂਸਰੇ ਬੰਦੇ ਵਾਇਲੈਂਸ ਕਰ ਰਹੇ ਸਨ, ਲੇਕਿਨ ਉਹ ਬੰਦੇ ਇਹਨਾਂ ਦੇ ਆਪਣੇ ਹੀ ਭੇਜੇ ਹੋਏ ਹੁੰਦੇ ਨੇ, ਜਿਹੜੇ ਕਿ ਬਾਰ-ਬਾਰ ਉਦਾਹਰਨ ਇਹਨਾਂ ਅੰਦੋਲਨਾਂ ਦੇ ਅੰਦਰ ਦਿਖਾਈ ਦਿੰਦੇ ਰਹੇ ਨੇ ਜੀ। ਤਾਂ ਜਿਹੜੀ ਬਾਰ-ਬਾਰ ਇਹ ਲਫ਼ਜ਼ ਵਰਤੇ ਜਾ ਰਹੇ ਨੇ, ਭੀੜ ਇਹਦਾ ਸੋਲੂਸ਼ਨ ਕੱਢੇਗੀ। ਕੱਲ ਦੇ ਤੁਸੀਂ ਉਹਨਾਂ ਦੇ ਦੇਖ ਲਿਓ ਇੰਟਰਵਿਊ ਚ ਸੁਣ ਸਕਦਾ ਕੋਈ ਵੀ ਕਿ ਬਾਰ-ਬਾਰ ਇਹ ਲਫ਼ਜ਼ ਜਿਹੜੇ ਵਰਤੇ ਜਾ ਰਹੇ ਨੇ। ਹੁਣ ਸਰਕਾਰ ਨਾਲ ਵਾਰਤਾ ਤੋਂ ਸੁਪਰੀਮ ਕੋਰਟ ਦੇ ਅੰਦਰੋਂ ਤੋਂ ਉੱਪਰ ਉੱਠ ਕੇ ਇਹ ਲਫ਼ਜ਼ ਇੱਕ ਪੋਲੀਟੀਕਲ ਚੀਫ ਮਿਨਿਸਟਰ ਵੱਲੋਂ ਕਹਿਣਾ ਕਿ ਹੁਣ ਭੀੜ ਇਹਦਾ ਕੋਈ ਕਰੇਗੀ, ਜਿਹੜਾ ਗੌਰ ਕਰਨ ਦੀ ਲੋੜ ਹੈ ਉੱਤੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਿਹਰਬਾਨੀ, ਥੈਂਕ ਯੂ ਬਨਵਾਸ ਸਾਹਿਬ। ਮੈਂ ਜਵਾਬ ਆਫ ਦੀ ਏਅਰ ਦੇ ਦੇਣਾ ਤੁਹਾਨੂੰ, ਠੀਕ ਹੈ? ਥੈਂਕ ਯੂ। ਬਨਵਾਸ ਸਾਹਿਬ ਨੇ ਜਿਸ ਤਰ੍ਹਾਂ ਆਖਿਆ ਕਿ ਦੇਖੋ ਇਹਨਾਂ ਨੇ ਪਹਿਲਾਂ ਵੀ ਤਜਰਬਾ ਕੀਤਾ, ਜਾਟ ਅੰਦੋਲਨ ਨੇ ਬਹੁਤ ਘਟਾਓ ਕੀਤਾ ਸੀਗਾ ਖੱਟੜ ਸਰਕਾਰ ਦਾ, ਪਰ ਇਹ ਸਮਝਣ ਨੂੰ ਤਿਆਰ ਨਹੀਂ ਹੋਏ। ਇਸ ਤੋਂ ਇਹਨਾਂ ਨੇ ਬਾਅਦ ਫਿਰ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਅਸਫਲ ਕੋਸ਼ਿਸ਼ ਕੀਤੀ। ਹਾਲਾਂਕਿ ਫੋਰਸਿਸ ਨੇ ਸਖਤੀ ਨਹੀਂ ਕੀਤੀ, ਕਿਉਂਕਿ ਫੋਰਸ ਵੀ ਸ਼ਿਕਾਰ ਹੋ ਸਕਦੀਆਂ ਸੀ ਕਿਸਾਨਾਂ ਦੇ ਰੋਹ ਦਾ। ਉਹਨਾਂ ਨੇ ਸਿਆਣਪ ਕੀਤੀ, ਥੋੜ੍ਹੀ ਜਮਾਇਸ਼ ਕੀਤੀ, ਉਸ ਤੋਂ ਬਾਅਦ ਲੰਘਣ ਦਾ ਰਾਹ ਦੇ ਦਿੱਤਾ, ਕਿਉਂਕਿ ਉਹ ਵੀ ਪੀੜਤ ਨੇ, ਉਹਨਾਂ ਨੂੰ ਵੀ ਪਤਾ ਕਿ ਗਲਤ ਕਰ ਰਹੀ ਹੈ ਸਰਕਾਰ। ਅਤੇ ਇਸ ਸਿਲਸਿਲੇ ਵਿੱਚ ਇਹ ਜਿਹੜਾ ਹੁਣ ਕੁਛ ਬੰਦੇ ਪਲਾਂਟ ਕਰਕੇ ਇਹ ਅੰਦੋਲਨ ਜੇ ਸ਼ਾਂਤਮਈ ਨਹੀਂ ਰਹਿੰਦਾ ਤਾਂ ਇਹ ਅੰਦੋਲਨ ਲਈ ਨੁਕਸਾਨਦਾਇਕ ਹੈ। ਜੇ ਕਾਨੂੰਨ ਹੱਥ ਦੇ ਵਿੱਚ ਲੈਣਗੇ, ਸਰਕਾਰ ਨੂੰ ਸਖਤੀ ਕਰਨ ਦਾ ਬਹਾਨਾ ਮਿਲੇਗਾ। ਜਿਸ ਤਰ੍ਹਾਂ ਚੀਫ ਜਸਟਿਸ ਕਹਿ ਰਹੇ ਨੇ ਕਿ ਦੂਜਾ ਸ਼ਹੀਨ ਬਾਗ ਬਣ ਰਿਹਾ। ਕੁਝ ਲੋਕ ਬਹੁਤ ਖੁਸ਼ ਨੇ ਕਿ ਹਾਂ ਖੱਟੜ ਨਾਲ ਇਹ ਕਰਤਾ, ਇਹ ਕਰ ਦਿੱਤਾ। ਇਹ ਚੰਨ ਪਲ ਦੀ ਖੁਸ਼ੀ ਹੈ, ਇਹ ਤੋਂ ਗੁਰੇਜ਼ ਕਰੋ। ਜਿੰਨੇ ਅਸੀਂ ਸ਼ਾਂਤਮਈ ਰਹਾਂਗੇ ਓਨੇ ਇਹ ਅੰਦੋਲਨ ਸਫਲ ਹੋਏਗਾ। ਸੋ ਸਰਕਾਰਾਂ ਆਪਣੇ ਬੰਦੇ ਪਾ ਕੇ ਵੀ ਇਸ ਤਰ੍ਹਾਂ ਦੀ ਵਾਇਲੈਂਸ ਕਰਾ ਸਕਦੀਆਂ ਨੇ, ਕਰਫਿਊ ਲਾ ਸਕਦੀਆਂ ਨੇ, ਸਖਤੀ ਕਰ ਸਕਦੀਆਂ ਨੇ, ਪਰ ਇਕੱਠ ਬਹੁਤ ਵੱਡਾ ਲੋਕਾਂ ਨੂੰ ਜਾਬਤੇ 'ਚ ਲਿਆਉਣਾ ਬਹੁਤ ਔਖਾ ਹੋ ਜਾਣਾ। ਦੰਗੇ ਫਸਾਦ ਵੱਧ ਸਕਦੇ ਨੇ ਦੇਸ਼ ਦੇ ਵਿੱਚ। ਸਰਕਾਰ ਲਈ ਇਸ ਅੰਦੋਲਨ ਨੂੰ ਭੀੜ ਦੇ ਨਜ਼ਰੀਏ ਤੋਂ ਇਹ ਕਰਕੇ ਇੰਨਾ ਸਖਾਲਾ ਨਹੀਂ ਹੈ। ਮੋਦੀ ਦਾ ਠੀਕ ਹੈ, ਦੰਗਿਆਂ ਦਾ ਤਜਰਬਾ ਹੈਗਾ ਗੁਜਰਾਤ ਦਾ, ਪਰ ਇਸ ਵਕਤ ਦੰਗੇ ਮਜ਼ਹਬਾਂ ਦੇ ਨਹੀਂ ਹੈ। ਦੰਗੇ ਕਾਰਪੋਰੇਟ ਅਤੇ ਆਮ ਕਿਸਾਨਾਂ ਦੇ ਵਿੱਚ, ਆਮ ਲੋਕਾਂ 'ਚ ਨੇ। ਖਪਤਕਾਰ ਜਾਗਰੂਕ ਹੋ ਚੁੱਕਾ ਹੈ, ਇਸ ਕਰਕੇ ਕਿਸਾਨ ਆਪਣੇ ਅੰਦੋਲਨ ਨੂੰ ਪੀਕ 'ਤੇ ਲਿਜਾ ਰਹੇ ਨੇ। ਸੋ 26 ਤੱਕ ਹੈ ਜਿਹੜਾ ਇਹਦਾ ਕੱਟਾ ਕੱਟੀ ਨਿਕਲ ਜਾਏਗਾ। ਆਪ ਦਾ ਸਵਾਗਤ ਸਰ, ਵੈਲਕਮ ਜੀ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਪਰਮਿੰਦਰ ਸਿੰਘ ਮੋਗਾ, ਸਵਾਗਤ ਹੈ ਤੁਹਾਡਾ। ਹਾਂਜੀ ਟਿਵਾਣਾ ਸਾਹਿਬ, ਪਹਿਲੀ ਗੱਲ ਤਾਂ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਮਿਹਰਬਾਨੀ। ਮੈਨੂੰ ਐਂ ਲੱਗਦਾ ਜਿਵੇਂ ਨਾ ਅੰਗਰੇਜ਼ ਸ਼ਾਸਨ ਵੇਲੇ ਹੁੰਦਾ ਹੋਏਗਾ ਵੀ ਕੁਛ ਜਿਹੜੇ ਹੈ ਝੋਲੀ ਚੁੱਕ ਹੁੰਦੇ ਸੀ, ਉਹਨਾਂ ਨੇ ਹਰ ਗਲਤ ਮਲਤ ਫੈਸਲੇ ਦੇ ਉੱਤੇ ਸਰਕਾਰ ਦਾ ਹੀ ਜਿਹੜਾ ਸਾਥ ਦੇਣਾ ਹੁੰਦਾ ਸੀ, ਤੇ ਉਹੋ ਜਿਹੇ ਹੀ ਇੱਥੇ ਕਈ ਬੰਦੇ ਆਪਦਾ ਰੋਲ ਅਦਾ ਕਰ ਰਹੇ ਆ ਜੀ। ਕੱਲ ਮੈਂ ਦੇਖ ਰਿਹਾ ਸੀਗਾ ਜਿਹੜੇ ਜਿਆਨੀ ਸਾਹਿਬ ਹੈ ਉਹਨਾਂ ਦੀ ਭਾਸ਼ਾ ਕਿਵੇਂ ਬਦਲੀ ਪਿਛਲੇ ਕੁਝ ਸਮੇਂ ਤੋਂ ਬਾਅਦ। ਔਰ ਇੱਕ ਚੈਨਲ ਦੇ ਉੱਤੇ ਇੱਕ ਪਾਸੇ ਕਾਦੀਆਂ ਸਾਹਿਬ ਸੀ, ਪਰ ਨਾ ਜਿਹੜੇ ਜਿਆਨੀ ਸਾਹਿਬ ਸੀ ਉਹ ਬਹੁਤ ਹੀ ਜ਼ਿਆਦਾ ਹਾਈਪਰ ਹੋ ਕੇ ਬੋਲ ਰਹੇ ਸੀ। ਵਿੱਚ ਇਹ ਕਹਿ ਰਹੇ ਸੀ ਦੇਖੋ ਤੁਸੀਂ ਇਸ ਤਰ੍ਹਾਂ ਕਰਕੇ ਭੋਲੇ ਭਾਲੇ ਕਿਸਾਨਾਂ ਨੂੰ ਵਰਗਲਾ ਕੇ ਤੁਸੀਂ ਜਿਹੜੇ ਲੀਡਰ ਹੋ, ਤੁਸੀਂ ਇਹ ਕਰਦੇ ਹੋ, ਤੁਸੀਂ ਰਾਜਨੀਤੀ ਕਰ ਰਹੇ ਹੋ, ਤੁਸੀਂ ਦੇਖਿਓ ਸਿੱਖਾਂ ਤੋਂ ਸਾਰੀ ਪੰਜਾਬ ਜਿਹੜਾ ਹੈਗਾ ਸਾਰੇ ਦੇਸ਼ ਦੇ ਵਿੱਚ ਨਫ਼ਰਤ ਪੈਦਾ ਹੋ ਜਾਊ। ਇਹੋ ਜਿਹੀਆਂ ਗੱਲਾਂ ਮਤਲਬ ਐਂ ਲੱਗਦਾ ਵੀ ਜਿਵੇਂ ਪਤਾ ਨਹੀਂ ਇਹਨਾਂ ਨੂੰ ਕੀ ਸਮਝਾਇਆ ਗਿਆ ਹੈ ਕਿ ਕਿਉਂ ਇੰਨੇ ਜ਼ਿਆਦਾ ਉਹਨਾਂ ਦੇ ਬਿਆਨ ਬਦਲ ਗਏ। ਗਰੇਵਾਲ ਸਾਹਿਬ ਤਾਂ ਸੁੱਖ ਨਾਲ ਪਹਿਲਾਂ ਹੀ ਜਿਹੜੇ ਸੀ ਉਹ ਉਸੇ ਤਰ੍ਹਾਂ ਹੀ ਚੱਲ ਰਹੇ ਸੀਗੇ। ਸੋ ਇਹੋ ਜਿਹੇ ਬਿਆਨ। ਦੂਸਰਾ ਪਾਸੇ ਜਿਹੜੀ ਸਰਕਾਰ ਹੈ ਉਹ ਵੀ ਕੁਛ ਇਸ ਤਰ੍ਹਾਂ ਦਾ ਉਹਦਾ ਰੁਖ ਹੈ ਵੀ ਕਿਤੇ ਨਾ ਕਿਤੇ ਹਿੰਸਾ ਸ਼ੁਰੂ ਹੋ ਜੇ ਤੇ ਸਾਨੂੰ ਮੌਕਾ ਮਿਲ ਜੇ, ਸਾਨੂੰ ਬਹਾਨਾ ਮਿਲ ਜੇ, ਕਿਉਂਕਿ ਹੋਰ ਤਾਂ ਸਰਕਾਰ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ। ਉਹ ਇਸੀ ਝਾਕ ਦੇ ਵਿੱਚ ਹੈ ਵੀ ਕੋਈ ਨਾ ਕੋਈ ਸਾਨੂੰ ਪੁਆਇੰਟ ਮਿਲੇ ਤੇ ਅਸੀਂ ਫਿਰ ਸਖਤੀ ਕਰੀਏ, ਤੇ ਬਸ ਰੱਬ ਰੱਖਾ ਜੀ ਜੀ, ਬਹੁਤ ਪਤਾ ਨਹੀਂ ਕੀ ਬਣੇਗਾ। ਥੈਂਕ ਯੂ, ਮਿਹਰਬਾਨੀ। ਬਿਲਕੁਲ ਬਾਈ ਜੀ ਨੇ ਜਿਸ ਤਰ੍ਹਾਂ ਗੱਲ ਕੀਤੀ ਪਰਮਿੰਦਰ ਭਾਜੀ ਹੋਰਾਂ ਨੇ, ਤੇ ਵਹਿਮ ਕਿਤੇ ਨਾ ਕਿਤੇ ਸਰਕਾਰਾਂ ਪਾਲ ਰਹੀਆਂ ਨੇ। ਇਹ ਵਹਿਮ ਨੁਕਸਾਨਦਾਇਕ ਹੋ ਸਕਦਾ ਹੈ।
ਇਹ ਠੀਕ ਹੈ ਕਿ ਪਹਿਲਾਂ ਮੈਂ ਵੀ ਕਹਿੰਦਾ ਸੀ ਕਿ ਜਾਣੀ ਸਾਹਿਬ ਬੜੇ ਸੰਜੀਦਾ ਨੇ। ਉਗਰਾਹਾਂ ਸਾਹਿਬ ਨੇ ਵੀ ਬਿਆਨ ਦਿੱਤਾ ਸੀ ਕਿ ਇਹ ਬੜੇ ਸੰਜੀਦਾ ਨੇ, ਜਿਸ ਪਾਸੇ ਨੂੰ ਇਹ ਲੋਕ ਕੰਮ ਕਰ ਰਹੇ ਨੇ। ਖਾਸ ਕਰਕੇ ਕਹਿੰਦੇ ਹਰਜੀਤ ਗਰੇਵਾਲ ਤੋਂ ਤਾਂ ਕੋਈ ਆਸ ਨਹੀਂ, ਪਰ ਸੁਰਜੀਤ ਕੁਮਾਰ ਜਾਣੀ ਤੋਂ ਜੇ ਉਹ ਸਮਝੌਤਾ ਕਰਾ ਦਿੰਦੇ ਨੇ ਕੋਈ ਹਰਜ ਨਹੀਂ ਹੈ। ਪਰ ਜਿਸ ਤਰ੍ਹਾਂ ਆਪ ਕਿਸਾਨ ਵੀ ਨੇ ਅਤੇ ਉਹਨਾਂ ਦੀ ਗੱਲਬਾਤ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਨਾ, ਇਹ ਨੋਟ ਕਰਨ ਯੋਗ ਹੈ। ਅਤੇ ਇਹ ਬਿਲਕੁਲ ਪਿਛਲੇ 2-3 ਦਿਨਾਂ ਤੋਂ ਇਹਨਾਂ ਦਾ ਜਿਹੜਾ ਨਜ਼ਰੀਆ ਨਾ ਉਹ ਬਦਲਿਆ ਹੋਇਆ, ਜਿਹੜਾ ਕਿ ਇਸ਼ਾਰਾ ਕਰਦਾ ਕਿ ਸ਼ਾਇਦ ਉਹ ਜਿਸ ਤਰ੍ਹਾਂ ਮੋਦੀ ਸਾਹਿਬ ਨਾਲ ਮੁਲਾਕਾਤ ਕਰਕੇ ਆਏ ਨੇ ਅਤੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਹੀ ਆਪਣੀ ਜਿਹੜੀ ਹੈ ਨਾ ਵਿਚਾਰਧਾਰਾ ਬਦਲੀ ਹੈ ਕਿ ਉਹ ਅੰਦਰੋਂ ਰਿਪੋਰਟਾਂ ਜੋ ਹੋਣਗੀਆਂ ਕਿ ਮੋਦੀ ਸਾਹਿਬ ਨੇ ਸਾਫ਼ ਮਨਾ ਕਰ ਦਿੱਤਾ, ਉਹ ਇਸ ਕਰਕੇ ਜਿਆਣੀ ਵੀ ਜਿਹੜਾ ਮੋਦੀ ਸਾਹਿਬ ਦੀ ਪੈੜ 'ਚ ਪੈੜ ਧਰਦੇ ਹੋਏ ਸਖਤੀ ਵੱਲ ਨੂੰ ਆ ਰਹੇ ਨੇ। ਇਸ ਵਕਤ ਬਾਈ ਜੀ ਬਲੱਗਣ ਸਾਹਿਬ ਸਮਰਾਲਾ ਸਿਡਨੀ, ਸਵਾਗਤ ਹੈ ਬਾਈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਿਵਾਣਾ ਸਾਹਿਬ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਮਿਹਰਬਾਨੀ, ਥੈਂਕ ਯੂ। ਥੋੜੀ ਇਨਪੁਟ ਪਾਉਣੀ ਸੀ। ਇੱਕ ਤਾਂ ਤੁਸੀਂ ਜਿਹੜੀਆਂ ਲੋਰੀਆਂ ਦੀ ਗੱਲ ਕਰੀ ਨਾ, ਬਹੁਤ ਵਧੀਆ ਲੱਗਿਆ ਉਹ। ਪਰ ਟਿਵਾਣਾ ਸਾਹਿਬ ਲਾਈਕ ਕਹਿ ਲਓ ਵੀ ਜਿਵੇਂ ਬੱਚੇ ਨੇ ਨਾ, ਜਦੋਂ ਬੱਚੇ ਰੋਂਦੇ ਨੇ ਕੋਸ਼ਿਸ਼ ਕਰੀ ਦੀ ਹੈ। ਹੁਣ ਅੱਜ ਕੱਲ੍ਹ ਸਿਸਟਮ ਆ ਜਿਵੇਂ YouTube ਵਗੈਰਾ ਤੇ ਲਾ ਲਓ ਹੈ ਨਾ, ਹਿੰਦੀ ਵਗੈਰਾ ਮਿਲ ਜਾਂਦੀਆਂ ਨੇ, ਇੰਗਲਿਸ਼ ਮਿਲ ਜਾਂਦੀਆਂ ਨੇ, ਪੰਜਾਬੀ ਵੈਰੀ ਹਾਰਡ ਟੂ ਫਾਈਂਡ ਹੈ ਨਾ। ਤੇ ਸਪੈਸ਼ਲੀ ਕਈ ਵਾਰ ਪੰਜਾਬੀ ਮਿਲ ਜਾਂਦੀ ਹੈ ਪਰ ਉਹਦੇ ਵਿੱਚ ਵੀ ਹਿੰਦੀ ਦਾ ਟੱਚ ਹੁੰਦਾ ਨਾ। ਇਹ ਕਹਿ ਲਓ ਵੀ ਕਾਫੀ ਵੈਕਿਊਮ ਹੈ ਇਹ ਚੀਜ਼ ਦੇ ਵਿੱਚ। ਤੁਸੀਂ ਇਹਦੇ ਵਿੱਚ ਵਰਕਆਊਟ ਕਰੋ ਕੁਛ, ਜਿਵੇਂ ਨਾ ਕੁਛ ਹੋਪਫੁਲੀ ਤੁਹਾਨੂੰ ਪਤਾ ਵਿਰਾਸਤ ਦਾ ਨਾ ਕਾਫੀ ਗਿਆਨ ਆ, ਤੇ ਥੋੜਾ ਕੋਈ ਫੀਮੇਲ ਵੌਇਸ ਦੇ ਵਿੱਚ ਇਹੋ ਜਿਹਾ ਕੋਈ ਲੋਰੀਆਂ ਦਾ ਪ੍ਰੋਗਰਾਮ ਸ਼ੁਰੂ ਕਰਿਆ ਜਾਵੇ ਬੱਚਿਆਂ ਲਈ ਖਾਸ ਕਰਨਾ ਜੀ। ਕਿਉਂਕਿ ਸਪੈਸ਼ਲੀ ਜਿਵੇਂ ਅਸੀਂ ਬਾਹਰ ਰਹਿੰਦੇ ਆ ਨਾ, ਅਸੀਂ ਹੁਣ ਬੀਇੰਗ ਪੈਰੈਂਟਸ ਤੋਂ ਦੂਰ ਆ ਨਾ, ਬੱਚਿਆਂ ਨੂੰ ਅਸੀਂ ਪਾਲਣਾ ਨਾ, ਪੈਰੈਂਟਸ ਆ ਜਾਂਦੇ ਆ ਫਿਰ ਚਲੇ, ਤੇ ਜ਼ਿਆਦਾ ਰਿਸਪੋਂਸੀਬਿਲਿਟੀ ਪੈਰੈਂਟਸ ਦੀ ਹੁੰਦੀ ਆ। ਉਹ ਯੰਗ ਨੇ, ਕੰਮ ਕਰਦੇ ਆ। ਸਾਡਾ ਵੀ ਮਤਲਬ ਆਲਮੋਸਟ ਟੁੱਟਿਆ ਹੀ ਹੋਇਆ ਲੋਰੀਆਂ ਤੋਂ। ਤੇ ਇਟਸ ਵੰਡਰਫੁਲ ਹੋਊਗਾ, ਕੋਸ਼ਿਸ਼ ਕਰੋ ਇਹਦੇ ਵਿੱਚ ਵੀ ਜੀ। ਥੈਂਕ ਯੂ। ਤੇ ਬਾਕੀ ਜਿਹੜਾ ਪੋਲੀਟੀਕਲ ਸਿਨਾਰੀਓ ਚੱਲ ਰਿਹਾ ਜੀ, ਸਹੀ ਗੱਲ ਹੈ, ਜਿਆਣੀ ਸਾਹਿਬ ਦੀ ਟੋਨ ਬਦਲੀ ਆ, ਜਿਵੇਂ ਗਰੇਵਾਲ ਸਾਹਿਬ ਆ। ਇਹਦੇ ਵਿੱਚ ਤਾਂ ਮੈਂ ਇੱਕੋ ਚੀਜ਼ ਦੇਖਦਾ ਜੀ, ਜਿਹੜੀ ਕਹਿ ਲਓ ਵੀ ਇੱਕ ਪਾਵਰ ਆ ਨਾ ਬੰਦੇ ਦੇ ਹੱਥ, ਦੋ ਬੰਦਿਆਂ ਦੇ ਹੱਥ ਐਬਸੋਲੂਟ ਪਾਵਰ ਆ। ਤੇ ਸੁਸ਼ਮਾ ਸਵਰਾਜ ਹੋ ਗਈ, ਜਿਵੇਂ ਈਵਨ ਰਾਜਨਾਥ ਵੀ ਇੱਕ ਐਕਸਪੀਰੀਅੰਸ ਲੀਡਰ ਆ ਇਹਨਾਂ ਦਾ। ਬਾਕੀ ਜਿਹੜੇ ਪਿੱਛੇ ਲਾਏ ਪਏ ਨੇ ਸਾਰੇ, ਸਿਰਫ ਸ਼ਾਹ ਤੇ ਮੋਦੀ ਦੀ ਜੋੜੀ ਡਿਕਟੇਟ ਕਰ ਰਹੀ ਆ ਸਾਰਿਆਂ ਨੂੰ। ਬਾਕੀ ਤੁਸੀਂ ਦੇਖ ਜਿੰਨੇ ਵੀ ਇਹਨਾਂ ਦੇ ਲੀਡਰ ਜਿੱਤੇ ਨੇ ਜਾਂ ਕੁਛ ਵੀ ਆ, ਇਹਨਾਂ ਨੇ ਮੂੰਹੇ ਮੋਦੀ ਦਾ ਬਣਾ ਕੇ ਜਿੱਤਿਆ ਸਾਰਾ। ਕਹਿ ਲਓ ਜੋ ਵੀ ਇਲੈਕਸ਼ਨ ਜਿੱਤੇ, ਮਤਲਬ ਉਹਨਾਂ ਦੀ ਜਿਵੇਂ ਏਦਾਂ ਲੱਗਦਾ ਵੀ ਜਿਹੜੇ ਲੀਡਰਸ ਨੇ ਬਾਕੀ ਉਹਨਾਂ ਦੀ ਕੋਈ ਕੈਪੇਬਿਲਿਟੀ ਨਹੀਂ ਹੈਗੀ। ਦੇ ਕਾਂਟ ਈਵਨ ਆਂਸਰ, ਲਾਈਕ ਉੱਥੇ ਤੋਮਰ ਸਾਹਿਬ ਜਾਂਦੇ ਨੇ, ਕੋਈ ਆਂਸਰ ਹੀ ਨਹੀਂ ਦਿੰਦੇ, ਫਿਰ ਫੋਨ ਕਰਨਾ ਪੈਂਦਾ ਇਹਨਾਂ ਨੂੰ ਆਪਣੇ ਆਕਾਮਾਂ ਨੂੰ, ਹੈ ਨਾ। ਮਤਲਬ ਉਹ ਚੀਜ਼ਾਂ ਦਿਖਦੀਆਂ ਨੇ। ਇੱਕ ਉਹ ਜਿਹੜਾ ਪਹਿਲਾ ਕਾਲਰ ਤੁਹਾਡੇ ਕਹਿ ਕੇ ਗਏ ਸੀ ਨਾ, ਇਟਸ ਲਾਈਕ ਜਿਵੇਂ ਕਹਿ ਲਓ ਵੀ ਦੁਰਗੰਧ ਜੀ ਆ ਰਹੀ ਹੈ ਇਹਦੇ ਵਿੱਚੋਂ ਵੀ ਹਾਂ ਭਾਈ ਰਸ਼ੀਆ ਤੇ ਚਾਈਨਾ ਵਾਲਾ ਮਾਡਲ ਹੀ ਇੰਪਲੀਮੈਂਟ ਕਰਨਾ ਚਾਹੁੰਦੇ ਨੇ। It will be a dictatorship, but like under the cover of democracy, you can say, na? जी, thank you. ਆਪਾਂ ਨੂੰ ਆਪਾਂ ਐਨ ਵੀ ਮੰਨਦੇ ਆ ਜੀ ਡੈਮੋਕ੍ਰੇਸੀ ਦੀਆਂ ਨਾ, ਉੱਥੇ ਵੀ ਇਹੀ ਸੀਗਾ ਵੀ ਟਰੰਪ ਪੱਕੀ ਸੀਗਾ ਸੁਪਰੀਮ ਕੋਰਟ, ਹੈ ਨਾ। ਲਾਈਕ ਇਟਸ ਆਲਵੇਜ਼ ਲਾਈਕ ਚਾਹੇ ਕਾਂਗਰਸ ਦਾ ਰਾਜ ਰਿਹਾ, ਜੋ ਵੀ ਇਹਨਾਂ ਦੇ ਬਿਊਰੋਕਰੇਟਸ ਹੁੰਦੇ ਨੇ ਉਹਨਾਂ ਨੂੰ ਆਪਣੇ ਪੱਖ ਤੇ ਹੀ ਕਰਦੇ ਨੇ। ਚਾਹੇ ਆਪਣੇ ਪੰਜਾਬ ਦੀ ਛੋਟੀ ਸਟੇਟ ਦੀ ਗੱਲ ਕਰ ਲਈਏ, ਹਰਿਆਣੇ ਦੀ ਗੱਲ ਕਰ ਲਈਏ, ਦੇ ਆਲ ਇਨ ਦ ਸੇਮ ਬਾਸਕਟ, ਸਾਰੇ ਇੱਕੋ ਥਾਲ ਦੇ ਚਿੱਟੇ ਵੱਟੇ ਨੇ ਨਾ ਥੈਲੇ ਦੇ ਜੀ। ਥੈਂਕ ਯੂ। ਕੀ ਆ ਵੀ ਜਿਵੇਂ ਆਪਾਂ ਗੱਲ ਕਰੀ ਸੀ। ਠੀਕ ਹੈ ਭਾਜੀ, ਠੀਕ ਹੈ, ਥੈਂਕ ਯੂ। ਓਕੇ, ਸੌਰੀ, ਥੈਂਕ ਯੂ, ਮਿਹਰਬਾਨੀ। ਬਲੱਗਣ ਸਾਹਿਬ ਨੇ ਗੱਲ ਜਿਸ ਤਰ੍ਹਾਂ ਕੀਤੀ ਹੈ ਨਾ ਵਿਰਸੇ ਦੀ, ਸੋ ਉਹ ਮੇਰੇ ਕੋਲ ਪਿਆ ਖਜ਼ਾਨਾ ਬਲੱਗਣ ਸਾਹਿਬ। ਕੋਈ ਨਹੀਂ, ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੈਕਿੰਗ ਬਣਾ ਕੇ ਭੇਜਾਂਗੇ, CD ਬਣਾ ਕੇ ਰੱਖ ਲਿਓ। ਥੈਂਕ ਯੂ। ਸੋ ਬਿਲਕੁਲ ਉਹ ਚੀਜ਼ਾਂ ਲੋਪ ਹੋ ਗਈਆਂ ਨੇ ਕੁਛ, ਜਿਹੜਾ ਸਾਨੂੰ ਬਹੁਤ ਕੁਛ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹ ਸਿਰਫ ਵਿਰਾਸਤ ਨਹੀਂ, ਵਿਗਿਆਨ ਵੀ ਇਸ ਚੀਜ਼ 'ਤੇ ਮੋਹਰ ਲਾਈ ਜਾ ਰਿਹਾ। ਜਿਸ ਤਰ੍ਹਾਂ ਬਲੱਗਣ ਸਾਹਿਬ ਨੇ ਆਖਿਆ ਕਿ ਇਹ ਚੀਜ਼ਾਂ ਪੰਜਾਬੀ 'ਚ ਬਹੁਤ ਘੱਟ ਮਿਲਦੀਆਂ ਨੇ, ਹਿੰਦੀ 'ਚ ਲੋਰੀਆਂ ਹੈਗੀਆਂ। ਹਾਂ, ਉਹ ਮੈਂ ਰਿਪੋਰਟ ਦੇਣੋਂ ਥੋੜ੍ਹਾ ਜਿਹਾ ਝਿਜਕ ਗਿਆ ਕਿ ਅਸੀਂ 11ਵੇਂ ਸਥਾਨ 'ਤੇ ਹਾਂ। ਸਭ ਤੋਂ ਪਹਿਲੇ ਸਥਾਨ 'ਤੇ ਪਤਾ ਕੌਣ ਹੈ? ਰਾਜਸਥਾਨ। ਕਿਉਂਕਿ ਰਾਜਸਥਾਨ ਰਾਜਪੂਤਾਂ ਦੀ ਧਰਤੀ ਹੈ। ਕਿਤੇ ਨਾ ਕਿਤੇ ਉਹਨਾਂ ਕੋਲ ਜਿਸ ਤਰ੍ਹਾਂ ਜੋਬਾਂ ਦਾ ਸਿਲਸਿਲਾ ਘੱਟ ਹੈ, ਜਿਹੜੀਆਂ ਨੇ ਹਾਊਸ ਵਿਮਨ ਜ਼ਿਆਦਾ ਨੇ, ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਨੇ, ਹਾਊਸ ਵਾਈਫ, ਅਤੇ ਘਰੇਲੂ ਸੁਆਣੀਆਂ ਜ਼ਿਆਦਾ ਨੇ। ਸੋ ਵੈਸੇ ਵੀ ਰਾਜਪੂਤ ਮਾਂ ਹੈ ਜਿਹੜੀ ਬੜੀ ਸਮਰੱਥ ਹੈ ਉਹ ਵੀ। ਪਰ ਹੁਣ ਸਾਡੀਆਂ ਜਿਹੜੀਆਂ ਮਾਵਾਂ ਨੇ ਪੰਜਾਬ ਦੀਆਂ, ਬੱਚੀਆਂ ਨੇ ਜਿਹੜੀਆਂ ਧਿਆਣੀਆਂ ਨੇ, ਉਹ ਜੋਬਾਂ 'ਚ ਲੱਗ ਗਈਆਂ ਮੁਟਿਆਰਾਂ। ਇਹ ਵੀ ਇੱਕ ਕਾਰਨ ਬਣਿਆ। ਸੋ ਅਸੀਂ 11ਵੇਂ ਸਥਾਨ 'ਤੇ ਹਾਂ, ਰਾਜਸਥਾਨ ਪਹਿਲੇ ਸਥਾਨ 'ਤੇ ਹੈ ਉਸ ਰਿਪੋਰਟ ਦੇ ਵਿੱਚ। ਬਾਈ ਜੀ ਸਵਾਗਤ ਹੈ, ਤੁਸੀਂ ਆਨਰ ਹੋ।
ਹਾਂ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਔਨ 에ਅਰ ਹੋ? ਕੌਣ ਬੋਲ ਰਹੇ ਹੋ? ਜੋਰਾ ਬੋਲਦਾ ਜੀ, ਜੋਰਾ ਦੌਦਰ ਵਾਲਾ ਦਿੱਲੀ ਤੋਂ ਬੋਲਦਾ। ਹਾਂਜੀ ਹਾਂਜੀ, ਜੋਰਾ ਸਿੰਘ ਦੌਦਰ। ਕਿਵੇਂ ਬਾਈ ਜੀ, ਦਿੱਲੀ ਬੈਠੇ ਹੋ ਡਟੇ? ਹਾਂਜੀ ਹਾਂਜੀ ਬਾਈ ਜੀ, ਪੂਰੇ ਵਧੀਆ, ਮਹਾਰਾਜ ਦੀ ਫੁੱਲ ਕਿਰਪਾ। ਕੀ ਸਥਿਤੀ ਹੈ ਜੋਰਾ ਸਿੰਘ ਜੀ? ਤੁਸੀਂ ਆਬਜ਼ਰਵੇਸ਼ਨ ਬਹੁਤ ਰੱਖਦੇ ਹੋ ਕਿ ਜਿਵੇਂ ਹਰਿਆਣਾ ਦੇ ਵਿੱਚ ਲੋਕ ਸਖਤ ਸੁਭਾਅ ਦੇ ਹੋ ਗਏ ਨੇ, ਜਿਹੜਾ ਕੱਲ੍ਹ ਦੇਖਣ ਨੂੰ ਮਿਲਿਆ ਕਿ ਸਰਕਾਰਾਂ ਨੂੰ ਸਖਤੀ ਕਰਨ ਦਾ ਬਹਾਨਾ ਮਿਲ ਜਾਣਾ ਜੇ ਅਸੀਂ ਇਸ ਤਰ੍ਹਾਂ ਭੰਨ ਤੋੜ ਕਰਾਂਗੇ, ਜਾਂ ਸਾਡੇ ਵਿੱਚ ਕੁਝ ਬੰਦੇ ਬਾੜੇ ਹੋ ਸਕਦੇ ਨੇ ਬੇਲੋੜੇ ਜੋਸ਼ੀਲੇ, ਹੋਸ਼ ਗੁਆ ਬੈਠਣ, ਉਹ ਸਰਕਾਰਾਂ ਨੂੰ ਇਹ ਕੰਮ ਰਾਸ ਆਏਗਾ। ਕੀ ਮਹਿਸੂਸ ਕਰਦੇ ਹੋ ਜੀ? ਹਾਂਜੀ ਬਾਈ ਜੀ, ਮੈਂ ਤੁਹਾਨੂੰ ਪਿੱਛੇ ਵੀ ਆਪਾਂ ਕਾਲ ਕੀਤੀ ਸੀਗੀ, ਜਾਂ ਉਹਦੀ ਨਾ ਜਾਂ ਕਾਹਨੂੰ ਲੈਣਾ, ਉਹਦੀ ਜ਼ਮੀਨ ਤੇ ਕਬਜ਼ਾ ਕਰ ਲਾਂਗੇ, ਜਾਂ ਉਹ ਤੇ ਬਾਹਰ ਚ ਗੋਹਾ ਸੜਤਾ, ਵੀ ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ। ਫੋਕਸ ਸਾਡਾ ਇਕੱਲਾ ਦਿੱਲੀ ਤੇ ਹੈ। ਦਿੱਲੀ ਕੋਈ ਬਾਹਲਾ ਵੱਡਾ ਕੰਮ ਨਹੀਂ, ਆਪਣਾ 40 ਬੰਦਿਆਂ ਤੇ ਆ। 40 ਬੰਦੇ ਆ ਜਿਹੜੇ ਆਪਣੇ, ਉਹ ਮਤਲਬ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨਾਂ ਨਾਲ ਆਪਣੀ ਕੋਈ ਗੱਲ ਬਾਹਲੀ ਵੱਡੀ ਹੈ ਨਹੀਂ। ਉਹਨਾਂ ਦੇ ਨਾਲ ਵੀ ਗੱਲ ਜਿਹੜੀ ਆਪਣੀ ਜੈਸਨੋ ਦੀ ਹੀ ਆ, ਜੇ ਆਪਾਂ ਲਾਈਏ ਤਾਂ ਵੀ ਉਹਨਾਂ ਨੇ ਕਿਹੜਾ ਕੋਈ ਆਪਾਂ ਨੂੰ ਮਤਲਬ ਸ਼ਰਤਾਂ ਰੱਖੀਆਂ ਜਾਂ ਕੁਛ ਰੱਖੀਆਂ। ਬਸ ਇੱਕੋ ਹੀ ਗੱਲ ਆ ਜਿਹੜੀ ਮੇਨ ਮੁੱਦਾ ਆਪਣਾ, ਵੀ ਆਪਾਂ ਇਹਨੂੰ ਮਤਲਬ ਅਸੀਂ ਕਾਨੂੰਨ ਵਾਪਸ ਕਰਾਉਣੇ ਆ, ਠੀਕ ਹੈ ਨਾ। ਤੇ ਨੰਬਰ 2 ਤੇ ਜਿਹੜੀ ਗੱਲ ਕਰਦੇ ਆ ਆਪਾਂ ਢਾਹ ਲਾਉਣ ਦੀ, ਇਹਨੂੰ ਵੀ ਢਾਹ ਲੱਗੂਗੀ। ਤੇ ਵੀ ਢਾਹ ਲੱਗਣ ਵਾਲੀ ਗੱਲ ਤੋਂ ਤਾਂ ਵੀ ਗੌਰਮੈਂਟ ਨੇ ਤਾਂ ਸਾਨੂੰ ਮਤਲਬ ਬਹੁਤ ਜ਼ਿਆਦਾ ਈਜ਼ੀ ਲਿਆ ਹੋਇਆ ਪਹਿਲਾਂ ਤੋਂ ਹੀ। ਪਰ ਜਿਹੜੀ ਬਣਾਉਟੀ ਚੀਜ਼ ਹੁੰਦੀ ਹੈ, ਬਣਾਉਟੀ ਚੀਜ਼ ਫਿਰ ਉਹਦਾ ਵੀ ਅਸਰ ਹੋਣਾ ਕੀ ਹੈ ਨਾ। ਜੇ ਗੋਦੀ ਮੀਡੀਆ ਨੇ ਜਾਂ ਮਸ਼ੀਨਾਂ ਨੇ ਇਹਨਾਂ ਨੂੰ ਜਿਤਾਤਾ, ਤੇ ਲੋਕ ਤਾਂ 6 ਸਾਲਾਂ ਤੋਂ ਹੀ ਦੁਖੀ ਆ ਨਾ, ਇਕੱਲੇ ਜੱਟ ਥੋੜੀ ਦੁਖੀ ਆ। ਮੈਂ ਜਿਹੜੀਆਂ ਗੱਲਾਂ ਪਹਿਲਾਂ ਆਪਣੀ ਰਿਕਾਰਡਿੰਗ ਸੁਣੀ ਆ, ਜੋ ਵੀ ਮਤਲਬ ਪਹਿਲਾਂ ਵੀ ਰੇਡੀਓ ਸੁਣਦਾ, ਅੰਦੋਲਨ ਨੂੰ ਗੌਰਮੈਂਟ ਕੁਛ ਮਰਜ਼ੀ ਕਰ ਦੇਵੇ। ਜੇ ਸਾਡੀਆਂ ਜਾਨਾਂ ਜਾਣੀਆਂ, 2-4 ਲੱਖ ਬੰਦਾ ਮਰਨਾ, ਤੇ ਫਿਰ ਮਹਾਰਾਜ ਨੇ ਏਡਾ ਕਾਲ ਆ ਜਿਹੜਾ ਉਹ ਖੁੱਲਾ ਹੱਲ ਹੱਲ ਕਰਦਾ ਫਿਰਦਾ, ਉਹ ਫਿਰ ਮਰਨਾ ਹੀ ਹੈ। ਫਿਰ ਤਾਂ ਉਹਦੇ ਚ ਸ਼ੱਕ ਨਹੀਂ ਕੋਈ। ਫਿਰ ਤਾਂ ਨਾ ਮੋਦੀ ਦੀ ਗਲਤੀ ਆ ਨਾ ਸਾਡੀ ਗਲਤੀ, ਸਾਡੀ ਲਿਖੀ ਹੋਈ ਇੱਥੇ, ਅਸੀਂ ਮਰਨਾ ਹੀ ਇੱਥੇ ਆ। ਉਹ ਚ ਤਾਂ ਕਸੂਰ ਹੀ ਨਹੀਂ ਕਿਸੇ ਦਾ ਕੋਈ, ਠੀਕ ਹੈ ਨਾ। ਕਾਲ ਸਭ ਤੋਂ ਵੱਡੀ ਚੀਜ਼ ਆ। ਫਿਰ ਨੰਬਰ 2 ਤੇ ਇਹਨਾਂ ਨੇ ਜੋ ਵੀ ਮਤਲਬ ਪਹਿਲਾਂ ਤੋਂ ਲੈ ਕੇ ਡਿਸੀਜਨ ਆ, ਜਾਂ ਇਹਨਾਂ ਨੇ ਬੰਦੇ ਬਣਾਉਟੀ ਪੇਸ਼ ਕਰਤੇ, ਜਾਂ ਸਾਨੂੰ ਅੱਤਵਾਦੀ ਪੇਸ਼ ਕਰਤਾ, ਜਾਂ ਪੈਸਾ ਕਿੱਥੋਂ ਆਉਂਦਾ, ਜੋ ਕੁਛ ਵੀ ਕੀਤਾ ਇਹਨਾਂ ਨੇ, ਸ਼ਾਬਾਸ਼। ਜਾਂ ਜੱਟ ਸਾਨੂੰ ਸਮਝਿਆ, ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ। ਸਾਡਾ ਫੋਕਸ 40 ਬੰਦਿਆਂ ਤੇ। 40 ਬੰਦੇ ਕੀ ਕਹਿੰਦੇ ਆ, ਉਹ ਮਤਲਬ ਜਾਂ ਯੈਸ ਜਾਂ ਨੋ। ਤੇ ਜਿਹੜੀ ਦੂਜੀ ਗੱਲ ਬਣਾਉਟੀ ਵੀ ਬਹੁਤ ਜ਼ਿਆਦਾ ਆ ਨਾ। ਗੋਦੀ ਮੀਡੀਆ ਜਿਹੜਾ ਇਹਨਾਂ ਦਾ, ਉਹ ਗੋਦੀ ਵੀ ਬਹੁਤ ਜ਼ਿਆਦਾ ਆ। ਗੋਦੀ ਦੇ ਚੱਕਰ ਦੇ ਵਿੱਚ ਹੀ ਜਿੱਤੇ ਦੇ ਹੁਣ ਤਾਂ ਕੋਈ ਗੱਲਬਾਤ ਨਹੀਂ ਸੀਗੀ ਇਹਨਾਂ ਕੋਲੇ। ਜਾਂ ਤੁਸੀਂ 370 ਧਾਰਾ ਦੀ ਗੱਲ ਕਰ ਲਓ, ਜਾਂ ਤੁਸੀਂ ਮਤਲਬ ਨੋਟਬੰਦੀ ਦੀ ਗੱਲ ਕਰ ਲਓ। ਕਿਹੜਾ ਬੰਦਾ ਜੱਟ ਦਾ ਚੱਲ ਆਪਦੇ ਮੁੱਦੇ ਨੂੰ ਪੈ ਨਿਕਲੇ, ਵੀ ਜੱਟਾਂ ਦਾ ਮੇਨ ਮੁੱਦਾ ਇਹ, ਮੰਨ ਲਈ ਗੱਲ। ਪਰ ਜੇ ਤੁਸੀਂ ਕਹੋ ਅੱਗੇ ਸੁਸਾਈਡ ਜ਼ਿਮੀਂਦਾਰ ਇਕੱਲਾ ਕਰਦਾ ਸੀ, ਸ਼ਹਿਰਾਂ ਦੇ ਵਿੱਚ ਕਿੰਨੀ ਸੁਸਾਈਡ ਹੋ ਰਹੀ ਆ, ਜਿਹੜੀ ਮੇਨ ਗੱਲ ਆ, ਉਹਨਾਂ ਨੂੰ ਵੀ ਮਤਲਬ ਪ੍ਰੋਬਲਮ ਆ ਗਈ। ਤੇ ਜੇ ਤੁਸੀਂ ਵਰਗ ਦੀ ਗੱਲ ਕਰੋ, ਜੇ ਅੱਜ ਤੁਸੀਂ ਅੰਦੋਲਨ ਦੀ ਗੱਲ ਕਰਦੇ ਆ ਨਾ, ਅੰਦੋਲਨ ਦੇ ਵਿੱਚ ਮੇਰੇ ਦੌਦਰ ਪਿੰਡ ਤੋਂ ਸਾਡੇ ਮਤਲਬ ਪਿੰਡ ਦੇ ਵਧੀਆ ਬੰਦੇ ਆ, ਸੁਨਿਆਰੇ, ਮਤਲਬ ਜਿਹੜੇ ਕੰਮ ਕਰਦੇ ਸੁਨਿਆਰ ਦਾ, ਉਹਨਾਂ ਦੀਆਂ ਕੁੜੀਆਂ ਚੱਲ ਸਾਡੇ ਕੋਲੇ ਆ ਕੇ ਗਈਆਂ, ਜਿੱਥੇ ਦੀ ਉਹਦੀ ਇੱਕ ਮੈਰਿਜ ਹੋਈ ਆ ਬਠਿੰਡਾ ਸਾਈਡ ਚ ਹੋਈ ਦੀ ਸੀਗੀ। ਤੇ ਹੁਣ ਉਹਨਾਂ ਕੋਲੇ ਕੁਛ ਨਹੀਂ ਹੁੰਦਾ, ਕਿਉਂਕਿ ਬਿਜਨਸ ਸਾਰਿਆਂ ਦੇ ਹੀ ਲੋ ਹੋ ਗਏ। ਉਹਦਾ ਕਰਕੇ ਅੰਦੋਲਨ ਮਹਾਰਾਜ ਸੱਚੇ ਪਾਤਸ਼ਾਹ ਜਿੱਤ ਵਾਲੇ ਪਾਸੇ ਨੂੰ ਲਿਜਾਊਗਾ। ਬਣਾਉਟੀ ਜ਼ਿਆਦੇ ਆ, ਭਾਜਪਾ ਬਣਾਉਟੀ ਜ਼ਿਆਦੇ ਆ। ਜੇ 100% ਸ਼ੋ ਹੁੰਦੀ ਆ ਨਾ, ਤੇ 30% ਰਹਿ ਗਈ ਮਗਰ। ਨਾ ਸਾਨੂੰ ਕਾਲੀਆਂ ਨਾਲ ਕੋਈ ਮਤਲਬ ਆ, ਨਾ ਕਾਂਗਰਸ ਨਾਲ ਮਤਲਬ ਆ, ਨਾ ਆਮ ਨਾਲ ਮਤਲਬ ਆ। ਅਸੀਂ ਡਾਇਰੈਕਟ ਹੋ ਗਏ ਆ। ਸਾਨੂੰ 40 ਬੰਦਿਆਂ ਦੇ ਵੀ ਭਰੋਸੇ ਆ ਜਿਹੜੇ, ਜਦੋਂ ਉਹਨਾਂ ਨੇ ਇੱਕ ਹੀ ਗੱਲ ਮੈਂ ਫੇਰ ਉਹੀ ਕਹਿੰਦਾ, ਯੈਸ ਜਾਂ ਨੋ ਤੇ ਗੱਲ ਖੜੀ ਆ। ਸਾਨੂੰ ਕੋਈ ਬਾਹਲਾ ਕੋਈ ਇੱਧਰ ਉੱਧਰ ਦਾ ਸੋਚਣ ਦੀ ਲੋੜ ਹੀ ਨਹੀਂ। ਅਸੀਂ ਬਿਨਾਂ ਹਥਿਆਰ ਤੋਂ ਤੇ ਚੁੱਪ ਕਰਕੇ, ਤੇ ਇਹਦੇ ਵਿੱਚ ਘੁਸਪੈਠ ਜੇ ਕੋਈ ਕਰਦਾ, ਜਾਂ ਉਹਨਾਂ ਨੇ ਖੱਟੜ ਨੇ ਆਪਦੇ ਤੌਰ ਤੇ ਕਰ ਲਿਆ, ਰਾਸ਼ਟਰਪਤੀ ਰਾਜ ਵੀ ਲਾਗੇ ਹੋ ਜੇ, ਇੱਥੇ ਵੀ ਸਾਡੇ ਤੇ ਕੋਈ ਟੈਂਕ ਚੜਾ ਦੇ ਤੇ ਚੜ ਜਾਣ, ਫਿਰ ਕੀ ਹੋ ਜੂਗਾ। ਜਦੋਂ ਉਹਨਾਂ ਕੋਲ ਪਾਵਰ ਆ, ਉਹਨਾਂ ਨੇ ਤਾਂ ਉਹ ਕੰਮ ਕਰਨਾ ਹੀ ਕਰਨਾ। ਓਕੇ ਬਾਈ ਜੀ, ਥੈਂਕ ਯੂ ਜੋਰਾ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਜਿਸ ਤਰ੍ਹਾਂ ਬਿਲਕੁਲ ਸਾਨੂੰ ਜਾਬਤਾ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਇਹ ਜਿਹੜੀ ਹਰਿਆਣਾ, ਇਹ ਵੀ ਸੰਘਰਸ਼ ਦੀ ਧਰਤੀ ਹੈ। ਸਤਨਾਮੀ ਸਾਧੂਆਂ ਦਾ ਜਿਹੜਾ ਇਤਿਹਾਸ ਹੈ, ਭਾਵੇਂ ਬਹੁਤ ਲੋਕ ਭੁੱਲ ਗਏ ਨੇ, ਪਰ ਬੜੇ ਸਿਰੜੀ ਲੋਕ ਸੀ। ਬਾਬਾ ਕਬੀਰ ਸਾਹਿਬ ਦਾ ਜੋ ਫਲਸਫਾ ਸੀ, ਉਸ ਦੇ ਉਤਾਰਨੇ ਸੀ, ਧਾਰਮਿਕ ਪਖੰਡਾਂ ਤੋਂ ਬਹੁਤ ਦੂਰ ਸੀ, ਪਰ ਧਰਮ ਦੇ ਪਰਪੱਕ ਲੋਕ ਸੀਗੇ।
9ਵੀਂ ਪਾਤਸ਼ਾਹੀ ਦੀ ਸ਼ਹਾਦਤ ਜਿਸ ਜਗ੍ਹਾ 'ਤੇ ਹੋਈ ਉਸ ਜਗ੍ਹਾ 'ਤੇ ਹੀ ਇਸ ਸਤਨਾਮੀ ਸਾਧ ਪਰੰਪਰਾ ਦੇ ਪ੍ਰਮੁੱਖ ਗੁਰੂ ਦੀ ਜਿਹੜੀ ਹੈ ਸ਼ਹਾਦਤ ਬਾਦਸ਼ਾਹ ਔਰੰਗਜ਼ੇਬ ਵੱਲੋਂ ਲਈ ਗਈ ਸੀਗੀ। ਕੱਲ੍ਹ ਦਾ ਜਿਸ ਤਰ੍ਹਾਂ ਭੈਣ ਹਰਵਿੰਦਰ ਜੌਹਲ ਜ਼ਿਕਰ ਕਰਕੇ ਗਏ ਨੇ ਕਿ ਜਿਹੜੀ ਬੁੱਧੀਜੀਵੀਆਂ ਦੀ ਮੀਟਿੰਗ ਹੋਈ ਹੈ, ਪ੍ਰੋਫੈਸਰ ਦਵਿੰਦਰ ਸ਼ਰਮਾ ਦਾ ਤਾਂ ਭਾਸ਼ਣ ਉਹਨਾਂ ਨੇ ਸੁਣਿਆ, ਪਰ ਪ੍ਰੋਫੈਸਰ ਸਾਈਨਾਥ ਦਾ ਭਾਸ਼ਣ ਉਹ ਨਹੀਂ ਸੁਣ ਸਕੇ। ਸੋ ਇਸ ਵਕਤ ਇਸ ਸਾਰੇ ਸੈਮੀਨਾਰ ਨੂੰ ਕਰਾਉਣ ਵਾਲੇ ਉੱਘੇ ਵਿਦਵਾਨ ਚਿੰਤਕ ਸ਼ਹੀਦ ਭਗਤ ਸਿੰਘ ਹੋਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ ਅਤੇ ਉਹਨਾਂ ਤੋਂ ਇਸ ਸਮਾਗਮ ਸੈਮੀਨਾਰ ਦੀ ਅਪਡੇਟ ਲਵਾਂਗੇ, ਜਿਸ ਸਮਾਗਮ ਦੇ ਦੌਰਾਨ ਸਿਰਫ ਕਿਸਾਨ ਹੀ ਨਹੀਂ, ਸਿਰਫ ਆਮ ਲੋਕ ਹੀ ਨਹੀਂ, ਜਿਹੜੇ ਸਾਬਕਾ ਜਸਟਿਸ ਸੀਗੇ ਅਤੇ ਜਿਹੜੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਸੀਗੇ, ਉਹਨਾਂ ਨੇ ਵੀ ਖੇਤੀ ਕਾਨੂੰਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਬਹੁਤ ਸਾਰੀਆਂ ਮਾਇਨਾਜ਼ ਸ਼ਖਸੀਅਤਾਂ ਇਸ ਸਿਟੀਜ਼ਨ ਫਾਰ ਫਾਰਮਰ ਵੱਲੋਂ ਕਰਵਾਏ ਗਏ ਕੌਮੀ ਸੈਮੀਨਾਰ ਜੋ ਚੰਡੀਗੜ੍ਹ ਦੇ ਵਿੱਚ ਹੋਇਆ, ਉਸ ਦੇ ਵਿੱਚ ਸ਼ਿਰਕਤ ਕੀਤੀ ਹੈ। ਪ੍ਰੋਫੈਸਰ ਜਗਮੋਹਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਚੌਹਾਨ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਆਉਣ ਤੋਂ ਪਹਿਲਾਂ US ਤੋਂ ਭੈਣ ਹਰਵਿੰਦਰ ਜੌਹਲ ਹੋਰਾਂ ਨੇ ਦੱਸਿਆ, ਬਹੁਤ ਸਾਰੇ ਹੋਰ ਲੋਕਾਂ ਨੇ ਇਹ ਸਪੀਚ ਜਿਹੜੀਆਂ ਵੇਖੀਆਂ ਨੇ ਪ੍ਰੋਫੈਸਰ ਦਵਿੰਦਰ ਸ਼ਰਮਾ ਹੋਰਾਂ ਦੀ ਜਾਂ ਸਾਈਨਾਥ ਦੀ, ਤੁਹਾਡੀ ਸਾਰੇ ਵਕਤਾਵਾਂ ਦੀ, ਅਤੇ ਇਸ ਸਮਾਗਮ ਦਾ ਕੀ ਨਿਚੋੜ ਸਾਰ ਹੈ, ਇਹ ਤੁਹਾਡੀ ਜ਼ੁਬਾਨ ਤੋਂ ਸੁਣਨਾ ਚਾਹਾਂਗੇ ਪ੍ਰੋਫੈਸਰ ਸਾਹਿਬ ਜੀ। ਮਤਲਬ ਇੱਕ ਬਹੁਤ ਜਿਹੜਾ ਇੰਪੋਰਟੈਂਟ ਮੁੱਦਾ, ਮਤਲਬ ਪਹਿਲਾਂ ਤਾਂ ਇਹ ਸੀ ਕਿ ਅਸੀਂ ਚਾਹੁੰਦੇ ਸੀ ਕਿ ਸਾਰੇ ਹੀ ਜਿਹੜੇ ਵਰਗ ਨੇ ਔਰ ਜਿਨ੍ਹਾਂ ਵਿੱਚ ਖਾਸ ਤੌਰ ਤੇ ਚੰਡੀਗੜ੍ਹ ਵਿੱਚ ਇੱਕ ਖਾਸ ਉੱਚ ਵਰਗ ਹੈ ਔਰ ਉਹਨਾਂ ਦੀ ਸ਼ਮੂਲੀਅਤ ਕੀਤੀ ਜਾਵੇ, ਜਿਵੇਂ ਜਿਹੜੇ ਐਡਵੋਕੇਟਸ ਨੇ, ਕਿਉਂਕਿ ਬਾਰ ਐਸੋਸੀਏਸ਼ਨ ਨੇ ਦੱਸਿਆ ਕਿ ਉਹਨਾਂ ਦੇ 1 ਲੱਖ ਮੈਂਬਰ ਨੇ ਸਾਰੇ ਪੰਜਾਬ ਵਿੱਚ, ਤੇ ਉਹ ਵੀ ਸਪੋਰਟ ਕਰ ਰਹੇ ਨੇ। ਜਿੰਨੇ ਰਿਟਾਇਰਡ ਮਤਲਬ ਬਿਊਰੋਕਰੇਟਸ ਨੇ ਉਹ ਵੀ ਨੇ, ਜਿਵੇਂ ਤੁਸੀਂ ਦੱਸਿਆ ਕਿ ਜੱਜਿਸ, ਔਰ ਖਾਸ ਤੌਰ ਤੇ ਜੱਜਿਸ ਜਿਨ੍ਹਾਂ ਨੇ ਸੁਨੇਹਾ ਭੇਜਿਆ ਔਰ ਸਾਹਿਬਾਨ ਜਿਨ੍ਹਾਂ ਨੇ ਪ੍ਰਜ਼ਾਈਡ ਕੀਤਾ, ਮਤਲਬ ਇੱਕ ਬਹੁਤ ਹੀ ਖੂਬਸੂਰਤ ਸੁਨੇਹਾ ਉਹਦੇ ਚੋਂ ਇਹ ਨਿਕਲ ਰਿਹਾ ਕਿ ਜਿਵੇਂ ਪੀ ਸਾਈਨਾਥ ਹੋਣਾ ਨੇ ਵੀ ਉਹਦੇ ਉੱਤੇ ਫੋਕਸ ਕੀਤਾ, ਜੱਜ ਸਾਹਿਬਾਨ ਨੇ ਵੀ ਕੀਤਾ, ਕਿ ਇਹ ਜਿਹੜੀ ਐਕਚੁਅਲੀ ਰਿਕਵਰੀ ਆਫ ਡੈਮੋਕ੍ਰੇਸੀ ਦੀ ਲੜਾਈ ਹੈ ਜਿਹੜੇ ਕਿਸਾਨ ਨੇ ਸ਼ੁਰੂ ਕੀਤੀ ਹੈ, ਲੇਕਿਨ ਲੋਕ ਸਾਰੇ ਉਹਦੇ ਚ ਰਲ ਰਹੇ ਨੇ। ਸੋ ਇਹ ਸੀ ਕਿ ਜਿਹੜਾ ਸਿਟੀਜ਼ਨ ਫਾਰ ਫੋਰਮ ਹੈ ਇਹਨੂੰ ਲੈ ਕੇ, ਔਰ ਭਾਈ ਪੀ ਸਾਈਨਾਥ ਹੋਣਾ ਦੀ ਤੇ ਬਹੁਤ ਹੀ, ਕਿਉਂਕਿ ਉਹਨਾਂ ਦੀ ਬੜੀ ਗਹਿਰੀ ਔਰ ਹੈ, ਜਿਵੇਂ ਪਾਤਰ ਹੋਣਾ ਨੇ ਅਖੀਰ ਤੇ ਕਿਹਾ ਕਿ ਵੀ ਉਹ ਸਾਨੂੰ ਉਹਨਾਂ ਦੀ ਕਵਿਤਾ ਨਜ਼ਰ ਆ ਰਹੀ ਸੀ, ਉਹਦੇ ਇੱਕ ਸਾਹਿਤਕ ਪੱਖ ਵੀ ਸੀ ਕਿ ਕਿਵੇਂ ਮਤਲਬ ਸਾਰਾ ਹੋ ਰਿਹਾ। ਤੋ ਇਹ ਮੈਂ ਸਮਝਦਾ ਕਿ ਬਹੁਤ ਕਾਮਯਾਬ ਹੈ। ਉਹਦੇ ਤੋਂ ਇਹ ਵੀ ਆਇਦ ਕੀਤਾ ਗਿਆ ਕਿ ਹਰ ਥਾਂ ਮਤਲਬ ਸਿਟੀਜ਼ਨ ਫਾਰ ਫਾਰਮਰ ਜਿਹੜੀ ਹੈਗੀਆਂ ਨੇ ਉਹ ਸ਼ਹਿਰਾਂ ਵਿੱਚ ਕਮੇਟੀਆਂ ਬਣਾਈਆਂ ਜਾਣ ਤਾਂ ਕਿ ਲੋਕ ਉਸ ਚਿੰਤਾ ਤੇ ਚਿੰਤਨ ਦੇ ਨਾਲ ਰਲ ਸਕਣ। ਤੋ ਮਤਲਬ ਹੈ ਕਿ ਜਿੰਨਾ ਉਹਨਾਂ ਨੇ ਸਾਈਨਾਥ ਹੋਣਾ ਨੇ, ਦਵਿੰਦਰ ਸ਼ਰਮਾ ਨੇ, ਜਸਟਿਸ ਸਾਹਿਬ ਨੇ ਜਿੰਨਾ ਸਪੋਰਟ ਕੀਤਾ ਉਹ ਬੜਾ ਉਤਸ਼ਾਹਿਤ ਕਰਨ ਵਾਲਾ ਹੈ। ਔਰ ਇਹ ਹੈ ਕਿ ਇਸ ਵੇਲੇ ਜਿਸ ਤਰ੍ਹਾਂ ਸੁਪਰੀਮ ਕੋਰਟ ਇਸ ਦੇ ਵਿੱਚ ਦਿਨ ਪ੍ਰਤੀ ਦਿਨ ਸਖਤ ਸਟੇਟਮੈਂਟ ਦੇ ਰਿਹਾ, ਸੁਪਰੀਮ ਕੋਰਟ ਦਾ ਫੈਸਲਾ ਕਿ ਸਖਤੀ ਕੀਤੀ ਜਾਵੇ, ਕਰੋਨਾ ਜਾਂ ਜਿਹੜਾ ਇੱਕ ਰਿਸ਼ਵ ਸ਼ਰਮਾ ਉਹ ਕਹਿੰਦਾ ਘਾਟਾ ਹੀ ਬਹੁਤ ਪੈ ਗਿਆ, ਕਹਿੰਦਾ 3500 ਕਰੋੜ ਦਾ ਘਾਟਾ ਪੈ ਗਿਆ, ਕਹਿੰਦਾ ਚੀਜ਼ਾਂ 30% ਮਹਿੰਗੀਆਂ ਹੋ ਗਈਆਂ। ਇਹਨੂੰ ਪੁੱਛੋ ਜਾ ਕੇ, ਉੱਥੇ ਝੁੱਗੀ ਝੋਪੜੀ ਵਾਲਿਆਂ ਦੇ ਬੱਚਿਆਂ ਦੀਆਂ ਕੁੱਖਾਂ ਕਢਾਤੀਆਂ, ਉਹਨਾਂ ਦੇ ਰੰਗ ਲਾਲ ਹੋ ਗਏ ਨੇ। ਬਾਕੀ ਰਹੀ ਗੱਲ 3500 ਕਰੋੜ ਦੀ, ਮਹਿੰਗੀ ਮੇਰੇ ਖਿਆਲ ਤੁਸੀਂ ਗੱਲ ਕਰ ਰਹੇ ਹੋ, ਮਹਿੰਗੀਆਂ ਕਿਸਾਨਾਂ ਕਰਕੇ ਨਹੀਂ ਹੋਈਆਂ, ਮਹਿੰਗੀਆਂ ਇਹਨਾਂ ਕਾਨੂੰਨਾਂ ਕਰਕੇ ਹੋਈਆਂ। ਕਿਸਾਨਾਂ ਨੇ ਕਿਹੜਾ ਰੋਕ ਲਾਈ ਹੈ? ਮਹਿੰਗੀਆਂ ਤਾਂ ਤੁਹਾਡੇ ਕਾਰਪੋਰੇਟ ਨੇ। ਤੁਹਾਡੀ ਬਹੁਤ ਇੰਟਰਸਟਿੰਗ ਰਹੇਗਾ ਕਿਉਂਕਿ ਇਹ ਵੀ ਸਵਾਲ ਉੱਥੇ ਆਇਆ, ਮਤਲਬ ਕਿ ਸਾਈਨਾਥ ਹੋਣਾ ਵੀ ਇਹ ਕੀ ਕਾਹਲੀ ਸੀ, ਜਾਂ ਜੱਜ ਸਾਹਿਬ ਨੇ ਵੀ ਕਿਹਾ ਵੀ ਕੀ ਐਮਰਜੈਂਸੀ ਸੀ ਕਿ ਇਹ ਕਾਨੂੰਨ ਆਰਡੀਨੈਂਸ ਨਹੀਂ ਲੈਂਦੇ ਗਏ। ਕਿ ਫੈਕਟ ਇਹ ਹੈਗਾ ਕਿ ਇਹਨਾਂ ਨੇ ਪਿਆਜ਼ ਤੇ ਆਲੂ ਨੂੰ ਇਸ ਲਿਸਟ ਵਿੱਚ ਪਾਇਆ ਔਰ 27,500 ਕਰੋੜ ਦੀ ਫੂਡ ਆਈਟਮਸ ਇਹਨਾਂ ਨੇ ਐਕਸਪੋਰਟ ਕੀਤੀਆਂ ਇਹਨਾਂ 3 ਮਹੀਨਿਆਂ ਚ। ਅੱਛਾ, ਜੂਨ, ਜੁਲਾਈ, ਅਗਸਤ ਵਿੱਚ। ਇਹਨਾਂ ਦੇ ਆਪਣੇ ਅੰਕੜੇ ਨੇ। ਮੈਂ ਕਿਹਾ ਵੀ ਇਹ ਸਮਝੋ ਕਿ ਜਿਹੜਾ ਸਾਡੇ ਨੱਕ ਚੋਂ ਧੂੰਆਂ ਨਿਕਲਿਆ ਗੰਢਿਆਂ ਦੇ ਤੇ ਆਲੂਆਂ ਦੇ ਭਾਅ ਦਾ, ਉਹ ਐਕਸਪੋਰਟ ਕਰਕੇ ਹੈ ਔਰ ਉਹ ਬਦਲ ਹੈ ਇਹਦੇ ਵਿੱਚ। ਜਿਹੜੇ ਮੁਲਕ ਵਿੱਚ ਮਹਿੰਗਾ ਸੀ ਉੱਥੇ ਭੇਜਤਾ, ਉਰੇ ਕਿਉਂ ਵੇਚਣਗੇ? ਸਟੋਰ ਕਰਨ ਦੀ ਉਹਨਾਂ ਨੂੰ ਖੁੱਲ੍ਹ ਮਿਲ ਗਈ ਹੈ। ਦੂਜਾ ਉਹਨਾਂ ਨੂੰ ਸਟੋਰੇਜ ਦੀ ਮਤਲਬ ਜਿਹੜੀ ਪਹਿਲਾਂ ਲਿਮਿਟ ਸੀ ਉਹ ਵੀ ਤੋੜਤੀ, ਕਿ ਉਹ ਸਟੋਰ ਵੀ ਕਰ ਸਕਦੇ ਨੇ, ਐਕਸਪੋਰਟ ਵੀ ਕਰ ਸਕਦੇ ਨੇ, ਔਰ ਉਹਦਾ ਮੁੱਲ ਹਰ ਬੰਦੇ ਨੂੰ ਦੇਣਾ ਪੈਣਾ।
ਜਿਹੜਾ ਉਹ ਕਹਿ ਰਹੇ ਨੇ ਉਹ ਕਿਸਾਨਾਂ। ਔਰ ਇੱਕ ਹੋਰ ਬਹੁਤ ਇੰਪੋਰਟੈਂਟ ਆਸਪੈਕਟ ਜਿਹੜਾ ਹੈ ਉਹ ਇਹ ਹੈ ਕਿ ਸਿਰਫ ਇਸ ਵੇਲੇ ਕਿਸਾਨੀ ਹੀ ਕੰਟਰੀਬਿਊਟ ਕਰ ਰਹੀ ਹੈ ਪੋਜ਼ਿਟਿਵਲੀ। ਐਗਰੀਕਲਚਰ ਸੈਕਟਰ 3.5% ਕੰਟਰੀਬਿਊਟ ਕਰ ਰਿਹਾ ਹੈ ਇਨਕਰੀਜ਼, ਤੇ ਉਹ ਜਿਹੜੇ ਬਾਕੀ ਘਾਟਾ ਪੈ ਰਿਹਾ ਹੈ ਉਹ ਤੁਸੀਂ ਐਗਰੀਕਲਚਰ 'ਚ ਉਹਨਾਂ ਨੂੰ ਪੂਰਾ ਕਰਕੇ ਦੇਣਾ ਚਾਹੁੰਦੇ ਹੋ। ਇਹ ਕਾਨੂੰਨਾਂ ਦੇ ਮਗਰ ਜਿਹੜੀ ਬਦਨੀਤੀ ਹੈ ਉਹ ਇਹ ਹੈ। ਅੱਛਾ ਪ੍ਰੋਫੈਸਰ ਸਾਹਿਬ, ਜਿਸ ਤਰ੍ਹਾਂ ਮਾਣਯੋਗ ਜੱਜ ਸਾਹਿਬ ਕੋਈ ਸਖਤ ਫੈਸਲਾ ਲਿਆ ਸਕਦੇ ਨੇ ਜਿਹੜਾ ਕਿ ਸਰਕਾਰ ਨੂੰ ਰਾਸ ਆਏਗਾ, ਕਿਉਂਕਿ ਪਹਿਲਾਂ ਵੀ ਅਦਾਲਤਾਂ ਨੇ ਕਹਿ ਦਿੱਤਾ ਸੀ ਸਾਡੇ ਤੇ ਬਾਹਰੀ ਪ੍ਰੈਸ਼ਰ ਹੈ, ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀਜੇਪੀ ਦੇ MP ਬਣ ਜਾਂਦੇ ਨੇ, ਹੋਰ ਕੀ ਸਬੂਤ ਚਾਹੀਦਾ ਅਦਾਲਤਾਂ ਦਾ ਜਿੱਥੇ ਬੰਦੇ ਬਿਰਖ ਹੋ ਗਏ। ਇਸ ਦੌਰਾਨ ਹੁਣ ਜਿਵੇਂ ਬਾਰ ਕੌਂਸਲ ਆਫ ਇੰਡੀਆ ਦੇ ਜਾਂ ਚੰਡੀਗੜ੍ਹ, ਕਿਉਂਕਿ ਸਿਰਫ ਚੰਡੀਗੜ੍ਹ ਨਹੀਂ, ਇਹ ਇੰਡੀਆ ਦੀ ਰਾਜਨੀਤੀ ਦੇ ਵਿੱਚ ਚੰਡੀਗੜ੍ਹ ਬਹੁਤ ਵੱਡਾ ਰੋਲ ਨਿਭਾਉਂਦਾ। ਇਸ ਹਲਕਿਆਂ 'ਚੋਂ ਪੜ੍ਹੇ ਹੋਏ ਲੋਕ ਪ੍ਰਧਾਨ ਮੰਤਰੀ ਬਣ ਜਾਂਦੇ ਨੇ, ਮਨਮੋਹਨ ਸਿੰਘ ਵਰਗੇ ਲੋਕ, ਜਾਂ ਜੁਡੀਸ਼ਰੀ 'ਚ ਕਿੰਨੇ ਲੋਕ ਨੇ ਜਿਹੜੇ ਇੱਥੋਂ ਪੜ੍ਹ ਕੇ ਗਏ ਨੇ ਜਿਨ੍ਹਾਂ ਦਾ ਤਾਲੁਕ ਚੰਡੀਗੜ੍ਹ ਨਾਲ ਹੈ। ਇਹ ਦੇਸ਼ ਦੀ ਦੂਜੀ ਵੱਡੀ ਰਾਜਧਾਨੀ ਹੈ। ਉਸ ਇੰਟਲੈਕਚੁਅਲ ਵਰਗ ਨੇ ਸਪੋਰਟ ਦਿੱਤੀ ਹੈ, ਸਿਟੀਜ਼ਨ ਫਾਰ ਫਾਰਮਰ। ਇਹ ਤਾਂ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਭਰਵਾਂ ਰਿਸਪੌਂਸ ਮਿਲਿਆ, ਤੁਹਾਡੀਆਂ ਉਮੀਦਾਂ ਤੋਂ ਵੀ ਵੱਧ ਤੇ ਸਾਡੀਆਂ ਮੀਡੀਆ ਦੀਆਂ ਉਮੀਦਾਂ ਤੋਂ ਵੀ ਵੱਧ। ਉਦੋਂ ਜਦੋਂ ਤੁਹਾਡੀ ਨਿਊਜ਼ ਆਈ ਮੈਂ ਉਦੋਂ ਵੀ ਗੱਲ ਕੀਤੀ ਸੀ, ਪਰ ਜਿਸ ਤਰ੍ਹਾਂ ਕਵਰੇਜ ਮਿਲੀ ਹੈ ਤੇ ਰਿਸਪੌਂਸ ਮਿਲਿਆ, ਬਹੁਤ ਸਾਰੇ ਜਿਹੜੇ ਵੱਡੇ ਲੋਕ ਨੇ ਉਹਨਾਂ ਨੇ ਸਿੱਧੀ ਸਪੋਰਟ ਦਿੱਤੀ ਹੈ, ਆਮ ਸਪੋਰਟ ਵੀ ਬਹੁਤ ਹੈ। ਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਭਾਰਤ ਦੀ ਸੁਪਰੀਮ ਕੋਰਟ, ਕਿਉਂਕਿ ਇੱਥੋਂ ਅੰਗਰੇਜ਼ੀ ਅਖਬਾਰਾਂ ਦੇ ਜੋ ਬਿਆਨ ਨਿਕਲਦੇ ਨੇ ਇਹ ਸਾਰੇ PM-CM ਪੜ੍ਹਦੇ ਨੇ, ਇਹ ਜਿਹੜੀ ਇੰਟਲੈਕਚੁਅਲ ਲੌਬੀ ਹੈ ਉਹਦਾ ਕਿਸਾਨੀ ਦੇ ਹੱਕ ਦੇ ਵਿੱਚ ਸਪਸ਼ਟ ਹਾਂ ਦਾ ਨਾਰਾ ਮਾਰਨਾ ਕਿ ਭਾਈ ਮੋਦੀ ਸਾਹਿਬ ਤੁਸੀਂ ਗਲਤ ਕਰ ਰਹੇ ਹੋ। ਮੇਰੇ ਖਿਆਲ ਸੁਪਰੀਮ ਕੋਰਟ ਵੀ ਇਸ ਨੂੰ ਜਿਹੜਾ ਅੱਖੋਂ ਪਰੋਖੇ ਨਹੀਂ ਕਰੇਗਾ ਇਸ ਸਮਾਗਮ ਨੂੰ। ਦੂਜਾ ਸਵਾਲ ਕਿ ਇਸ ਤਰ੍ਹਾਂ ਦੇ ਸਮਾਗਮ ਹੋਰ ਫਟਾਫਟ ਵੱਡੇ ਮੈਟਰੋ ਸ਼ਹਿਰਾਂ 'ਚ ਕਰਨ ਦੀ ਜ਼ਰੂਰਤ ਹੈ, ਉਸ ਸੰਬੰਧੀ ਤੁਹਾਡੀ ਫੋਰਮ ਦੀ ਕੀ ਪਲੈਨਿੰਗ ਹੈ? ਜੀ ਨਹੀਂ, ਬਿਲਕੁਲ ਉਹਦੇ 'ਚ ਰੈਜ਼ੋਲੂਸ਼ਨ ਵੀ ਯੂਨਾਨੀਮਸਲੀ ਪਾਸ ਕੀਤਾ ਕਿ ਇਹ ਕਾਨੂੰਨ ਰੱਦ ਕੀਤੇ ਜਾਣ। ਇਹ ਸਾਰਿਆਂ ਦਾ ਯੂਨਾਨੀਮਸ ਡਿਸੀਜਨ ਸੀ, ਇਸ ਕਰਕੇ ਕਿ ਇਹਨਾਂ ਡਿਫੈਕਟਿਵ ਪ੍ਰੋਸੈਸ ਜਿਹੜਾ ਹੈ ਔਰ ਜਿਸ ਤਰੀਕੇ ਨਾਲ ਉਹਨੂੰ ਲਿਆਂਦਾ ਗਿਆ ਇਹਨੂੰ ਔਰ ਇਹ ਖੁਦ ਚੀਫ ਜਸਟਿਸ ਕਹਿ ਚੁੱਕੇ ਨੇ। ਪਰ ਅਸਲ ਪ੍ਰੋਬਲਮ ਇਹ ਹੈ ਕਿ ਅਗਰ ਮਤਲਬ ਕੋਰਟ ਨੂੰ ਖੁਦ ਇਹ ਜਿਹੜੀ ਰੂਲਿੰਗ ਕਲਾਸ ਹੈਗੀ ਹੈ ਇਹ ਡਿਸਕ੍ਰੈਡਿਟ ਕਰਨਾ ਚਾਹੁੰਦੀ ਹੈ। ਸਾਬਰੀਮਾਲਾ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਬੜਾ ਕਲੀਅਰ ਵਰਡਿਕਟ ਦਿੱਤਾ ਕਿ ਔਰਤਾਂ ਨੂੰ ਮੰਦਰ ਜਾਣ ਦਾ ਹੱਕ ਹੈ, ਲੇਕਿਨ ਪ੍ਰਾਈਮ ਮਿਨਿਸਟਰ ਨੇ ਖੁਦ ਉਹਨੂੰ ਡਿਫਾਈ ਕੀਤਾ। ਇਹ ਤਾਂ ਸਰ ਉਹਨੂੰ ਡਿਨਾਈ ਕੀਤਾ ਤੇ ਕਣਕ ਦੁਰਗਾ ਜਿਹੜੀ ਮੰਦਰ ਜਾਣਾ ਚਾਹੁੰਦੀ ਸੀ ਉਹਦੀਆਂ ਮਿਰਚਾਂ 'ਚ ਲਾਲ ਪਾਊਡਰ ਪਵਾਇਆ ਗਿਆ ਤੇ ਇਹਨਾਂ ਦੇ ਚੋਣ ਮੈਨੀਫੈਸਟੋ 'ਚ ਆਇਆ ਕਿ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਔਰਤਾਂ ਮੰਦਰ ਨਹੀਂ ਜਾ ਸਕਦੀਆਂ, ਉਹਦੇ ਖਿਲਾਫ ਇਹ ਚੋਣ ਮੈਨੀਫੈਸਟੋ ਲੈ ਕੇ ਆਏ ਨੇ ਰੱਖਣੀ। ਔਰ ਮੈਂ ਸਮਝਦਾ ਕਿ ਸੁਪਰੀਮ ਕੋਰਟ ਨੂੰ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਉਹ, ਕਿਉਂਕਿ ਇਹ ਨੀਤੀ ਦਾ ਫੈਸਲਾ ਹੈ ਕਿ ਕੀ ਸਰਕਾਰੀ ਨੀਤੀ ਜਿਹੜੀ ਹੈ, ਔਰ ਉਹ ਕਨਸਟੀਟਿਊਸ਼ਨ ਕਹਿੰਦਾ ਕਿ ਵੀ ਉਹ ਕੋਰਟ ਨਹੀਂ ਰਿਵਿਊ ਕਰ ਸਕਦੀ, ਤੇ ਲੋਕ ਹੀ ਰਿਵਿਊ ਕਰਨਗੇ ਜੀ। ਜਿਹੜਾ ਚੌਥਾ ਸਾਡਾ ਚੈਪਟਰ ਹੈ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਉਹ ਕਹਿੰਦਾ ਹੈ ਕਿ ਵੀ ਨੀਤੀਆਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ, ਪਰ ਇਹ ਕੋਰਟ ਨਹੀਂ ਡਿਸਾਈਡ ਕਰੇਗੀ। ਤੋ ਹੁਣ ਅਸੀਂ ਉਹਦੇ ਚੋਂ ਮਤਲਬ ਕਾਨੂੰਨੀ ਨੁਕਸੇ ਨਹੀਂ ਲੱਭ ਰਹੇ। ਹੁਣ ਇਹ ਜਿਹੜਾ ਕਿਸਾਨਾਂ ਨੇ ਚੈਲੰਜ ਕੀਤਾ ਉਹ ਸਿੱਧਾ ਨੀਤੀ ਤੇ ਕੀਤਾ ਹੈਗਾ ਕਿ ਨੀਤੀ ਬਣਾਉਣ ਵਿੱਚ ਹਿੱਸੇਦਾਰੀ, ਔਰ ਉਹਦੇ ਤੇ ਇੰਟਰਨੈਸ਼ਨਲ, ਕੱਲ ਜਸਟਿਸ ਲੈਬਰਾਨ ਨੇ ਵੀ ਕਿਹਾ ਔਰ ਉਹ ਬੜੀ ਖੂਬਸੂਰਤੀ ਨਾਲ ਕਿਹਾ ਕਿ ਵੀ 2018 ਦਾ ਜਿਹੜਾ UN ਚਾਰਟਰ ਆਫ ਪੀਜ਼ੈਂਟ ਐਂਡ ਰੂਰਲ ਵਰਕਰ ਰਾਈਟ ਹੈ ਉਹ ਸਾਈਨ ਕਰਨ ਲੱਗਿਆ ਕਿ ਉਹਨਾਂ ਨੇ ਪੜ੍ਹਿਆ ਨਹੀਂ। ਉਹਦੇ 'ਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਕਦੀ ਵੀ ਪਿੰਡਾਂ ਦੇ ਬਾਰੇ, ਵਰਕਰ ਦੇ ਬਾਰੇ 'ਚ ਜਾਂ ਕਿਸਾਨਾਂ ਦੇ ਬਾਰੇ 'ਚ ਕੋਈ ਵੀ ਫੈਸਲਾ ਕਰੋਗੇ ਤੇ ਉਹਨਾਂ ਦੀ ਹਿੱਸੇਦਾਰੀ ਤੋਂ ਬਗੈਰ ਨਹੀਂ ਕਰਨਾ, ਕਿਉਂਕਿ ਦੁਨੀਆ 'ਚ ਡਿਸਟ੍ਰੈਸ ਹੈ ਤੇ ਕੀਤੀ। ਸੋ ਆਸ ਤੇ ਮਤਲਬ ਹੈ, ਔਰ ਇਹ ਐਫਰਟ ਯੂਨਾਈਟਿਡਲੀ, ਔਰ ਇਹਦੇ 'ਚ ਇਹ ਵੀ ਹੈ ਕਿ ਕੱਲ ਦਾ ਭਾਰਤ ਜਿਹੜਾ ਹੈ ਉਹਦੇ ਵਿੱਚ ਲੋਕਾਂ ਦੀ ਹਿੱਸੇਦਾਰੀ ਹੋਏਗੀ ਕਿ ਸਿਰਫ ਕਾਰਪੋਰੇਟ ਦੀ ਹਿੱਸੇਦਾਰੀ ਹੋਏਗੀ। ਪੀ ਸਾਈਨਾਥ ਨੇ ਬੜਾ ਕਲੀਅਰਲੀ ਕਿਹਾ ਕਿ ਇਹ ਜਿਹੜਾ ਹੈ ਇਹ ਹੈ ਕਿ ਕੀ ਅਸੀਂ ਕਮਿਊਨਿਟੀ ਦੇ ਤੌਰ ਤੇ ਲਿਵ ਕਰਾਂਗੇ ਜਾਂ ਕਾਰਪੋਰੇਟ ਦੇ ਗੁਲਾਮ ਦੇ ਤੌਰ ਤੇ ਲਿਵ ਕਰਾਂਗੇ। ਇਹ ਫੈਸਲੇ ਦੀ ਘੜੀ ਹੈ ਜੀ ਬਿਟਵੀਨ, ਮਤਲਬ ਇੰਡੀਆ ਕਾਰਪੋਰੇਟ ਰਨ ਕਰਨਗੇ ਜਾਂ ਲੋਕ ਰਨ ਕਰਨਗੇ। ਲੋਕ ਰਨ ਕਰਨਗੇ ਡੈਮੋਕ੍ਰੈਟਿਕ ਹੋਏਗਾ, ਕਾਰਪੋਰੇਟ ਰਨ ਕਰਨਗੇ। ਪਲੈਨਿੰਗ ਨੇ ਇਸ ਤਰ੍ਹਾਂ ਦੇ ਅੰਦੋਲਨ ਮੈਂ ਸਮਝਦਾ ਕਿ ਜਿੰਨੇ, ਕਿਉਂਕਿ ਅਰੇਂਜਮੈਂਟ ਤਾਂ ਬਹੁਤ ਵੱਡਾ, ਦੇਖੋ ਸਾਬਕਾ ਜਸਟਿਸ ਦੇ ਸੁਨੇਹੇ ਆਏ, ਹਾਈ ਕੋਰਟਾਂ ਦੇ ਜਸਟਿਸ ਦੇ ਬਹੁਤ ਸਾਰੀਆਂ ਮਾਇਨਾਤ ਸ਼ਖਸੀਅਤਾਂ ਦੇ, ਕਾਨੂੰਨਦਾਨਾਂ ਦੇ ਸੁਨੇਹੇ ਆਏ, ਡਾਕਟਰ ਦੇ ਸੁਨੇਹੇ ਆਏ,
ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਕਿ ਨਾਰਥ ਰੀਜਨ ਤੋਂ ਬਾਹਰ ਤੁਹਾਡੀ ਫੋਰਮ ਜਿਹੜਾ ਹੈ ਸਾਊਥ ਦੇ ਵਿੱਚ ਮਹਾਰਾਸ਼ਟਰ ਸਾਈਡ, ਇਸ ਤਰ੍ਹਾਂ ਦੇ ਮਤਲਬ ਇਹ ਵੀ ਬਹੁਤ ਵੱਡੀ ਘਾਲਣਾ ਹੈ। ਜ਼ਰੂਰੀ ਨਹੀਂ ਕਿ ਬਾਰਡਰ 'ਤੇ ਜਾ ਕੇ ਹੀ ਬੈਠਿਆ ਜਾਵੇ, ਪਰ ਜਿਹੜੀ ਇਹ ਇੰਟਲੈਕਚੁਅਲ ਲੌਬੀ ਦੀ ਘਾਲਣਾ, ਇਹਦਾ ਵੀ ਬਹੁਤ ਵੱਡਾ ਅਸਰ ਹੈ। ਇਹਨੂੰ ਫਿਰ ਅੱਗੇ ਕਿਵੇਂ ਵਧਾ ਰਹੇ ਹੋ, ਤੇ ਇਹ ਜਿਹੜੇ ਲਿੰਕਸ ਨੇ ਕਿੱਥੇ YouTube ਤੇ ਜਾਂ ਹੋਰ ਦੇਖੇ ਜਾ ਸਕਦੇ ਨੇ? ਵੈਸੇ ਤਾਂ ਹਾਂ ਜੀ, ਬਿਲਕੁਲ ਤੁਸੀਂ ਠੀਕ ਹੈ। ਸਾਊਥ ਵਿੱਚ ਵੀ ਮਤਲਬ ਕਾਫੀ ਹੋ ਰਿਹਾ, ਔਰ ਇਹ ਹੈ ਕਿ ਵੀ ਇਹਦੇ ਵਿੱਚ ਮਤਲਬ ਜਿਹੜੀ ਸਾਡੀ ਅਪੀਲ ਹੈ ਕਿ ਹਰ ਥਾਂ ਲੋਕਲ ਛੋਟੇ ਗਰੁੱਪ ਜਿਹੜੇ ਨੇ ਉਹ ਇਕੱਠੇ ਹੋਣ, ਤਾਂ ਕਿ ਇੱਕ ਤਾਂ ਕਿ ਜਿਹੜਾ ਉਹ ਪ੍ਰੋਪੇਗੈਂਡਾ ਕਰ ਰਹੇ ਨੇ ਉਹਦੀ ਅਸਲ ਜਿਹੜੀ ਪਿਕਚਰ ਹੈ ਉਹ ਮਿਲੇ। ਕਿਉਂਕਿ ਇਹ ਕਾਮਯਾਬੀ ਵੀ ਇਸ ਕਰਕੇ, ਹਰ ਆਦਮੀ ਇਸ ਕਰਕੇ ਇਹਦੇ ਨਾਲ ਜੁੜ ਰਿਹਾ ਹੈ ਕਿ ਇੰਨੇ ਜਾਬਤੇ ਨਾਲ ਤੇ ਸਬਰ ਦੇ ਨਾਲ, ਸਿਦਕ ਦੇ ਨਾਲ ਇਹ ਲੜਿਆ ਜਾ ਰਿਹਾ ਹੈ, ਜਿਹਦੇ ਕਰਕੇ ਮਤਲਬ ਔਰ ਭਗਤ ਸਿੰਘ ਹੋਣਾ ਨੇ ਵੀ ਕਿਹਾ ਸੀ ਵੀ ਜਿਹੜੀਆਂ ਬਰੋਡ ਨੈਸ਼ਨਲ ਮੂਵਮੈਂਟਸ ਹੁੰਦੀਆਂ ਨੇ, ਬਰੋਡ ਮੂਵਮੈਂਟਸ ਹੁੰਦੀਆਂ ਨੇ, ਉਹ ਹਮੇਸ਼ਾ ਮਤਲਬ ਪੀਸਫੁਲ ਰਹਿੰਦੀਆਂ ਨੇ, ਕਿਉਂਕਿ ਉਹਨਾਂ ਨੇ ਆਪਣੀ ਇਸੇ ਸਟਰੈਂਥ ਨਾਲ ਰਜਿਸਟ ਕਰਨਾ ਹੁੰਦਾ ਜੀ। ਤਾਂ ਉਹ ਮਤਲਬ ਜਿਹੜੀਆਂ ਪ੍ਰੋਫੈਸਰ ਸਾਹਿਬ ਚਿੰਤਾਵਾਂ ਨੇ ਜੋ ਹਰਿਆਣੇ 'ਚ ਕੱਲ ਹੋਇਆ, ਤੁਸੀਂ ਉਸੇ ਪਾਸੇ ਮੈਂ ਤੁਹਾਡੀ ਗੱਲ ਨੂੰ ਵੱਡੀ ਕਰਾਂਗਾ, ਜੋ ਹਰਿਆਣੇ 'ਚ ਕੱਲ ਹੋਇਆ, ਇਹ ਹਿੰਸਾ ਸਰਕਾਰਾਂ ਨੂੰ ਰਾਸ ਆਏਗੀ, ਇਹਦੀ ਬਣਾ ਤੇ ਉਹ ਸਖਤੀ ਕਰਨਗੇ, ਫੌਜ ਚੜਾਉਣਗੇ, ਉਹਦੇ ਬਾਰੇ ਕੀ ਤੌਖਲੇ ਨੇ ਤੁਹਾਡੇ ਲੋਕਾਂ ਦੇ? ਮਤਲਬ ਉਹ ਹਿੰਸਾ ਨਹੀਂ ਹੈ, ਉਹ ਵੀ ਮਤਲਬ ਰੈਜ਼ਿਸਟੈਂਸ ਹੈ। ਜਦੋਂ ਤੁਸੀਂ ਗੱਲ ਕਰਨ ਨੂੰ ਤਿਆਰ ਨਹੀਂ, ਲੋਕ ਕਹਿੰਦੇ ਨੇ ਵੀ ਅਸੀਂ ਤੁਹਾਡੀ ਵੱਲੋਂ ਮੀਟਿੰਗ ਨਹੀਂ ਹੋਣ ਦਿੰਦੇ, ਕਿਸੇ ਨੂੰ ਫਿਜ਼ੀਕਲ ਨੁਕਸਾਨ ਤੇ ਨਾ ਕੀਤਾ ਗਿਆ। ਜਿਹੜੀ ਹਿੰਸਾ ਦਾ ਮਤਲਬ ਬਹਾਨਾ ਤੇ ਉਹ ਨਾ ਵੀ ਹੋਵੇ ਤਾਂ ਵੀ ਕਰ ਲੈਣਗੇ ਜੀ। ਉਹਨਾਂ ਨੇ ਤੇ ਕਾਨੂੰਨ ਇਹੋ ਜਿਹਾ ਬਣਾਇਆ ਹੋਇਆ ਕਿ ਵੀ ਤੁਹਾਡੇ ਤੇ ਸ਼ੱਕ ਹੈ ਕਿ ਤੁਸੀਂ ਸ਼ਾਇਦ ਸੋਚ ਸਕਦੇ ਹੋ ਕਿ ਸਾਨੂੰ ਕਦੀ ਤੁਸੀਂ ਮਤਲਬ ਹਿੰਸਾ ਕਰ ਸਕਦੇ ਹੋ, ਕਿਉਂਕਿ ਕਿੰਨੇ ਬੰਦੇ ਬੁੱਧੀਜੀਵੀ ਇਸੇ ਕਰਕੇ ਫੜ ਕੇ ਦਿੱਤੇ ਹੋਏ ਨਾ ਯੂਪੀਏ ਵਿੱਚ। ਬਿਲਕੁਲ ਬਿਲਕੁਲ। ਤੇ ਆਪਣੇ ਵੱਲੋਂ ਨਾ ਸਮਝਿਆ ਸੀ ਅਸੀਂ ਬੜਾ ਵੱਡਾ ਕਾਨੂੰਨ ਬਣਾ ਲਿਆ ਵੀ ਜਿਹਨੂੰ ਮਰਜ਼ੀ ਹੋ। ਇਹ ਅੰਗਰੇਜ਼ਾਂ ਨੇ 1818 ਚ ਬਣਾਇਆ ਜੀ ਕਿ ਔਰ ਉਹ ਸ਼ਾਇਦ ਉਹਨਾਂ ਕੋ ਸਿੱਖ ਰਹੇ ਨੇ, ਈਸਟ ਇੰਡੀਆ ਕੰਪਨੀ ਕੋ ਵੀ ਵਪਾਰ ਕਰਨਾ ਹੈ ਤੇ ਲੋਕਾਂ ਨੂੰ ਚੁੱਪ ਕਰਾ ਕੇ ਹੀ ਵਪਾਰ ਦਾ ਫਾਇਦਾ ਉਠਾਇਆ ਜਾ ਸਕਦਾ। ਆਖਰ 'ਚ ਪ੍ਰੋਫੈਸਰ ਸਾਹਿਬ ਕੀ ਸੁਨੇਹਾ ਤਾਂ ਜੋ ਵੱਧ ਤੋਂ ਵੱਧ ਲੋਕ ਤੁਹਾਡੇ ਇਸ ਫੋਰਮ ਨਾਲ ਜੁੜ ਸਕਣ ਜਾਂ ਹੋਰ ਜਾਬਤੇ 'ਚ ਰਹਿਣ, ਕੀ ਅੰਦੋਲਨ 'ਚ ਕਰਨਾ ਕੀ ਨਹੀਂ ਕਰਨਾ? NRI ਨੂੰ ਵੱਡੇ ਪੱਧਰ ਤੇ, ਕਿਉਂਕਿ ਆਪਣੀ ਆਡੀਅנס ਜ਼ਿਆਦਾਤਰ NRI ਵੀ ਹੁੰਦੀ ਹੈ, ਕੀ ਸੁਨੇਹਾ ਜਾਂਦੇ ਪ੍ਰੋਫੈਸਰ ਸਾਹਿਬ? ਮੈਂ ਸਮਝਦਾ ਕਿ ਜਿਹੜੇ ਸਾਡੇ NRI ਦੋਸਤ ਨੇ ਉਹ ਤੇ UN ਦੇ ਜਿਹੜਾ ਚਾਰਟਰ ਹੈਗਾ ਪੀਸ ਐਂਡ ਰਾਈਟਸ ਦਾ, ਉਹਦੇ ਉੱਤੇ ਇੱਕ ਮੁਹਿੰਮ ਚਲਾਉਣ UN ਨੂੰ ਲਿਖਣ ਦੀ, ਔਰ ਭਾਰਤ ਨੂੰ ਵੀ ਲਿਖਿਆ ਜਾ ਸਕਦਾ ਕਿਉਂਕਿ ਭਾਰਤ ਨੇ ਸਿਕਿਉਰਿਟੀ ਕਾਉਂਸਲ 'ਚ ਇਹਨਾਂ ਨੂੰ ਸੀਟ ਮਿਲ ਗਈ ਹੈ, ਤੇ ਜੇ ਸਿਕਿਉਰਿਟੀ ਕਾਉਂਸਲ 'ਚ ਬਹਿਣਾ ਹੈ ਤੇ ਉਹ ਆਪਣੀ ਇਮਾਨਦਾਰੀ ਉਸ ਮਤਲਬ ਨੂੰ ਦਿਖਾਉਣ। ਨੰਬਰ 1। ਨੰਬਰ 2 ਹੈ ਕਿ ਹਰ ਥਾਂ ਤੁਸੀਂ ਇੱਕ ਸਪੋਰਟ ਗਰੁੱਪ ਬਣਾਓ ਔਰ ਉਹਦੇ ਵਿੱਚ ਮਤਲਬ ਲਗਾਤਾਰ ਮਤਲਬ ਜਿਹੜੀ ਇੱਥੇ ਹੈਗੀ ਆ ਉਹਦੇ ਨਾਲ ਜੁੜੇ ਰਹੋ, ਔਰ ਤੁਹਾਡੀ ਸਪੋਰਟ ਜਿਹੜੀ ਹੈ ਬਾਹਰ ਬੈਠੇ ਵੀਰਾਂ ਦੀ ਉਹ ਬਹੁਤ ਹੈ, ਔਰ ਆਪਣੇ ਦੇਸ਼ ਦੀਆਂ ਸਰਕਾਰਾਂ ਨੂੰ ਵੀ ਉਹ ਲਿਖ ਸਕਦੇ ਨੇ ਕਿਉਂਕਿ ਉਹ ਉੱਥੋਂ ਦੇ ਵਸਿੰਦੇ ਵੀ ਨੇ ਕਿ ਉਹ ਇਹਦੇ ਵਿੱਚ ਮਤਲਬ ਦੇਣ, ਕਿਉਂਕਿ ਇੰਟਰਨੈਸ਼ਨਲ ਲਾ ਜਿਹੜਾ ਹੈ ਮਤਲਬ ਕਿਉਂਕਿ ਜਿਹੜੇ ਡੈਕਲੇਰੇਸ਼ਨਸ ਬਣਦੀਆਂ ਨੇ ਜਿਹੜੀਆਂ ਮਤਲਬ 170 ਦੇਸ਼ਾਂ ਨੇ ਸਾਈਨ ਕੀਤਾ ਹੋਇਆ, ਉਹਨਾਂ ਨੂੰ ਕਦੀ ਉਹਨੂੰ ਲਾਗੂ ਕਰਵਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਪੁੱਛੇ ਬਗੈਰ ਉਹਨਾਂ ਦੇ ਲਾ ਨਾ ਬਣ, ਔਰ ਉਹ ਬਹੁਤ ਵੱਡੀ ਸਪੋਰਟ ਹੋਏਗੀ ਜੀ। ਸੋ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਕੋਈ ਹੋਰ ਐਡਰੈਸ ਹੋਵੇ ਸਿਟੀਜ਼ਨ ਫॉर ਫਾਰਮਰਸ ਦਾ, ਚਲੋ ਨਹੀਂ ਤਾਂ ਮੈਂ ਲੱਭ ਕੇ ਸ਼ੇਅਰ ਕਰ ਦਾਂਗਾ ਆਪਣੇ ਫੇਸਬੁੱਕ ਤੇ, ਤਾਂ ਜੋ ਇਹ ਸਪੀਚ ਨੇ ਜਿਹੜੀਆਂ ਸਾਈਨਾਥ, ਪ੍ਰੋਫੈਸਰ ਦਵਿੰਦਰਪਾਲ, ਜਸਟਿਸ ਲਿਬਰਹਾਨ, ਤੁਹਾਡੀਆਂ ਸਾਰੀਆਂ ਦੀਆਂ ਸਪੀਚ ਲੋਕ ਸੁਣ ਸਕਣ। ਕੋਈ ਸ਼ੇਅਰ ਹੈ ਤਾਂ ਦੱਸ ਦਿਓ, ਨਹੀਂ ਤਾਂ ਮੈਂ ਸ਼ੇਅਰ ਕਰ ਦਿਆਂਗਾ। ਠੀਕ ਹੈ, ਮਿਹਰਬਾਨੀ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਮਿਹਰਬਾਨੀ। ਇਸ ਸਮਾਗਮ ਦੇ ਵਿੱਚ ਉੱਘੇ ਚਿੰਤਕ ਪ੍ਰੋਫੈਸਰ ਪੀ ਸਾਈਨਾਥ ਨੇ ਆਖਿਆ ਕਿ ਕਿਸਾਨਾਂ ਦਾ ਦਹਾਕਿਆਂ ਤੋਂ ਧੁਖਦਾ ਹੋਇਆ ਜਿਹੜਾ ਰੋਹ ਹੈ ਨਾ ਉਹ ਬਾਹਰ ਨਿਕਲਿਆ। ਇਸ ਅੰਦੋਲਨ ਦੇ ਵਾਸਤੇ ਤਾਂ ਇਹ ਇੱਕ ਜ਼ਰੀਆ ਬਣਿਆ ਕਿਸਾਨੀ ਅੰਦੋਲਨ, ਪਰ ਇਹ ਸਦੀਆਂ ਤੋਂ ਜਿਹੜਾ ਪੀੜਤ ਕਿਸਾਨ ਸੀਗਾ ਉਸ ਨੂੰ ਇਸ ਬਣਾ 'ਤੇ ਆਪਣਾ ਰੋਹ ਪ੍ਰਗਟ ਕਰਨ ਦਾ ਮੌਕਾ ਮਿਲਿਆ। ਪ੍ਰਧਾਨਗੀ ਭਾਸ਼ਣ ਦੇ ਵਿੱਚ ਸਾਬਕਾ ਚੀਫ ਜਸਟਿਸ ਨੇ ਜੋ ਆਂਧਰਾ ਪ੍ਰਦੇਸ਼ ਦੇ, ਜਿਨ੍ਹਾਂ ਦੇ ਕਈ ਸਾਰੇ ਖਬਰਾਂ ਤੁਸੀਂ ਲਿਬਰਹਾਨ ਕਮਿਸ਼ਨ ਦੀਆਂ ਪੜ੍ਹਦੇ ਹੋ, ਉਹ ਜਸਟਿਸ MS ਲਿਬਰਹਾਨ ਨੇ ਆਪਣਾ ਪ੍ਰਧਾਨਗੀ ਭਾਸ਼ਣ ਦਿੱਤਾ। ਇਸ ਦੇ ਵਿੱਚ ਉਹਨਾਂ ਨੇ ਉਚੇਚਾ ਜ਼ਿਕਰ ਕੀਤਾ ਕਿ ਜਿਹੜੇ ਖੇਤੀ ਆਰਡੀਨੈਂਸ ਨੇ ਇਹਨਾਂ ਨੂੰ ਕੋਵਿਡ ਦੀ
ਹਾਲਾਤਾਂ ਦੇ ਵਿੱਚ ਲਿਆ ਕੇ ਸਰਕਾਰ ਨੇ ਸ਼ੰਕੇ ਖੜੇ ਕੀਤੇ ਨੇ ਕਿ ਆਰਡੀਨੈਂਸ ਕੇਵਲ ਹੰਗਾਮੀ ਹਾਲਤ ਵਿੱਚ ਲਿਆਂਦੇ ਜਾਂਦੇ ਨੇ, ਜਦੋਂ ਬਹੁਤ ਐਮਰਜੈਂਸੀ ਹੋਵੇ। ਇੱਕ ਪਾਸੇ ਤਾਂ ਕੋਵਿਡ ਦੀ ਐਮਰਜੈਂਸੀ ਆ, ਉਹਦਾ ਤਾਂ ਟੀਕਾ ਨਹੀਂ ਤੁਸੀਂ ਅਜੇ ਤੱਕ ਲਾ ਰਹੇ ਜੇ ਰੇਟ ਕਰੀ ਜਾਂਦੇ ਹੋ। ਦੂਜੇ ਬੰਨੇ ਤੁਸੀਂ ਉਸ ਮੌਕੇ ਟ੍ਰੇਡ ਦੇ ਟ੍ਰੀਟਮੈਂਟ ਦੀ ਜਗ੍ਹਾ ਟ੍ਰੇਡ ਦੇ ਆਰਡੀਨੈਂਸ ਲਿਆ ਰਹੇ ਹੋ। ਇਹ ਬਹੁਤ ਸ਼ੱਕੀ ਹੈ। ਜਸਟਿਸ ਲਿਬਰਹਾਨ ਨੇ ਆਖਿਆ ਜੇ ਹੁਣ ਸੁਪਰੀਮ ਕੋਰਟ ਇਹਨਾਂ ਚੀਜ਼ਾਂ ਨੂੰ ਦਰਕਿਨਾਰ ਕਰਕੇ ਅੱਜ ਕੋਈ ਫੈਸਲਾ ਜਾਂ ਕੱਲ੍ਹ ਨੂੰ ਕੋਈ ਫੈਸਲਾ ਲਿਆਉਂਦੀ ਹੈ ਤੇ ਲੋਕ ਨੇ ਜਿਹੜੇ ਫਿਰ ਉਹਨਾਂ ਫੈਸਲਿਆਂ ਨੂੰ ਵੀ ਪ੍ਰਵਾਨ ਨਹੀਂ ਕਰਦੇ, ਕਿਉਂਕਿ ਜੇ ਸਬਰੀਮਾਲਾ ਮੰਦਿਰ ਦੇ ਵਿੱਚ ਔਰਤਾਂ ਦੇ ਜਿਨ੍ਹਾਂ ਨੂੰ ਮਾਸਿਕ ਧਰਮ ਆਉਂਦਾ ਉਹਨਾਂ ਦੇ ਜਾਣ ਦਾ ਫੈਸਲਾ ਲੋਕ ਪ੍ਰਵਾਨ ਨਹੀਂ ਕਰਦੇ, ਜਿਨ੍ਹਾਂ ਦਾ ਤੁਸੀਂ ਲਹੂ ਚੂਸ ਰਹੇ ਹੋ ਉਹ ਕਿਵੇਂ ਪ੍ਰਵਾਨ ਕਰਨਗੇ ਇਹਨਾਂ ਫੈਸਲਿਆਂ ਨੂੰ। ਸੋ ਇਸ ਦੌਰਾਨ ਜਿਹੜੇ ਸਾਬਕਾ ਜਸਟਿਸ ਅਫਤਾਬ ਆਲਮ ਤੇ ਸੁਪਰੀਮ ਕੋਰਟ ਦੇ ਨੇ ਇਹ, ਤੇ ਸਾਬਕਾ ਜਸਟਿਸ ਗੋਪਾਲ ਗੌੜਾ ਸਾਹਿਬ, ਇਹ ਵੀ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਨੇ, ਇਹਨਾਂ ਦੇ ਲਿਖਤੀ ਸੁਨੇਹੇ ਵੀ ਸਮਾਗਮ ਦੇ ਵਿੱਚ ਪੜ੍ਹੇ ਗਏ। ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। ਹੈਲੋ, ਤੁਸੀਂ ਆਨਰ ਆ ਚੁੱਕੇ ਹੋ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਗੁਰਪ੍ਰੀਤ ਬੋਲਦੀ ਹਾਂ ਆਸਟ੍ਰੇਲੀਆ ਤੋਂ। ਕੀ ਹਾਲ ਚਾਲ ਹੈ? ਹਾਂ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ। ਆਸਟ੍ਰੇਲੀਆ ਤੋਂ ਤੁਸੀਂ ਕਾਲ ਕਰ ਰਹੇ ਹੋ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਗੁਰਪ੍ਰੀਤ ਜੀ ਚਰਚਾਵਾਂ ਨੇ, ਕੀ ਕਹਿਣਾ ਚਾਹੁੰਦੇ ਹੋ ਕੁਝ ਇਸ ਬਾਰੇ ਜੀ? ਸਭ ਤੋਂ ਪਹਿਲਾਂ ਮੈਂ ਵਧਾਈਆਂ ਜੀ ਤੁਹਾਨੂੰ ਨਵਾਂ ਸਟੇਸ਼ਨ ਸਟਾਰਟ ਕਰਨ ਤੇ। ਅਸੀਂ ਤਾਂ ਮਿਹਰਬਾਨੀ ਬਹੁਤ ਟਾਈਮ ਦੇ ਕਹਿ ਰਹੇ ਸੀ ਤੁਸੀਂ ਕਰੋ, ਉੱਥੇ ਦਾ ਟਾਈਮ ਹੀ ਨਹੀਂ ਮਿਲਦਾ। ਪੁਰਾਣੇ ਦੇ ਘੰਟਾ ਆਨਲਾਈਨ ਰਹਿੰਦੇ ਤੇ 5 ਮਿੰਟ ਗੱਲ ਹੁੰਦੀ ਸੀ, ਜੁੜਦੇ ਤੁਹਾਡੇ ਵਾਸਤੇ ਸੀ, ਸੁਣਨੇ ਹੋਰ ਪੈਂਦੇ ਸੀਗੇ। ਤੇ ਪਹਿਲੀ ਤੇ ਬਹੁਤ ਵਧੀਆ ਗੱਲ ਹੈ ਜਦੋਂ ਤੁਸੀਂ ਕਰੋ ਆਪਣਾ ਸਟੇਸ਼ਨ ਸਟਾਰਟ ਕੀਤਾ, ਇਹਦੀਆਂ ਵਧਾਈਆਂ ਜੀ। ਤੇ ਨਾਲੇ ਆ ਜਿਹੜਾ ਮਾਰਨਿੰਗ ਟਾਈਮ ਹੈ ਨਾ, ਤਾਂ ਤੁਹਾਡੇ ਲਈ ਖਾਸ ਕਰਕੇ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਸੱਜਣਾ ਲਈ ਕੀਤਾ, ਮਾਰਨਿੰਗ ਦੀ ਸ਼ਿਫਟ ਹੈ ਜਿਹੜੀ ਆਹ ਵਾਲੀ ਜੀ। ਹਾਂਜੀ ਹਾਂਜੀ ਹਾਂਜੀ, ਸਾਨੂੰ ਸ਼ੂਟ ਕਰਦਾ ਦੋਨੇ, ਵੈਸੇ ਡਰਾਈਵਰਾਂ ਤੋਂ ਦੋਨੇ ਸ਼ੂਟ ਕਰਕੇ ਕਰਨੇ ਆ ਜੀ। ਜਦੋਂ ਨਾਈਟ ਟੈਕਸੀ ਹੋਇਆ ਕਰਾਂਗੇ ਉਦੋਂ ਉਹ ਚੱਲ ਜਾਇਆ ਕਰੂ ਤੇ ਹੁਣ ਆਹ ਚੱਲ ਜਾਇਆ ਕਰੂਗਾ ਜੀ। ਜੀ ਜੀ, ਤੇ ਮੈਂ ਤਾਂ ਇਹੀ ਕਹਿਣਾ ਸੀਗਾ ਵੀ ਲੋਕਾਂ ਚ ਉਤਸ਼ਾਹ ਬਹੁਤ ਜ਼ਿਆਦਾ ਜੀ। ਪਿੰਡਾਂ ਬਹੁਤ ਲੋਕ ਜਾ ਰਹੇ ਨੇ ਜੀ, ਕੁਆਰੀਆਂ ਬਣੀਆਂ ਹੋਈਆਂ ਪਿੰਡਾਂ ਵਿੱਚ ਪੱਤੀਆਂ ਵੀ, ਜਿਵੇਂ ਸਾਡੇ ਪਿੰਡ 4 ਪੱਤੀਆਂ ਬਰਗਾੜੀ ਲੱਗ ਗਏ ਪਿੰਡਾਂ ਮੇਰਾ, ਤੇ 4 ਪੱਤੀਆਂ ਦੇ ਵਿੱਚ ਹਰੇਕ ਹਫ਼ਤਾ ਲਾ ਕੇ ਆਉਂਦੇ ਆ, ਕਰਨ ਵਾਈ ਜਾ ਰਹੇ ਆ। ਸਾਡੇ ਪਿੰਡ ਵਾਲਿਆਂ ਨੂੰ ਤਾਂ ਇੱਕ ਟਰੈਕਟਰ ਵੀ ਨਵਾਂ 2.25 ਲੱਖ ਦਾ ਲੈ ਰਿਹਾ ਮੋਰਚੇ ਤੇ ਭੇਜਣ ਵਾਸਤੇ, ਵੀ ਜੇ ਭਾਵੇਂ 5 ਮਹੀਨੇ ਚੱਲੇ ਭਾਵੇਂ ਸਾਲ ਚੱਲੇ, ਉਹ ਟਰੈਕਟਰ ਉੱਥੇ ਲਿਜਾ ਕੇ ਖਿਲਾਰ ਦੇਣਾਗਾ। ਤੇ ਲੋਕਾਂ ਨੂੰ ਬਹੁਤ ਉਤਸ਼ਾਹ ਜੀ। ਤੇ ਕੀ ਲੱਗਦਾ ਵੀ ਮੋਦੀ ਸਰਕਾਰ ਨੂੰ ਝੁਕਣਾ ਹੀ ਪੈਣਾ। ਤੇ ਜੇ ਉਹ ਪਹਿਲਾਂ ਜਦੋਂ 2 ਮਹੀਨਾ 1.5 ਮਹੀਨਾ ਪਹਿਲਾਂ ਜੇ ਜਿੰਨਾ ਹੁਣ ਮੰਨ ਰਹੇ ਉਹਨਾਂ ਉਹਦਾ 25% ਵੀ ਦੇ ਦਿੰਦੇ ਤੇ ਲੋਕਾਂ ਨੇ ਘਰੇ ਟੱਟ ਜਾਣਾ ਸੀਗਾ। ਪਰ ਜਦੋਂ ਹੁਣ ਜਾਵੜੇ ਆ, ਹੁਣ ਉਹ ਮੈਨੂੰ ਨਹੀਂ ਲੱਗਦਾ ਵੀ ਰੱਦ ਕਰਾਏ ਬਿਨਾਂ ਵਾਪਸ ਆਉਣਗੇ। ਤੇ ਜੇ ਵਾਪਸ ਆ ਵੀ ਗਏ, ਇਹ ਬਹੁਤ ਦੂਰਗਾਮੀ ਇਹਦੇ ਪ੍ਰਭਾਵ ਹੋਣਗੇ। ਬਹੁਤ ਲੰਮਾ ਟਾਈਮ ਇਹ ਚੀਜ਼ ਭੁਗਦੀ ਰਹਿਣੀ ਹੈ ਲੋਕਾਂ ਦੇ ਮਨ 'ਚ। ਜਿਵੇਂ 84 ਨਹੀਂ ਸੀਗੀ, ਉਹਦੇ ਵਾਂਗੂ ਰੜਕ ਰਹਿਣੀ ਹੈ ਜੀ ਜੇ ਆ ਕਾਨੂੰਨ ਰੱਦ ਨਾ ਹੋਏ। ਬਹੁਤ ਹਿਸਾਬ ਨਾਲ ਜਿਵੇਂ ਫਰਕ ਪੈ ਗਿਆ ਵੀ ਭਾਜਪਾ ਲੈ ਗਈ ਲੋਕਾਂ ਦੇ। ਤੇ ਇਹਦਾ ਕਰਕੇ ਮੈਂ ਤਾਂ ਇਹੀ ਕਹਿਣਾ ਜੀ ਕਿ ਸਰਕਾਰ ਨੂੰ ਚਾਹੀਦਾ ਵੀ ਕਾਨੂੰਨ ਵਾਪਸ ਲੈ ਲੈ, ਅੜੀ ਨਾ ਕਰੇ। ਲੋਕ ਅੜੀ ਕਰ ਸਕਦੇ, ਸਰਕਾਰ ਨਹੀਂ ਅੜੀ ਕਰ ਸਕਦੀ, ਕਿਉਂਕਿ ਸਰਕਾਰ ਦੀ ਰਿਸਪੋਂਸੀਬਿਲਿਟੀ ਲੋਕਾਂ ਨਾਲੋਂ ਦੁੱਗਣੀ ਹੁੰਦੀ ਆ। ਬਿਲਕੁਲ। ਤੇ ਬਾਕੀ ਉਹਨਾਂ ਨੇ ਹਰਿਆਣੇ ਵਿੱਚ ਵੇਖ ਹੀ ਲਿਆ ਵੀ ਖੱਟੜ ਸਾਹਿਬ ਨਾਲ ਕੀ ਹੋਈ ਆ। ਤੇ ਹੁਣ ਉਹ ਕਹਿੰਦੇ ਸਾਡੇ ਲੋਕਤੰਤਰਿਕ ਤਰੀਕੇ ਆ। ਭਾਈ ਜਦੋਂ ਸੜਕਾਂ 10-10 ਫੁੱਟ ਡੂੰਘੀਆਂ ਪੱਟੀਆਂ ਸੀਗੀਆਂ, ਤੁਸੀਂ ਤਾਂ ਸਰਕਾਰ ਆ, ਤੁਸੀਂ ਤਾਂ ਸਾਡੇ ਪੇਡ ਵਰਕਰ ਆ, ਤੁਹਾਨੂੰ ਜ਼ਿੰਮੇਵਾਰੀ ਨਿਭਾਉਣ ਦੀ ਤਨਖਾਹ ਮਿਲਦੀ ਆ, ਕੁਆਲਿਟੀ ਮਿਲਦੀ ਆ। ਤੁਸੀਂ 10-10 ਫੁੱਟ ਸੜਕਾਂ ਪੁੱਟੀਆਂ, ਉਦੋਂ ਲੋਕਾਂ ਦੇ ਰਾਈਟ ਨਹੀਂ ਸੀਗੇ। ਜਦੋਂ ਤੁਸੀਂ ਆਪਦੀ ਪੰਚਾਇਤ ਕਰਨੀ ਉਦੋਂ ਕਹਿੰਦੇ ਸਾਡੇ ਰਾਈਟ ਆ ਜੀ। ਤੁਸੀਂ ਤਾਂ ਸਰਕਾਰੀ ਸੰਪत्ति ਦਾ ਨੁਕਸਾਨ ਕੀਤਾ ਨਾ, ਤੁਹਾਡੇ ਨਾਲ ਤਾਂ 1% ਵੀ ਨਹੀਂ ਕੀਤਾ ਲੋਕਾਂ ਨੇ। ਬਿਲਕੁਲ। ਹੁਣ 26 ਜਨਵਰੀ ਨੂੰ ਹੋਰ ਵੀ ਮਾਹੌਲ ਖਰਾਬ ਹੋਊ। ਜਿਵੇਂ ਅੱਜ ਮੈਂ ਅਖਬਾਰ ਤੇ ਪੜ੍ਹ ਰਿਹਾ ਸੀਗਾ, ਸ਼ਾਇਦ ਵੀ ਲੋਕ ਕਹਿੰਦੇ 26 ਜਨਵਰੀ ਨੂੰ ਝੰਡਾ ਨਹੀਂ ਚਲਾਉਣ ਦੇਣਾ, ਅਸੀਂ ਮੰਤਰੀ ਨੂੰ ਅਸੀਂ ਆਪ ਚਲਾਵਾਂਗੇ। ਹਰਿਆਣੇ ਦੇ ਨੇ ਐਲਾਨ ਕੀਤਾ ਗਾ। ਇਹਦੇ ਨਾਲ ਹੋਰ ਵੀ ਮਾਹੌਲ ਜ਼ਿਆਦਾ ਖਰਾਬ ਹੋਊਗਾ। ਲੋਕਾਂ ਨੂੰ ਥੋੜਾ ਜਿਹਾ ਸੰਜਮ ਵੀ ਰੱਖਣਾ ਚਾਹੀਦਾ। ਉੱਥੇ ਜਾਣ ਤੇ ਆਪਦੇ ਹਿਸਾਬ ਨਾਲ ਰੋਸ ਮੁਜ਼ਾਹਰਾ ਕਰਨ, ਪਰ ਇੱਕ ਲਿਮਟ ਤੱਕ ਜ਼ਿਆਦਾ ਖਰਾਬ ਨਾ ਚਾਹੇ ਮਾਹੌਲ ਨਾ ਖਰਾਬ ਹੋਵੇ, ਜਿਹਦੇ ਨਾਲ ਸਰਕਾਰ ਨੂੰ ਬਹਾਨਾ ਮਿਲ ਜਾਏ। ਜਿਵੇਂ ਤੁਸੀਂ ਕਹਿ ਰਹੇ ਹੋ, ਵਿਰੋਧ ਤਾਂ ਕਰਨ ਪਰ ਸੰਜਮ ਦੇ ਵਿੱਚ ਰਹਿ ਕੇ। ਥੈਂਕ ਯੂ। ਇਹੀ ਕਹਿਣਾ ਸੀ। ਮਿਹਰਬਾਨੀ। ਥੈਂਕ ਯੂ ਗੁਰਪ੍ਰੀਤ, ਥੈਂਕ ਯੂ, ਮਿਹਰਬਾਨੀ। ਗੁਰਪ੍ਰੀਤ ਸਿੰਘ ਆਸਟ੍ਰੇਲੀਆ ਤੋਂ ਜੁੜੇ ਸੀਗੇ। ਬਿਲਕੁਲ। ਤੇ ਇਹ 'ਚ ਇਹੀ ਬਾਰ-ਬਾਰ ਅਪੀਲਾਂ ਨੇ, ਪਰ ਹੁਣ ਮਰਦਾ ਕੀ ਨਾ ਕਰਦਾ
ਇਹ ਕਹਾਣੀ ਵੀ ਹੈ। ਖੈਰ ਆਪਣੀ ਥੋੜ੍ਹੀ ਮੈਂ ਨੀਂਦ ਵਾਲੀ ਗੱਲ ਨਿਬੇੜਦੇ ਹਾਂ। ਉਸ ਤੋਂ ਬਾਅਦ ਬਹੁਤ ਸਾਰੇ ਲੋਕ ਆਪਣੇ ਨਿਆਣੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਮੂਹਰੇ ਛੱਡਣ ਦੇ ਜੁਗਾੜ 'ਚ ਕੱਲ੍ਹ ਆਏ, ਕਹਿੰਦੇ ਆ ਸਾਂਭੋ ਕੈਪਟਨ ਸਾਹਿਬ, ਨਿਆਣੇ ਸਾਂਭੋ ਸਾਡੇ। ਕੈਪਟਨ ਸਾਹਿਬ ਤਾਂ ਆਪ ਨਹੀਂ ਮਹਿਲ 'ਚ ਆਉਂਦੇ, ਉਹਨਾਂ ਦੇ ਨਿਆਣੇ ਤਾਂ ਆਪ ਸ਼੍ਰੀਮਤੀ ਪ੍ਰਨੀਤ ਕੌਰ ਜੀ ਸੰਭਾਲਦੇ ਆ। ਖੈਰ ਇਹ ਜਿਹੜਾ ਆਪਣੀ ਗੱਲਬਾਤ ਚੱਲ ਰਹੀ ਸੀ ਕਿ ਦੁਨੀਆ ਦੇ ਵਿੱਚ ਜਿਹੜਾ ਵਾਈਟ ਨਾਈਟ ਸੁਣਨ ਦੇ ਵਾਸਤੇ ਜਿਹੜਾ ਟਰੈਂਡ ਵਧਿਆ, ਲੋਕ ਨੀਂਦ ਲਿਆਉਣ ਵਾਸਤੇ ਇੱਕ ਖਾਸ ਕਿਸਮ ਦਾ ਗੀਤ ਹੈ ਜਿਹੜਾ ਵਾਈਟ ਨਾਈਟ ਸੁਣਨ ਨੂੰ ਤਵੱਜੋ ਦਿੰਦੇ ਨੇ। ਇਹਦੇ ਨਾਲ ਹੁੰਦਾ ਕੀ ਹੈ, ਕਹਿੰਦੇ ਮਨ ਨੂੰ ਸਕੂਨ ਮਿਲਦਾ, ਸ਼ਾਂਤ ਕਰਨ ਵਾਲੀ ਇਹ ਧੁਨੀ ਹੈ ਜੋ ਨੀਂਦ ਆਉਣ ਦੇ ਵਿੱਚ ਮਦਦ ਕਰਦੀ ਹੈ। ਇਹ ਕੋਈ ਗਾਣਾ ਨਹੀਂ ਬਲਕਿ ਇੱਕ ਪ੍ਰਕਿਰਤੀ ਜਾਂ ਬਣਾਈ ਹੋਈ ਐਸੀ ਧੁਨੀ ਹੈ ਜਿਸ ਦੇ ਵਿੱਚ ਸ਼ੋਰ ਸ਼ਰਾਬੇ ਦੀ ਧੁਨੀ ਤੋਂ ਇਹ ਓਵਰਲੈਪ ਕਰਦੀ ਹੈ ਅਤੇ ਸਕੂਨ ਦਿੰਦੀ ਹੈ। ਸੋ ਤੁਸੀਂ ਵੀ ਤਜਰਬਾ ਕਰਿਓ ਕਿ ਵਾਕਈ ਜਿਹੜਾ ਹੈਗਾ ਇਹ ਹੈ ਜਾਂ ਸਿਰਫ ਪ੍ਰਚਾਰ ਦਾ ਜ਼ਰੀਆ, ਕਿਉਂਕਿ ਜਦੋਂ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਲੋਕ ਧੜਾ ਧੜ ਉਸ ਨੂੰ ਡਾਊਨਲੋਡ ਵੀ ਕਰਦੇ ਨੇ। ਪ੍ਰੈਕਟੀਕਲ ਕਰਕੇ ਦੱਸਿਓ, ਕਿਉਂਕਿ ਨੀਂਦ ਦੀ ਦਿੱਕਤ ਸਾਰਿਆਂ ਨੂੰ ਹੈ। ਵੈਸੇ ਤਾਂ ਮੈਂ ਸਮਝਦਾ ਕਿ ਨੀਂਦ ਲਿਆਉਣ ਦਾ ਸਭ ਤੋਂ ਵਧੀਆ ਜ਼ਰੀਆ ਹੈ ਨਾ, ਕੋਈ ਕਿਤਾਬ ਚੱਕ ਲਓ। ਪੰਜਾਬੀ ਜਦੋਂ ਕਿਤਾਬ ਚੱਕ ਲੈਂਦਾ ਨਾ ਤਾਂ ਬਹੁਤੇ ਪੰਜਾਬੀਆਂ ਨੂੰ ਨੀਂਦ ਆਉਣ ਲੱਗ ਜਾਂਦੀ ਆ। ਸੋ ਕਿਉਂਕਿ ਇਹਦੇ ਨਾਲ ਥਕਾਵਟ ਵੱਖਰੀ ਕਿਸਮ ਦੀ ਹੁੰਦੀ ਹੈ। ਜਦੋਂ ਅਸੀਂ ਨੀਂਦ ਆਉਣ 'ਤੇ ਮੋਬਾਇਲ ਜਾਂ ਲੈਪਟਾਪ ਖੋਲ੍ਹ ਲੈਣਾ ਤਾਂ ਸਾਡੀ ਨੀਂਦ ਉੱਡ ਜਾਂਦੀ ਹੈ, ਕਿਉਂਕਿ ਇਹਦੀਆਂ ਜਿਹੜੀਆਂ ਲਾਈਟਸ ਨੇ ਨਾ ਇਹ ਸਾਡੀ ਅੱਖਾਂ ਨੂੰ, ਰੌਸ਼ਨੀ ਨੂੰ ਹੋਰ ਡਿਸਟਰਬ ਕਰਦੀਆਂ ਨੇ। ਪਰ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ, ਉਹ ਵੀ ਕਿਤਾਬ ਦੀ ਜਿਹੜੀ ਤੁਹਾਡੀ ਲਾਈਟ ਹੈ ਨਾ ਉਹ ਕਿਤਾਬ 'ਤੇ ਪੈਂਦੀ ਹੋਵੇ, ਜਾਂ ਚਲੋ ਉੱਦਾਂ ਵੀ ਪੜ੍ਹੀ ਜਾ ਸਕਦੀ ਆ ਰੂਮ 'ਚ ਬੈਠ ਕੇ ਪੂਰੀ ਫੁੱਲ ਲਾਈਟ 'ਚ, ਪਰ ਕੋਸ਼ਿਸ਼ ਹੋਵੇ ਕਿ ਆਪ ਮੂੰਹ ਤੁਹਾਡਾ ਹਨੇਰੇ 'ਚ ਹੋਵੇ, ਲਾਈਟ ਤੁਹਾਡੀ ਖੱਬੇ ਪਾਸਿਓਂ ਆਉਂਦੀ ਹੋਵੇ। ਇਹ ਵੀ ਇੱਕ ਲੌਜਿਕ ਹੈ। ਟੇਬਲ ਲੈਂਪ ਜਾਂ ਕੁਛ ਵੀ ਲਾ ਕੇ ਕਿਤਾਬ ਪੜ੍ਹਨ ਦੇ ਨਾਲ ਨੀਂਦ ਬਹੁਤ ਅੱਛੀ ਆਉਂਦੀ ਹੈ, ਪਰ ਕਿਤਾਬ ਪੜ੍ਹਨ ਦਾ ਕਈ ਵਾਰੀ ਸਮਾਂ ਨਹੀਂ ਹੁੰਦਾ। ਅਸੀਂ ਸੈੱਲ ਫੋਨ ਖੋਲ੍ਹ ਲੈਂਦੇ ਹਾਂ ਜੋ ਹੋਰ ਨੀਂਦ ਨੂੰ ਉਡਾ ਦਿੰਦਾ, ਮਨ ਉਚਾਟ ਕਰ ਦਿੰਦਾ। ਇਹ ਜਿਹੜੀ ਦੁਨੀਆ ਦੇ ਵਿੱਚ ਇਹ ਜਿਹੜੀ ਬੜੀ ਚਰਚਿਤ ਵਾਈਟ ਨਾਈਟਸ ਸੁਣਨ ਦਾ ਟਰੈਂਡ ਵਧਿਆ, ਇਹਦੇ ਨਾਲ ਵਿਗਿਆਨ ਦੇ ਵਿੱਚ ਕਿਸੇ ਸਾਊਂਡ ਦੀ ਫਰੀਕੁਐਂਸੀ ਨੂੰ ਐਂਪਲੀਟਿਊਡ ਦੇ ਸੰਬੰਧ ਦੇ ਵਿੱਚ ਆਧਾਰ ਬਣਾ ਕੇ ਉਸ ਨੂੰ ਅਲੱਗ-ਅਲੱਗ ਰੰਗਾਂ ਦਾ ਨਾਂ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕੀ ਇਹ ਇੱਕ ਵਿਗਿਆਨਕ ਰੂਪ ਹੈ ਜਾਂ ਵੈਸੇ ਹੀ ਮਿੱਥ ਹੈ? ਇਹਦੇ ਬਾਰੇ ਜਿਹੜੇ ਅਜਿਹਾ ਇੱਕ ਪਿੰਕ ਨਾਈਟਸ ਅਤੇ ਬਰਾਊਨ ਨਾਈਟਸ ਆਦਿ ਵੀ ਹੁੰਦੇ ਨੇ। ਕਈ ਅਧਿਐਨ ਦੇ ਵਿੱਚ ਇਸ ਵਾਈਟ ਨਾਈਟਸ ਦੇ ਵਿੱਚ ਨੀਂਦ ਨੂੰ ਬਿਹਤਰ ਬਣਾਇਆ ਗਿਆ। 2018 ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਇੱਕ ਰਿਸਰਚ ਪ੍ਰਕਾਸ਼ਿਤ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਸੀ ਕਿ ਵਾਈਟ ਨਾਈਟਸ ਫੋਕਸ ਕਰਨ ਦੀ ਸਮਰੱਥਾ ਵਧਾਉਂਦਾ, ਨੀਂਦ ਬਿਹਤਰ ਆਉਂਦੀ ਹੈ। ਅਤੇ ਇਸ ਸਾਲ ਦੱਖਣ ਕੋਰੀਆ ਦੇ ਵਿੱਚ ਵੀ ਇੱਕ ਅਧਿਐਨ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਹ ਜਿਹੜੀਆਂ ਧੁਨੀਆਂ ਨੇ ਇਹਨਾਂ ਨੂੰ ਸੁਣਨ ਦੇ ਨਾਲ ਤਣਾਅ ਘੱਟ ਹੁੰਦਾ ਅਤੇ ਡਿਮੇਸ਼ੀਆ ਦੇ ਵਿੱਚ ਵੀ ਇਹ ਮਦਦਗਾਰ ਹੁੰਦਾ। ਪਰ ਜਿਹੜਾ ਮੇਰਾ ਜਾਤੀ ਤਜਰਬਾ ਕਿ ਕਿਤਾਬ ਪੜ੍ਹ ਲਓ, ਨੀਂਦ ਬਹੁਤ ਸੋਹਣੀ ਆਉਂਦੀ ਹੈ। ਦੂਸਰਾ, ਕਈ ਵਾਰੀ ਨਾ ਅਸੀਂ ਇੱਕੋ ਚੀਜ਼ 'ਤੇ ਕੰਸਨਟਰੇਟ ਹੋ ਜਾਂਦੇ ਹਾਂ। ਮਸਲਨ ਮੈਂ ਆਪਣੀ ਗੱਲ ਕਰਾਂ, ਮੈਂ ਰੇਡੀਓ ਸ਼ੁਰੂ ਕੀਤਾ, ਮੈਂ ਰੇਡੀਓ ਬਾਰੇ ਸੋਚੀ ਜਾਵਾਂ ਰਾਤ ਨੂੰ ਪਿਆ ਕਿ ਰੇਡੀਓ ਕਿਵੇਂ ਕਰੀਏ, ਕਿਹੜਾ ਪ੍ਰੋਗਰਾਮ ਕਿਵੇਂ ਕਰੀਏ, ਕਿਵੇਂ ਕਰੀਏ। ਜੇ ਮੈਂ ਇਸੇ ਵਹਿਣ ਦੇ ਵਿੱਚ ਬਹਿੰਦਾ ਗਿਆ, ਜਿਹਨੂੰ ਪੰਜਾਬੀ 'ਚ ਕਹਿੰਦੇ ਨਾ ਘੋੜੇ ਭਜਾਉਣਾ, ਇਹਦੇ ਨਾਲ ਨੀਂਦ ਉੱਡਦੀ ਹੈ। ਅਤੇ ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਆਪਣਾ ਪ੍ਰੈਕਟੀਕਲ ਮੈਂ ਸਾਂਝਾ ਕਰਾਂ, ਜਦੋਂ ਮੈਂ ਦੇਖਿਆ ਕਿ ਹੁਣ ਮੈਂ ਸੌਣਾ, ਕਿਤਾਬ ਪੜ੍ਹਨੀ ਨਹੀਂ, ਅਤੇ ਫਿਰ ਮੈਂ ਨਾ ਕਿਸੇ ਚੀਜ਼ 'ਤੇ ਕੰਸਨਟਰੇਟ ਨਹੀਂ ਕਰਦਾ। ਥੋੜ੍ਹਾ ਜਿਸ ਪਾਸੇ ਨੂੰ ਵੀ ਧਿਆਨ ਜਾਈਦਾ ਨਾ ਉੱਧਰੋਂ ਹੀ ਮੋੜ ਲਈਦਾ। ਮਤਲਬ ਮਨ ਨੂੰ ਨਾ ਭੰਬਲ ਭੂਸੇ ਜਿਹੇ 'ਚ ਪਾ ਲਈਦਾ। ਉੱਧਰ ਨੂੰ ਜਾਂਦਾ, ਰੇਡੀਓ ਵੱਲ ਨੂੰ ਜਾਂਦਾ, TV ਵੱਲ ਨੂੰ ਜਾਂਦਾ, ਕਿਸੇ ਕਿਤਾਬ ਵੱਲ ਨੂੰ ਜਾਂਦਾ, ਜਾਂ ਕੋਈ ਵਿਅਕਤੀ ਗੁੱਸੇ 'ਚ ਕੋਈ ਮਾੜੀ ਚੰਗੀ ਗੱਲ ਕਹਿ ਗਿਆ ਉਹਦੇ ਵੱਲ ਨੂੰ ਜਾਂਦਾ, ਕੋਈ ਵਧੀਆ ਗੱਲ ਕਹਿ ਗਿਆ ਉਹਦੇ ਵੱਲ ਨੂੰ ਜਾਂਦਾ। ਮਤਲਬ ਸਾਰੇ ਪਾਸੋਂ ਜਿੱਧਰ ਨੂੰ ਇਹ ਖਿਲਰਦਾ ਨਾ ਉੱਧਰੋਂ ਹੀ ਮੋੜ ਲਈਦਾ, ਉੱਧਰੋਂ ਭੱਜਦਾ, ਉੱਧਰੋਂ ਮੋੜ ਲਈਦਾ। ਪੂਰੀ ਬਾਲ ਖੇਡੀ ਦੀ ਹੈ ਮਨ ਦੇ ਨਾਲ। ਜਿਵੇਂ ਮੋਦੀ ਤਾਂ ਮਨ ਕੀ ਬਾਤ ਰੇਡੀਓ 'ਤੇ ਕਰਦਾ, ਮੈਂ ਆਪਣੇ ਮਨ ਕੀ ਬਾਤ ਤੁਹਾਡੇ ਨਾਲ ਇਹ ਕਰਦਾ। ਜਦੋਂ ਤੁਸੀਂ ਕਿਸੇ ਪਾਸੇ ਡੀਪਲੀ ਸੋਚਦੇ ਹੋ ਅਤੇ ਤੁਹਾਡੀ ਨੀਂਦ ਉੱਡਦੀ ਆ। ਇਸ ਕਰਕੇ ਸਾਰੇ ਪਾਸੇ ਲਾਈਟਲੀ ਸੋਚੋ। ਡਰਾਈਵਿੰਗ ਵੱਲ ਧਿਆਨ ਆਉਂਦਾ, ਕੋਈ ਨਵੀਂ ਕਾਰ ਵੱਲ ਧਿਆਨ ਆਉਂਦਾ ਅਤੇ ਯਕਦਮ ਉੱਧਰੋਂ ਮੋੜ ਲਓ, ਹੋਰ ਪਾਸੇ ਲਾ ਲਓ। ਉਹ ਮਨ ਨਾ ਫਿਰ ਭੰਬਲ ਭੂਣਿਆਂ ਜਿਹੇ 'ਚ ਪਿਆ ਹੋਇਆ ਨਾ ਉਹ ਚੱਕਰ ਵੀ ਜਾ ਹੌਲੀ ਹੌਲੀ ਫਿਰ ਸੌਂ ਜਾਂਦਾ। ਸੋ ਸੌਣਾ ਅੱਛੀ ਸਿਹਤ ਵਾਸਤੇ ਜ਼ਰੂਰੀ ਹੈ। ਪਰ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਅਧਿਆਪਕਾਂ ਦੀ ਨੀਂਦ ਵੀ ਕਪਤਾਨ ਸਾਹਿਬ ਨੇ ਹਰਾਮ ਕਰ ਦਿੱਤੀ ਹੈ। ਇੱਕ ਤਾਂ ਕਰੋਨਾ 'ਚ 5ਵੀਂ ਦੇ ਬੱਚੇ ਕਹਿੰਦੇ ਸਕੂਲ ਜਾਓ, ਦੱਸੋ ਹੁਣ ਕਾਰਨ ਤਾਂ ਲੋਕ ਇਹ ਕਹਿੰਦੇ ਨੇ ਕਿ ਕਪਤਾਨ ਸਾਹਿਬ ਕਹਿੰਦੇ ਜਿਹੜੇ ਮਾਪੇ ਉੱਥੇ ਨੇ ਨਾ, ਆਪੇ ਕਿਸੇ ਨੇ ਜਵਾਕ ਛੱਡਣਾ, ਕਿਸੇ ਨੇ ਲਿਆਉਣਾ, ਜ਼ਿੰਮੇਵਾਰੀ ਵੱਧ ਜਾਵੇਗੀ। ਕੁਛ ਬੱਚੇ ਵੀ ਬਾਰਡਰ 'ਤੇ ਗਏ ਨੇ, ਉਹ ਵੀ ਆਉਣਗੇ। ਸੋ 5ਵੀਂ ਅਤੇ 8ਵੀਂ ਜਮਾਤ ਦੇ ਬੱਚਿਆਂ ਦੀਆਂ ਕਲਾਸਾਂ ਲਾ ਦਿੱਤੀਆਂ। ਪਰ ਦੂਜੇ ਬੰਨੇ ਕਪਤਾਨ ਸਾਹਿਬ ਜਿਹੜਾ ਇਹਨਾਂ ਨੇ ਰੈਸ਼ਨਲਾਈਜੇਸ਼ਨ ਦੇ ਅਧੀਨ ਬਹੁਤ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ। ਬਹੁਤ ਸਾਰੇ ਅਧਿਆਪਕ ਨਾਲ 100 200 ਕਿਲੋਮੀਟਰ ਦੂਰ ਬਦਲ ਦਿੱਤੇ ਨੇ। ਉਹ ਮਾਪੇ, ਉਹ ਮਾਸਟਰ ਮਾਸਟਰੀਆਂ ਨਿਰਾਸ਼ ਹੋ ਕੇ ਕੱਲ੍ਹ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਛੁੱਟੀ ਸੀ,
ਪੂਰੇ ਪੰਜਾਬ 'ਚੋਂ ਆ ਕੇ YPS ਚੌਂਕ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਹੈ, ਮੋਤੀ ਮਹਿਲ, ਨਿਊ ਮੋਤੀ ਮਹਿਲ, ਉਸ ਦੇ ਅੱਗੇ ਧਰਨਾ ਲਾ ਲਿਆ ਅਤੇ ਆਖਿਆ ਕਿ ਲਓ ਕਪਤਾਨ ਸਾਹਿਬ ਸਾਡੇ ਨਿਆਣੇ ਹੁਣ ਤੁਸੀਂ ਪਾਲੋ, ਕਿਉਂਕਿ ਘਰ ਵਾਲੀ ਤਾਂ ਮੇਰੀ ਬੁਲਾਡੇ ਹੈ ਅਤੇ ਮੈਂ ਇੱਧਰ ਦਸੂਹੇ ਲੱਗਿਆ ਹੋਇਆ। ਘਰ ਸਾਡਾ ਹੈਗਾ ਪਟਿਆਲੇ, ਇੱਕ ਬੰਦਾ ਇੱਧਰ ਨੂੰ ਜਾਂਦਾ, ਇੱਕ ਇੱਧਰ ਨੂੰ ਜਾਂਦਾ, ਅਤੇ ਬੱਚੇ ਕੌਣ ਸਾਂਭੂਗਾ? ਛੋਟੇ ਛੋਟੇ ਦਿਨ ਨੇ, ਜਿਵੇਂ ਉਹ ਪੋਹ ਦੀ ਦਿਹਾੜੀ, ਚੁੱਲ੍ਹਾ ਚੌਂਕਾ ਅਤੇ ਬੁਹਾਰੀ। ਇਸ ਦੌਰਾਨ ਯੱਕ ਠੰਡਾ ਨੇ, ਧੁੰਦਾਂ ਨੇ, ਬੱਸਾਂ ਲੇਟ ਹੋ ਰਹੀਆਂ ਨੇ, ਬੱਸਾਂ ਵੈਸੇ ਨਹੀਂ ਘੱਟ ਚੱਲ ਰਹੀਆਂ, ਕਿਵੇਂ ਨਿਆਣੇ ਪਾਲਣਗੇ? ਸੋ ਇਸ ਕਰਕੇ ਇਹ ਜਿਹੜਾ ਸਾਡੇ ਟਰੈਂਡ ਹੈ ਨਾ ਕਿ ਬੰਦੇ ਨੂੰ ਆਪਣੇ ਹੋਮ ਸਿਟੀ ਦੇ ਵਿੱਚ ਨਾ ਰੱਖੋ। ਸਾਡੇ ਆਲ ਇੰਡੀਆ ਰੇਡੀਓ 'ਚ ਹੁੰਦਾ ਸੀ ਕਿ ਕੇਰਲਾ ਦੇ ਬੰਦੇ ਪੰਜਾਬ 'ਚ, ਪੰਜਾਬ ਵਾਲੇ ਅਸਾਮ ਦੇ ਵਿੱਚ, ਉਹਦੇ 'ਚ ਹੁੰਦਾ ਸੀਗਾ ਕਿਉਂਕਿ ਉਹ ਕੰਮ ਹੀ ਨਹੀਂ ਕਰ ਪਾਉਂਦੇ। ਹੁਣ ਅਸਾਮ ਦਾ, ਬੰਗਾਲ ਦਾ ਬੰਦਾ ਤੁਸੀਂ FM ਪਟਿਆਲਾ 'ਤੇ ਲਾ ਦਿੱਤਾ, ਕਿਵੇਂ ਕੰਮ ਕਰ ਲੂ ਉਹ ਪ੍ਰੋਡਿਊਸਰ ਜਾਂ ਡਾਇਰੈਕਟਰ? ਨਾ ਤਾਂ ਉਹਨੂੰ ਬੋਲੀ ਸਮਝ ਆਉਂਦੀ ਹੈ, ਨਾ ਕਲਚਰ ਸਮਝ ਆਉਂਦਾ। ਪਹਿਲਾਂ ਤਾਂ ਉਹ ਆਪਣੇ ਨਿਆਣਿਆਂ ਦੀ ਸੈਟਿੰਗ ਕਰਦਾ ਹੈ, ਫਿਰ ਉਹ ਘਰ ਦੀ ਸੈਟਿੰਗ ਕਰਦਾ, ਰੇਡੀਓ ਜਾਵੇ ਢੱਠੇ ਖੂਹ 'ਚ। ਸੋ ਇਸ ਕਰਕੇ ਇਹ ਜਿਹੜਾ ਸਰਕਾਰਾਂ ਦਾ ਜਾਂ ਉਹ ਕਿ ਬੰਦਾ ਆਪਣੇ ਹੋਮ ਡਿਸਟ੍ਰਿਕਟ 'ਚ ਨਹੀਂ ਹੋਣਾ ਚਾਹੀਦਾ, ਇਹ ਪਾਲਿਸੀ ਗਲਤ ਹੈ। ਇਹ ਨਾ ਬਦਲੀਆਂ ਦੇ ਬਿਨਾਂ 'ਤੇ ਲੱਖਾਂ ਕਰੋੜਾਂ ਰੁਪਈਆ ਇਹ ਕਰਪਟ ਲੋਕ ਕਮਾਉਂਦੇ ਨੇ। ਸੋ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਸੋ ਨਿਆਣੇ ਤਾਂ ਛੱਡਣ ਨਹੀਂ ਦਿੱਤੇ ਪੁਲਿਸ ਨੇ, ਕਹਿੰਦੇ ਭਾਈ ਲੈ ਜਾਓ। ਕਪਤਾਨ ਸਾਹਿਬ ਤਾਂ ਆਪ ਨਹੀਂ ਆਪਣੇ ਨਿਆਣਿਆਂ ਕੋਲ ਰਹਿੰਦੇ, ਤੁਹਾਡੇ ਕਿੱਥੇ ਪਾਲ ਲੈਣਗੇ? ਸ਼੍ਰੀਮਤੀ ਪ੍ਰਨੀਤ ਕੌਰ ਹੈ, ਬਹੁਤ ਵਧੀਆ ਇਨਸਾਨ ਨੇ, ਖੈਰ ਉਹ ਹੁਣ ਕਿਹਦੇ ਨਿਆਣਿਆਂ ਨੂੰ ਉੱਥੇ ਸਾਂਭਣਗੇ? ਇਸ ਕਰਕੇ ਪੁਲਿਸ ਨੇ ਇਹਨਾਂ ਅਧਿਆਪਕਾਂ ਨੂੰ ਹੈ ਨਾ, ਜਿਹੜਾ ਤਹਿਸੀਲਦਾਰ ਪਵਨਦੀਪ ਅਤੇ DSP ਯੋਗੇਸ਼ ਸ਼ਰਮਾ ਹੋਰਾਂ ਨੇ ਅਧਿਆਪਕਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ 1 ਕਿਲੋਮੀਟਰ ਦੂਰ ਰੋਕ ਲਿਆ ਅਤੇ ਇਹਨਾਂ ਦੇ ਵਿੱਚੋਂ 12 ਜਣਿਆਂ ਦੇ ਨਾਲ ਮੁੱਖ ਮੰਤਰੀ ਦੇ OSD ਦੇ ਨਾਲ ਮੀਟਿੰਗ 12 ਤਰੀਕ ਨੂੰ ਮੁੱਖ ਮੰਤਰੀ ਦੇ OSD ਨੇ ਮੀਟਿੰਗ ਤੈਅ ਕਰਾਤੀ ਕਿ ਚਲੋ ਤੁਹਾਡੀ ਗੱਲ 12 ਤਰੀਕ ਨੂੰ ਮੁੱਖ ਮੰਤਰੀ ਤੱਕ ਪਹੁੰਚਾ ਦੇਵਾਂਗੇ। ਯਾਨੀ ਮੇਰੇ ਕਹਿਣ ਦਾ ਮਤਲਬ ਹੈ ਕਿ ਸਿਰਫ ਮੋਦੀ ਉਹ ਨਹੀਂ ਤੰਗ ਕਰਦਾ, ਪੀਪਲਜ਼ ਮਹਾਰਾਜਾ ਵੀ ਤੰਗ ਕਰਦਾ ਲੋਕਾਂ ਨੂੰ ਬਿਨਾਂ ਵਜ੍ਹਾ। ਕਿ ਦੇਖੋ ਆਪਣੇ ਇਲਾਕੇ 'ਚ ਬੰਦੇ ਨੂੰ ਲਾਓ, ਉੱਥੇ ਤੁਸੀਂ ਹੋਰ ਇਲਾਕੇ ਦਾ ਅਧਿਆਪਕ ਠੋਕਿਆ ਹੋਇਆ, ਉਹਨਾਂ ਦੀ ਜਗ੍ਹਾ ਹੋਰ ਠੋਕਿਆ ਹੋਇਆ। ਇਹ ਤਰੀਕਾ ਕੀ ਹੈ? 2-2 ਲੱਖ ਰੁਪਈਆ ਬਦਲੀਆਂ ਦਾ ਲੈਂਦੇ ਹੋ ਤੁਸੀਂ। ਹੁਣ ਜਿਹੜੇ ਪੀੜਤ ਨੇ ਉਹਨਾਂ ਨੂੰ ਪਤਾ ਕਿ ਕਿਵੇਂ ਯਾਰ ਐਡੀ ਦੂਰ ਜਾ ਕੇ ਬੰਦਾ ਨਿਆਣੇ ਪੜ੍ਹਾ ਲੂਗਾ, ਹੈ ਨਾ? ਬੱਸਾਂ ਨਹੀਂ ਚੱਲਦੀਆਂ, ਸਾਧਨ ਨੇ ਲੇਟ ਹੋ ਜਾਂਦੇ ਨੇ, ਮੌਸਮ ਸਰਦ ਗਰਮ ਪਰੇਸ਼ਾਨ ਨੇ। ਸੋ ਇਹ ਬਿਨਾਂ ਵਜ੍ਹਾ ਅੜਿੰਗਾ ਹੈ ਨਾ। ਆਪ ਜਦੋਂ ਇਹਨਾਂ ਨੂੰ ਕਹੋ ਨਾ ਕਿ ਤੁਸੀਂ ਕੈਪਟਨ ਸਾਹਿਬ ਦੂਜੇ ਥਾਂ 'ਤੇ ਜਾ ਕੇ ਚੋਣ ਲੜ ਲਓ, ਕਿਸੇ ਵੀ ਨੇਤਾ ਨੂੰ ਕਹਿ ਦਿਓ ਕਿ ਦੂਜੇ ਥਾਂ 'ਤੇ ਜਾ ਕੇ ਚੋਣ ਲੜਾ, ਆਪਣਾ ਹਲਕਾ ਛੱਡ ਕੇ, ਪਿੱਸੂ ਪੈ ਜਾਂਦੇ ਨੇ ਇਹਨਾਂ ਦੇ ਕਿ ਨਹੀਂ ਮੈਂ ਤਾਂ ਆਪਣੇ ਹਲਕੇ 'ਚ ਹੀ ਚੋਣ ਲੜਨੀ ਹੈ। ਜੇ ਤੁਸੀਂ ਆਪਣੇ ਹਲਕੇ 'ਚ ਚੋਣ ਲੜਨੀ ਹੈ ਤਾਂ ਫਿਰ ਕੀ ਇੱਕ ਅਧਿਆਪਕ ਦਾ ਇਹ ਹੱਕ ਨਹੀਂ ਕਿ ਉਹ ਜਿਸ ਇਲਾਕੇ 'ਚ ਜੰਮਿਆ ਪਲਿਆ, ਜਿੱਥੇ ਉਹਦਾ ਆਪਣਾ ਘਰ ਹੈ, ਉਹ ਉੱਥੇ ਜੌਬ ਕਰੇ? ਉਹ ਦੂਜੇ ਥਾਂ ਜਾ ਕੇ ਕਿਰਾਇਆ ਕਿਉਂ ਭਰੇ? ਵਾਈਫ ਬਠਿੰਡੇ ਆ ਅਤੇ ਆਪ ਉਹ ਇੱਧਰ ਮਾਨਸਾ, ਇੱਧਰ ਆਪਣਾ ਮਰਿੰਡੇ ਜੌਬ ਕਰਦਾ। ਉਹਨਾਂ ਦੇ ਤਾਂ ਟੱਬਰ ਤੋੜ ਦਿੱਤੇ ਨਾ, ਉਹਨਾਂ ਦੇ ਤਾਂ ਰਾਤਾਂ ਦੀ ਨੀਂਦ ਉਡਾ ਦਿੱਤੀ। ਤਾਂ ਇਹ ਕਿਹੜੀਆਂ ਪਾਲਿਸੀਜ਼ ਨੇ? ਸੋ ਬੜਾ ਕੁਛ ਤਬਦੀਲ ਕਰਨ ਦੀ ਜ਼ਰੂਰਤ ਹੈ। ਇਹ ਤਾਂ ਹੀ ਹੋਏਗਾ ਜੇ ਇਹਨਾਂ ਚੀਜ਼ਾਂ ਦਾ ਵਿਰੋਧ ਹੋਏਗਾ। ਅਤੇ ਉਧਰ ਜਿਹੜੇ ਨੇਪਾਲ ਦੇ ਨਾਲ ਬੜੇ ਰਿਸ਼ਤੇ ਸੀ ਭਾਰਤ ਦੇ ਨਾਲ, ਉਹ ਲਗਾਤਾਰ ਟੁੱਟ ਰਹੇ ਨੇ। ਸੋ ਨੇਪਾਲ ਦੇ ਵਿੱਚ ਵੀ ਰਾਜਨੀਤਿਕ ਸੰਕਟ ਦੇ ਦਰਮਿਆਨ ਨੇਪਾਲ ਦੇ ਪ੍ਰਧਾਨ ਮੰਤਰੀ KP ਸ਼ਰਮਾ ਓਲੀ ਨੇ ਭਾਰਤ ਦੇ ਨਾਲ ਫਿਰ ਬਾਰਡਰ ਦਾ ਵਿਵਾਦ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਓਲੀ ਹੋਰਾਂ ਨੇ ਕੱਲ੍ਹ ਕਹਿ ਦਿੱਤਾ ਕਿ ਭਾਰਤ ਦੇ ਵਿੱਚ ਕਾਲਾ ਪਾਣੀ, ਲਿਮਿਆ ਧੁਰਾ ਅਤੇ ਲਿਪੂ ਲੇਖ, ਇਹ ਜਿਹੜੇ ਨੇ ਭਾਰਤ ਇਹਨਾਂ ਜ਼ਮੀਨਾਂ ਨੂੰ ਵਾਪਸ ਕਰੇ। ਜਿਹੜਾ ਕਿ ਕਾਲੇ ਪਾਣੀ ਦੀ ਆਪਾਂ ਕਹਿੰਦੇ ਕਾਲੇ ਪਾਣੀ ਦੀ ਸਜ਼ਾ ਹੋ ਗਈ ਫਲਾਣੇ ਨੂੰ। ਸੋ ਕਾਲਾ ਪਾਣੀ, ਲਿਮਿਆ ਧੁਰਾ ਅਤੇ ਲਿਪੂ ਲੇਖ ਆ ਕਿ ਇਹ ਸਾਡੀ ਜ਼ਮੀਨ ਹੈ, ਭਾਰਤ ਨੇ ਦੱਬੀ ਹੋਈ ਹੈ। ਸੋ ਇਸ ਕਰਕੇ ਇਹ ਸਾਡੀ ਜ਼ਮੀਨ ਅਸੀਂ ਵਾਪਸ ਲੈ ਕੇ ਰਹਾਂਗੇ। ਸੋ ਇਸ ਸੰਬੰਧੀ ਪਿਛਲੇ ਸਾਲ ਦਾ ਜਿਹੜਾ ਨਕਸ਼ਾ ਸੀਗਾ, ਇਹ ਨਕਸ਼ਾ ਸੀ ਜਿਸ ਦੇ ਵਿੱਚ ਇਹ ਚੀਜ਼ਾਂ ਨੇਪਾਲ ਦਾ ਹਿੱਸਾ ਨੇ, ਉਹ ਨਕਸ਼ਾ ਵੀ ਉੱਥੋਂ ਦੀ ਪਾਰਲੀਮੈਂਟ ਨੇ ਪਾਸ ਕਰ ਦਿੱਤਾ। ਜਾਣੀ ਕਿ ਨੇਪਾਲ ਵਰਗਾ ਮੁਲਕ ਵੀ ਹੁਣ ਭਾਰਤ ਨੂੰ ਅੱਖਾਂ ਦਿਖਾਉਣ ਲੱਗਾ। ਤੁਹਾਨੂੰ ਹੋਰ ਇੱਕ ਇੰਟਰਸਟਿੰਗ ਗੱਲ ਦੱਸਾਂ, ਜਿਹੜੇ ਨੋਟ ਤੁਹਾਡੇ ਕਿਤੇ ਨਹੀਂ ਚੱਲਦੇ ਨਾ ਭਾਰਤੀ, ਉਹ ਜਿਹੜੇ ਬੰਦ ਹੋ ਗਏ ਸੀ, ਉਹ ਨੇਪਾਲ 'ਚ ਅਜੇ ਵੀ ਚੱਲਦੇ ਨੇ। ਅਤੇ ਜੇ ਤੁਹਾਡੇ ਕੋਲ 100 ਰੁਪਈਆ, ਇਹਦੇ ਤੁਹਾਨੂੰ 20 ਰੁਪਏ ਮਿਲ ਜਾਂਦੇ ਨੇ ਅਤੇ 80 ਰੁਪਏ ਜਿਹੜੇ ਉਹ ਲੋਕ ਕਮਾ ਜਾਂਦੇ ਨੇ, ਜਿਹੜੇ ਇੱਥੋਂ ਬਦਲ ਕੇ ਲੈ ਜਾਂਦੇ ਨੇ। ਦੂਸਰਾ, ਬਦਲ ਦਿੱਤਾ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੇ ਕਿ WhatsApp ਹਰ ਬੰਦੇ ਕੋਲ ਅੱਜ ਕੱਲ੍ਹ। ਸੋ WhatsApp ਦਾ ਜਿਹੜਾ ਵਿਕਲਪ ਹੈ, ਜਿਹੜਾ ਬਦਲਾਅ ਹੈ, ਇਹਦਾ ਜਿਹੜਾ ਬਦਲ ਹੈ, ਇਹ ਐਲਾਨ ਕੀਤਾ ਕਿਉਂਕਿ WhatsApp ਨੇ ਕੁਛ ਆਪਣੀਆਂ ਜਿਹੜੀਆਂ ਗਾਈਡਲਾਈਨ ਤਬਦੀਲ ਕੀਤੀਆਂ ਨੇ, ਸੋ ਕਿ ਤੁਹਾਡੀ ਪ੍ਰਾਈਵੇਸੀ ਲੀਕ ਹੋ ਸਕਦੀ ਹੈ। ਸੋ ਇਸ ਸੰਬੰਧੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਐਲਨ ਮਸਕ ਨੇ ਇਹ ਐਲਾਨ ਕਰ ਦਿੱਤਾ ਕਿ ਲੋਕ WhatsApp ਦੀ ਬਜਾਏ ਜਿਹੜੀ ਹੋਰ ਮੈਸੇਜਿੰਗ ਐਪ ਹੈ ਸਿਗਨਲ, ਇਹ ਡਾਊਨਲੋਡ ਕਰ ਲੈਣ। ਹਾਲਾਂਕਿ ਪਿਛਲੇ ਦਿਨ ਇਹ ਸਿਗਨਲ ਐਪ ਧੜਾ ਡਾਊਨਲੋਡ ਹੋਈ, ਇਸ ਤੋਂ ਬਾਅਦ ਇਹਨਾਂ ਦਾ ਸਰਵਰ ਵੀ ਹੈਕ ਹੋ ਗਿਆ, ਜਿਹੜਾ ਹੈਂਗ ਹੋ ਗਿਆ। ਅਤੇ ਇਸ ਕਰਕੇ WhatsApp ਦਾ ਬਦਲ ਦੇਣ ਦਾ ਜਿਹੜਾ ਹੈਗਾ
ਐਲਾਨ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨੇ ਕੀਤਾ ਸੀਗਾ, ਐਲਨ ਮਸਕ ਨੇ। ਸੋ ਜਿਸ ਨੂੰ ਲੋਕਾਂ ਨੇ ਕਾਫੀ ਜਿਹੜਾ ਪਸੰਦ ਵੀ ਕੀਤਾ। ਮੌਸਮ ਦੇ ਮੁਤਲਕ ਅਪਡੇਟ ਦੇ ਦਿਆਂ, ਮੌਸਮ ਪੰਜਾਬ ਦੇ ਵਿੱਚ ਲਗਾਤਾਰ ਖਤਰਨਾਕ ਹੁੰਦਾ ਜਾਂਦਾ ਹੈ ਅਤੇ ਜਿਹੜੇ ਅੱਜ ਵੀ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਏ ਰਹਿਣਗੇ। ਪੰਜਾਬ ਦੇ ਵਿੱਚ ਰਾਤ ਦਾ ਤਾਪਮਾਨ 10 ਤੋਂ ਥੱਲੇ ਪਹੁੰਚ ਗਿਆ। ਕੱਲ੍ਹ ਪਟਿਆਲਾ ਦੇ ਵਿੱਚ ਤਾਂ ਸਭ ਤੋਂ ਘੱਟ ਤਾਪਮਾਨ ਰਿਹਾ। ਸੋ ਇਸ ਕਰਕੇ ਆਉਣ ਵਾਲੇ ਜਿਹੜੇ 13 ਤਰੀਕ ਤੱਕ, ਲੋਹੜੀ ਤੱਕ ਬਹੁਤ ਬੇਤਹਾਸ਼ਾ ਠੰਡਾਂ ਪੈਣੀਆਂ ਨੇ। ਸੋ ਸਮਾਂ ਸਮਾਪਤੀ ਵੱਲ ਨੂੰ ਹੈ। ਭਾਰਤੀ ਸਮੇਂ ਮੁਤਾਬਕ ਇਹ ਪ੍ਰੋਗਰਾਮ ਹੁਣ ਤੋਂ ਤਕਰੀਬਨ 2 ਘੰਟੇ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ। ਭਾਰਤੀ ਸਮੇਂ ਮੁਤਾਬਕ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਮੰਡੇ ਟੂ ਸੈਟਰਡੇ 6 ਦਿਨ, ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਲਾਈਵ ਹੁੰਦਾ। ਉਸ ਤੋਂ ਬਾਅਦ ਇਹ ਪ੍ਰੋਗਰਾਮ ਰਿਪੀਟ ਹੁੰਦਾ ਜਾਂਦਾ ਇੰਡੀਅਨ ਟਾਈਮ ਦੇ ਮੁਤਾਬਕ। ਇਸ ਦੇ ਵਿੱਚ ਤੁਸੀਂ ਜੁੜਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਨ ਵਾਸਤੇ ਜਿਹੜਾ ਕਾਲ ਟੂ ਲਿਸਨ ਨੰਬਰ ਹੈ ਉਹ ਹੈ 667 930 9260, ਯਾਨੀ ਕਿ 667 930 930 9260। ਅਤੇ ਸਾਡੀ ਐਪਸ ਆ ਜਿਹੜੀ ਉਹ ਤੁਹਾਨੂੰ ਆਈਫੋਨ ਅਤੇ ਐਂਡਰਾਇਡ 'ਤੇ ਮਿਲੇਗੀ, ਜ਼ਰੂਰ ਡਾਊਨਲੋਡ ਕਰੋ। ਅਤੇ ਵੈਬਸਾਈਟ ਹੈ tivanaradio.com, TIWANA ਟਿਵਾਨਾ ਰੇਡੀਓ RADIO.com। ਇਸ 'ਤੇ ਤੁਹਾਨੂੰ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਫੇਸਬੁੱਕ ਪੇਜ 'ਤੇ, ਯੂਟਿਊਬ ਪੇਜ ਬਾਰੇ ਮਿਲੇਗੀ ਅਤੇ ਉੱਥੋਂ ਐਪਸ ਵੀ ਡਾਊਨਲੋਡ ਕਰ ਸਕਦੇ ਹੋ। ਅਤੇ ਜਿਹੜਾ ਟਿਵਾਨਾ ਰੇਡੀਓ ਦਾ ਯੂਟਿਊਬ ਪੇਜ ਹੈ ਉਹ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਉੱਥੇ ਜਿਹੜੇ ਸਾਰੇ ਰਿਪੀਟ ਪ੍ਰੋਗਰਾਮ ਪਏ ਨੇ, ਖਾਸ ਕਰਕੇ ਜਿਹੜੇ ਪਿਛਲੇ ਦਿਨਾਂ ਦੇ ਵਿਰਾਸਤੀ ਪ੍ਰੋਗਰਾਮ ਨੇ, ਭਾਵੇਂ ਉਹ ਸ਼ਹਿਦ ਦੀ ਗੁਣਵੱਤਾ 'ਤੇ ਕੀਤਾ, ਪੋਹ ਦੇ ਮਹੀਨੇ ਬਾਰੇ ਕੀਤਾ। ਵਿਰਾਸਤ ਨੂੰ ਆਪਾਂ ਬਹੁਤ ਤਵੱਜੋ ਦੇਣੀ ਹੈ, ਸਿਆਸਤ ਨੂੰ ਵੀ ਦੇਣੀ ਹੈ, ਅਤੇ ਇਸ ਦੌਰਾਨ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ। ਦੇਖੋ, ਤੁਸੀਂ ਉਹ ਅੱਗੇ ਸ਼ੇਅਰ ਕਰਨਾ, ਮੇਰੀ ਇੰਨੀ ਪਹੁੰਚ ਨਹੀਂ ਕਿ ਮੈਂ ਆਪਣੇ ਇਸ ਛੋਟੇ ਜਿਹੇ ਨੈਟਵਰਕ ਨੂੰ ਪੂਰੇ ਗਲੋਬ ਤੱਕ ਪਹੁੰਚਾ ਸਕਾਂ। ਇਹ ਮੇਰੇ ਵੱਲੋਂ ਕਾਰਜ ਤੁਸੀਂ ਕਰਨਾ, ਇਹ ਆਪ ਜੀ ਨੂੰ ਗੁਜ਼ਾਰਿਸ਼ ਹੈ। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਓ ਆ ਗਿਆ। ਤੁਹਾਡੇ ਮਨ 'ਚ ਕੋਈ ਖਿਆਲਾਤ, ਜਜ਼ਬਾਤ ਹੈ, ਤੁਸੀਂ 9863 09655 'ਤੇ ਮੇਰੇ ਨਾਲ ਕਦੇ ਵੀ ਗੱਲ ਕਰ ਸਕਦੇ ਹੋ। ਇਹ ਰੇਡੀਓ ਦਾ ਲਾਈਨ ਨੰਬਰ ਹੈ 9876309655, 9877309655। ਇਹ 'ਤੇ ਵਟਸਐਪ ਸੁਨੇਹਾ ਵੀ ਦੇ ਸਕਦੇ ਹੋ, ਅਤੇ ਵਟਸਐਪ ਸੁਨੇਹਾ ਤੁਸੀਂ ਜਿਹੜਾ ਰਿਕਾਰਡ ਕਰਕੇ ਵੀ ਸੈਂਡ ਕਰ ਸਕਦੇ ਹੋ। ਅਤੇ ਇਸ ਸੁਨੇਹੇ ਨੂੰ ਤੁਸੀਂ ਰਿਕਾਰਡ ਕਰਨਾ, ਜਿਹੜਾ ਵੀ ਤੁਸੀਂ ਔਨ ਏਅਰ ਲਾਉਣਾ ਚਾਹੁੰਦੇ ਹੋ ਉਸ 'ਤੇ ਅੱਗੇ AIR ਲਿਖ ਦਿਓ, ਔਨ ਏਅਰ ਲਿਖ ਦਿਓ ਜਾਂ ਕੁਛ ਵੀ, ਉਹ ਐਜ਼ ਇਟ ਇਜ਼ ਤੁਹਾਡਾ ਬੋਲਿਆ ਹੋਇਆ ਜਿਹੜਾ ਬੋਲ ਹੈ ਉਹ ਮੈਂ ਲਗਾਤਾਰ ਸਾਂਝਾ ਕਰ ਦਾਂਗਾ। ਅਤੇ ਬਾਈ ਜੀ ਸਿਕੰਦਰ ਸਿੰਘ ਔਜਲਾ ਹੋਰਾਂ ਨੇ ਲਿਖ ਕੇ ਭੇਜਿਆ, ਇਹ ਮੈਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਾਂਗਾ। ਕੋਸ਼ਿਸ਼ ਕਰੋ ਤੁਸੀਂ ਆਪਣੀ ਆਵਾਜ਼ ਦੇ ਵਿੱਚ ਵੀ ਆਪਣੇ ਬੋਲ ਲਿਖ ਕੇ ਭੇਜ ਦਿਆ ਕਰੋ। ਸੋ ਇਸ ਦੇ ਨਾਲ ਹੀ ਧੰਨਵਾਦੀ ਹਾਂ। ਫੇਸਬੁੱਕ 'ਤੇ ਗੁਰਮੀਤ ਭੁੱਲਰ ਹੋਰਾਂ ਨੇ ਹਾਜ਼ਰੀ ਲਵਾਈ ਹੈ, ਹਰਦੇਪਾਲ ਹੋਰਾਂ ਨੇ ਸਤਿ ਸ਼੍ਰੀ ਅਕਾਲ ਆਖੀ। ਇਹਨਾਂ ਸਭ ਸੱਜਣਾਂ ਦਾ ਧੰਨਵਾਦ। ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਓ ਆ ਗਿਆ। ਤੁਹਾਡਾ ਦਿਨ ਸ਼ੁਭ ਰਹੇ। ਸਤਿ ਸ਼੍ਰੀ ਅਕਾਲ।